है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है ओ, तू कुर्बानी दा बानी है। अरे औकड़ पिया भरावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ए पंजाब करां की सिफ्त तेरी, ए पंजाब करां की सिफ्त तेरी। ओ तेरी मां क्यों मिठी बोली दी जी करदियां सिफ्त न रजदा है। उर्दू हिंदी दियां साजां विच सुर ताल तेरा ही वजदा है। वसे रसे कर बार तेरा जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है ओ, दुनिया सारी भी सोनी है पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ए पंजाब करां की सिफ्त तेरी, ए पंजाब करां की सिफ्त तेरी। ए पंजाब ए पंजाब है पंजाब। ਪੰਜਾਬ ਦਰਸ਼ਨ ਤੇ ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬੜੀ ਹੈਰਾਨੀ ਤੇ ਖੁਸ਼ੀ ਹੋਏਗੀ ਕਿ ਅੱਜ ਅਸੀਂ
ਇੱਕ ਉਸ ਹਸਤੀ, ਉਸ ਸ਼ਖਸ ਦੇ ਨਾਲ ਤੁਹਾਨੂੰ ਮਿਲਾ ਰਹੇ ਹਾਂ, ਜਿਹੜੇ ਹੁਣ ਤੱਕ ਪੰਜਾਬ ਦਰਸ਼ਨ ਤੇ ਆਏ ਸੱਜਣਾਂ ਵਿੱਚੋਂ ਸਭ ਤੋਂ ਯੰਗ, ਜਵਾਨ ਔਰ ਘੱਟ ਉਮਰ ਦੇ ਹਨ। ਲੇਕਿਨ ਉਹਨਾਂ ਦਾ ਤਜਰਬਾ ਇੱਕ ਭਰਪੂਰ ਸਿਆਣਪ ਵਾਲਾ ਹੈ। ਮੈਂ ਉਹਨਾਂ ਦਾ ਨਾਂ ਤੁਹਾਨੂੰ ਦੱਸ ਰਿਹਾ, ਹਾਰੂਨ ਖਾਲਿਦ ਜੀ। ਔਰ ਉਹ ਪੱਛਮੀ ਪੰਜਾਬ ਵਿੱਚ ਜੰਮੇ ਪਲੇ, ਵੱਡੇ ਹੋਏ ਤੇ ਉਹਨਾਂ ਨੇ ਸਿੱਖਿਆ ਲਈ ਤੇ ਅੱਜ ਕੱਲ੍ਹ ਉਹ ਇੱਕ ਇੰਟਰਨੈਸ਼ਨਲ ਫੇਮ ਦੇ ਵਿਦਵਾਨ ਮੰਨੇ ਜਾਂਦੇ ਆ। ਲੇਕਿਨ ਇੱਧਰਲੇ ਪੰਜਾਬ ਵਿੱਚ, ਪੂਰਬੀ ਪੰਜਾਬ ਵਿੱਚ ਉਹਨਾਂ ਦੇ ਨਾਂ ਨਾਲ ਇੱਕ ਤਖੱਲਸ ਜੁੜ ਗਿਆ ਤੇ ਮੇਰਾ ਖਿਆਲ ਹਾਰੂਨ ਖਾਲਿਦ ਜੀ ਨੂੰ ਵੀ ਹੈਰਾਨੀ ਹੋਣੀ ਹੈ ਕਿ ਉਹਨਾਂ ਦੇ ਨਾਂ ਨਾਲ ਸਾਡੇ ਪੂਰਬੀ ਪੰਜਾਬ ਵਿੱਚ ਇੱਕ ਤਖੱਲਸ ਜੁੜ ਗਿਆ। ਉਹ ਤਖੱਲਸ ਇਹ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਵਾਕਿੰਗ ਵਿਦ ਨਾਨਕ। ਔਰ ਜਦੋਂ ਅਸੀਂ ਉਹਨਾਂ ਦਾ ਨਾਂ ਲੈਂਦੇ ਹਾਂ, ਹਾਰੂਨ ਖਾਲਿਦ, ਵਾਕਿੰਗ ਵਿਦ ਨਾਨਕ, ਇਹ ਕਿਤਾਬ ਸਾਡੇ ਲਈ ਉਹਨਾਂ ਦਾ ਇੱਕ ਤਖੱਲਸ ਬਣ ਗਿਆ, ਉਹਨਾਂ ਦੀ ਇੱਕ ਖਾਸੀਅਤ ਬਣ ਗਈ, ਉਹਨਾਂ ਦੀ ਇੱਕ ਸਿਫਤ ਬਣ ਗਈ ਜਾਂ ਉਹਨਾਂ ਦੀ ਇੱਕ ਪਹਿਚਾਣ ਬਣ ਗਈ। ਖਾਲਿਦ ਜੀ ਇਤਿਹਾਸ ਦੇ ਵਿਦਿਆਰਥੀ ਹਨ, ਲੇਕਿਨ ਉਹਨਾਂ ਦਾ ਇਤਿਹਾਸ ਪ੍ਰਤੀ ਜਿਹੜੀ ਅਪਰੋਚ ਉਹ ਉਸੇ ਤਰ੍ਹਾਂ ਦੀ ਆ ਜਿਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਦੀ ਸੀ। ਟਰੈਵਲਿੰਗ, ਉਦਾਸੀਆਂ, ਯਾਤਰਾ। ਹਾਰੂਨ ਖਾਲਿਦ ਜੀ ਇੱਕ ਬਹੁਤ ਵੱਡੇ ਮਹਾਨ ਯਾਤਰੀ ਆ, ਜਿਹੜੇ ਹਮੇਸ਼ਾ ਜਾਂ ਅਕਸਰ ਸਫ਼ਰ ਵਿੱਚ ਰਹਿੰਦੇ ਆ। ਅੱਜ ਵੀ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਬੈਠੇ ਆ, ਤੇ ਉਹ ਦੱਸ ਰਹੇ ਆ ਕਿ ਉਹ ਟੋਰਾਂਟੋ 'ਚ ਬੈਠੇ ਆ। ਬੇਸ਼ੱਕ ਅਸੀਂ ਲਾਹੌਰ ਬਾਰੇ ਗੱਲਾਂ ਕਰਨੀਆਂ, ਪਰ ਉਹ ਟੋਰਾਂਟੋ ਵਿੱਚ ਬੈਠੇ ਆ ਇਸ ਵੇਲੇ ਔਰ ਹਮੇਸ਼ਾ ਟਰੈਵਲਿੰਗ ਵਿੱਚ ਰਹਿੰਦੇ ਆ। ਇਤਿਹਾਸ ਦੀਆਂ ਉਹ ਥਾਵਾਂ ਨੂੰ ਉਹ ਜਾ ਕੇ ਦੇਖਦੇ ਆ, ਉਹਨਾਂ ਦਾ ਇਤਿਹਾਸ ਪੜ੍ਹਦੇ ਆ, ਲੋਕਾਂ ਨੂੰ ਮਿਲਦੇ ਆ ਤੇ ਲੋਕਾਂ ਕੋਲੋਂ ਉਹਦੀਆਂ ਗੱਲਾਂ ਪੁੱਛਦੇ ਆ। ਤੇ ਇਹ ਉਹਨਾਂ ਦਾ ਇਤਿਹਾਸ ਦਾ ਇੱਕ ਮੈਥਡ ਹੈ, ਇਤਿਹਾਸ ਨੂੰ ਸੰਗ੍ਰਹਿ ਕਰਨ ਦਾ। ਤੇ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ ਉਹਨਾਂ ਤੇ ਆਪਣੇ ਦਰਸ਼ਕਾਂ ਦੇ ਦਰਮਿਆਨ। ਲਾਹੌਰ ਬਾਰੇ ਅਸੀਂ ਉਹਨਾਂ ਤੋਂ ਜਾਣਨਾ, ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਸੀਗਾ ਟੌਪਿਕ ਬਣਾਉਣ ਲਈ, ਤਾਂ ਉਹਨਾਂ ਨੂੰ ਦੱਸਿਆ ਸੀਗਾ ਵੀ ਐਕਸਪਲੋਰਿੰਗ ਲਾਹੌਰ, ਲਾਹੌਰਜ਼ ਹਿਸਟਰੀ ਥਰੂ ਟੈਂਪਲਸ, ਗੁਰਦੁਆਰਾਸ ਐਂਡ ਸੂਫੀ ਸ਼ਰਾਈਨਸ, ਯਾਨੀ ਲਾਹੌਰ ਦੇ ਇਤਿਹਾਸ ਨੂੰ ਮੰਦਰਾਂ, ਗੁਰਦੁਆਰਿਆਂ ਤੇ ਸੂਫੀ ਮਜ਼ਾਰਾਂ ਦੇ ਰਾਹੀਂ ਉਹਦੇ ਇਤਿਹਾਸ ਨੂੰ ਦੇਖਣਾ ਤੇ ਸਾਨੂੰ ਦੱਸਣਾ। ਤੇ ਇਹ ਉਹਨਾਂ ਦਾ ਅੱਜ ਦਾ ਟੌਪਿਕ ਹੈ। ਇੱਕ ਬੜਾ ਅਨੋਖਾ ਤੇ ਨਿਵੇਕਲਾ ਤਰੀਕਾ, ਮੈਥਡ ਹੈ ਕਿ ਇਤਿਹਾਸ ਨੂੰ ਜਾਣਨ ਦਾ। ਔਰ ਬੇਸ਼ੱਕ ਉਹ ਲਾਹੌਰ ਬਾਰੇ ਸਾਨੂੰ ਦੱਸਣਗੇ, ਅਸੀਂ ਲਾਹੌਰ ਦੇ ਵਿੱਚੋਂ ਪੰਜਾਬ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਲਾਹੌਰ ਜਿਹੜਾ ਉਹ ਪੰਜਾਬ ਦੀ, ਸਾਂਝੇ ਪੰਜਾਬ ਦੀ ਰਾਜਧਾਨੀ ਜਿਹੜਾ, ਉਹਦੇ ਵਜੋਂ ਇਹਨੂੰ ਜਾਣਿਆ ਜਾਂਦਾ ਰਿਹਾ। ਤਾਂ ਮੇਰੇ ਜ਼ਿਹਨ ਦੇ ਵਿੱਚ ਲਾਹੌਰ ਬਾਰੇ ਜਦੋਂ ਅਸੀਂ ਲਾਹੌਰ ਦਾ ਨਾਂ ਲੈਂਦੇ ਹਾਂ ਤੇ ਕੁਛ ਗੱਲਾਂ ਆਉਂਦੀਆਂ ਜਿਹੜੀਆਂ ਅਸੀਂ ਇੱਧਰ ਲੋਕ ਜਾਣਦੇ ਹਾਂ। ਤੇ ਪਹਿਲੀ ਗੱਲ, ਪਹਿਲੀ ਜਾਣਕਾਰੀ ਮੇਰੇ ਜ਼ਿਹਨ ਵਿੱਚ ਹੈ, ਉਹ ਹੈ ਵੀ ਦਸਮ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਦੇ ਵਿੱਚ, ਜਿਹੜਾ ਉਹਦੇ ਵਿੱਚ ਉਹਨਾਂ ਨੇ ਆਟੋਬਾਇਓਗ੍ਰਾਫੀਕਲ ਆਪਣੀ ਚੀਜ਼ਾਂ ਲਿਖੀਆਂ, ਉਹਦੇ ਵਿੱਚ ਉਹਨਾਂ ਨੇ ਲਿਖਿਆ, ਸੀਸ ਸੁਤ ਬਹੁਰ ਪਏ ਦੋਏ ਰਾਜਾ, ਰਾਜ ਪਾਟ ਉਨਹੀ ਕੋ ਛਾਜਾ, ਮਦਰ ਦੇਸ ਇਸ ਵਰਜਾ ਬਰੀ ਜਬ, ਭਾਂਤ ਭਾਂਤ ਕੇ ਜਗ ਕੀਏ ਤਬ, ਤਹੀ ਤਿਨੇ ਬਾਬੇ, ਤਹੀ ਤਿਨੇ ਬਾਧੇ ਦੋਏ ਪੁਰਬਾ, ਏਕ ਕਸੂਰ ਦੁਤੀਆ ਲਾਹੌਰਬਾ। ਬਚਿੱਤਰ ਨਾਟਕ ਦੇ ਮੁਤਾਬਕ, ਜਾਂ ਬਚਿੱਤਰ ਨਾਟਕ ਦੀ ਗਵਾਹੀ ਦੇ ਮੁਤਾਬਕ, ਦੋ ਸ਼ਹਿਰ ਲਾਹੌਰ ਤੇ ਕਸੂਰ ਸੀਤਾ ਤੇ ਰਾਮਚੰਦਰ ਜੀ ਦੇ ਬੇਟੇ ਲਵ ਕੁਸ਼ ਨੇ ਵਸਾਏ। ਕਿਹਾ ਜਾਂਦਾ ਵੀ ਕੁਸ਼ ਨੇ ਕਸੂਰ ਵਸਾਇਆ ਤੇ ਲਵ ਨੇ ਲਾਹੌਰ ਵਸਾਇਆ। ਇਹ ਬਚਿੱਤਰ ਨਾਟਕ ਵਿੱਚ ਲਿਖਿਆ ਹੋਇਆ। ਔਰ ਮੈਂ ਇਹ ਵੀ ਕਿਤੇ ਪੜ੍ਹਿਆ ਕਿ ਜਿਹੜਾ ਸ਼ਾਹੀ ਕਿਲ੍ਹਾ ਆ, ਉਹਦੇ ਵਿੱਚ ਕੋਈ ਲਵ ਨਾਂ ਦਾ ਟੈਂਪਲ ਵੀ ਬਣਿਆ ਹੋਇਆ, ਲਵ ਟੈਂਪਲ।
ਇਹ ਕਿੰਨਾ ਕੁ ਸਹੀ ਹੈ ਗੱਲ, ਇਹ ਸਾਨੂੰ ਹਾਰੂਨ ਖਾਲਿਦ ਜੀ ਦੱਸਣਗੇ। ਤੇ ਇੱਕ ਹੋਰ ਬੜੀ ਅਜੀਬ ਤੇ ਵਿਚਿੱਤਰ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਕਿ ਜਿਸ ਵੇਲੇ ਈਸਟ ਇੰਡੀਆ ਹਿੰਦੁਸਤਾਨ ਵਿੱਚ ਆਈ, ਈਸਟ ਇੰਡੀਆ ਦੇ ਆਉਣ ਤੋਂ ਪਹਿਲਾਂ ਜਿਹੜੇ ਹਿੰਦੁਸਤਾਨ ਦੇ 4 ਸ਼ਹਿਰ ਜਿਹੜੇ ਆ, ਉਹ ਜਿਹੜੇ ਉਸ ਵੇਲੇ ਲੰਡਨ ਨਾਲੋਂ ਵੀ ਵੱਡੇ ਸ਼ਹਿਰ ਸੀਗੇ, ਉਹਨਾਂ ਸ਼ਹਿਰਾਂ ਵਿੱਚ ਲਾਹੌਰ ਵੀ ਸੀ। ਉਹ 4 ਸ਼ਹਿਰ ਜਿਹੜੇ ਸੀਗੇ, ਉਹ ਸੀਗੇ ਆਪਣੇ ਉਹਨਾਂ ਵਿੱਚ ਇੱਕ ਸ਼ਹਿਰ ਲਾਹੌਰ ਸੀ। ਲਾਹੌਰ, ਬਨਾਰਸ, ਵਿਜੈਨਗਰ ਤੇ ਉਜੈਨ। ਇਹ ਸ਼ਹਿਰ ਈਸਟ ਇੰਡੀਆ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਲੰਡਨ ਨਾਲੋਂ ਵੱਡੇ ਸ਼ਹਿਰ ਸੀਗੇ, ਔਰ ਇਹਨਾਂ ਵਿੱਚ ਕੋਈ ਵੀ ਜਿਹੜਾ ਸਮੁੰਦਰ ਦੇ ਕੰਢੇ ਤੇ ਨਹੀਂ ਸੀਗਾ। ਲੇਕਿਨ ਜਦੋਂ ਈਸਟ ਇੰਡੀਆ ਹਿੰਦੁਸਤਾਨ ਵਿੱਚ ਆਈ ਔਰ ਉਹਨਾਂ ਨੇ ਜਿਹੜੇ ਸ਼ਹਿਰਾਂ ਨੂੰ ਡਿਵੈਲਪ ਕੀਤਾ, ਉਹ ਸਾਰੇ ਸ਼ਹਿਰ ਜਿਹੜੇ ਆ ਉਹ ਸੀਗੇ ਜਿਹੜੇ ਸਮੁੰਦਰ ਦੇ ਕੰਢੇ ਤੇ ਸੀਗੇ। ਉਹਨਾਂ ਦੇ ਵਿੱਚ ਸੀਗੇ ਕਲਕੱਤਾ, ਮਦਰਾਸ, ਬੰਬੇ ਤੇ ਕਰਾਚੀ। ਔਰ ਪ੍ਰੋਫੈਸਰ ਓਬਰਾਏ, JPS ਓਬਰਾਏ, ਇੱਕ ਸੋਸ਼ੀਓਲੋਜਿਸਟ, ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਪਹਿਲੇ 4 ਸ਼ਹਿਰ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀ ਹਿਸਟਰੀ ਹੈ, ਲੇਕਿਨ ਉਹਦਾ ਫਿਊਚਰ ਨਹੀਂ ਹੈ। ਔਰ ਜਿਹੜੇ ਅੰਗਰੇਜ਼ਾਂ ਨੇ 4 ਸ਼ਹਿਰ ਡਿਵੈਲਪ ਕੀਤੇ, ਜਿਹੜੇ ਸਮੁੰਦਰਾਂ ਦੇ ਕੰਢਿਆਂ ਦੇ ਸੀਗੇ, ਇਹਨਾਂ ਦੀ ਹਿਸਟਰੀ ਨਹੀਂ ਹੈ, ਲੇਕਿਨ ਇਹਨਾਂ ਦਾ ਫਿਊਚਰ ਹੈ। ਤੇ ਅੱਜ ਅਸੀਂ ਉਸ ਲਾਹੌਰ ਦੀ ਹਿਸਟਰੀ ਜਾਣਾਂਗੇ ਹਾਰੂਨ ਖਾਲਿਦ ਜੀ ਤੋਂ। ਤੇ ਇੱਕ ਹੋਰ ਰੈਫਰੈਂਸ ਮੇਰੇ ਸਾਹਮਣੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਅਖੀਰ ਦੇ ਵਿੱਚ ਸ਼ਲੋਕ ਆਉਂਦੇ ਆ 12 ਤੇ ਵਧੀਕ। ਉਹਦੇ ਵਿੱਚ ਲਾਹੌਰ ਦਾ ਬੜਾ ਵਿਚਿੱਤਰ ਤਰੀਕੇ ਨਾਲ ਜ਼ਿਕਰ ਹੋਇਆ। ਉਹਦੇ ਵਿੱਚ ਇੱਕ ਸ਼ਲੋਕ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਖਿਆ। ਗੁਰੂ ਨਾਨਕ ਸਾਹਿਬ ਲਿਖਦੇ ਆ ਲਾਹੌਰ ਨੂੰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ। ਔਰ ਜਦੋਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਉਹਨਾਂ ਨੇ ਆਪਣੇ ਸ਼ਲੋਕਾਂ ਦੇ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਇਸ ਤਰ੍ਹਾਂ ਕੀਤਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਅੰਮ੍ਰਿਤਸਰ ਲਾਹੌਰ ਨੂੰ ਕਿਹਾ ਗਿਆ ਕਿ ਲਾਹੌਰ ਜਿਹੜਾ ਉਹ ਅੰਮ੍ਰਿਤ ਦਾ ਸਰ ਆ ਔਰ ਉਹ ਸਿਫਤੀ ਦਾ ਘਰ ਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਜਗ੍ਹਾ ਇਸ ਤਰ੍ਹਾਂ ਲਾਹੌਰ ਦਾ ਜ਼ਿਕਰ ਆਉਂਦਾ। ਤੇ ਇਹ ਕੁਛ ਜਾਣਕਾਰੀ ਹੈ ਜਿਹੜੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ। ਤੇ ਇੱਕ ਖਾਸ ਗੱਲ ਕਿ ਕਸੂਰ ਬਾਰੇ ਸਾਡੇ ਬਹੁਤ ਗਾਣਾ ਪ੍ਰਚਲਿਤ ਹੈ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਲੇਕਿਨ ਜਿਹੜਾ ਲਾਹੌਰ ਹੈ, ਇਹਦੇ ਬਾਰੇ ਅਸੀਂ ਪੰਜਾਬ ਵਿੱਚ ਇਹ ਸੁਣਦੇ ਹਾਂ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਔਰ ਸਾਡੇ ਤੇ ਇੱਕ ਬਹੁਤ ਵੱਡਾ ਇੱਕ ਤਰ੍ਹਾਂ ਦਾ ਮਿਹਣਾ ਹੀ ਆ ਵੀ ਮੈਂ ਹਾਲੇ ਲਾਹੌਰ ਨਹੀਂ ਦੇਖਿਆ, ਔਰ ਬਹੁਤ ਸਾਰੇ ਲੋਕਾਂ ਨੇ ਲਾਹੌਰ ਨਹੀਂ ਦੇਖਿਆ, ਤੇ ਉਹਦੇ ਹਿਸਾਬ ਨਾਲ ਅਸੀਂ ਤਾਂ ਹਾਲੇ ਜੰਮੇ ਹੀ ਨਹੀਂ ਹੈ। ਤੇ ਮੇਰਾ ਖਿਆਲ ਹੈ ਵੀ ਅੱਜ ਅਸੀਂ ਜਦੋਂ ਹਾਰੂਨ ਖਾਲਿਦ ਜੀ ਨੂੰ ਸੁਣਾਂਗੇ, ਉਹਨਾਂ ਦੇ ਕੋਲੋਂ ਲਾਹੌਰ ਦਾ ਇਤਿਹਾਸ ਸੁਣਾਂਗੇ, ਤੇ ਅਸੀਂ ਉਹਨਾਂ ਦੇ ਸ਼ਬਦਾਂ ਰਾਹੀਂ ਲਾਹੌਰ ਨੂੰ ਦੇਖ ਸਕਾਂਗੇ, ਤੇ ਸ਼ਾਇਦ ਅਸੀਂ ਵੀ ਜੰਮੇ ਹੋਏ ਆਪਣੇ ਆਪ ਨੂੰ ਸਮਝ ਲਵਾਂਗੇ। ਤੇ ਮੈਂ ਹੁਣ ਬੇਨਤੀ ਕਰਦਾ ਹਾਰੂਨ ਖਾਲਿਦ ਜੀ ਨੂੰ ਕਿ ਉਹ ਆਪਣਾ ਵਿਖਿਆਨ ਸ਼ੁਰੂ ਕਰਨ। ਹਾਂਜੀ, ਇੱਕ ਗੱਲ ਇਹ ਕਿ ਅੱਜ ਦਾ ਇਹ ਵਿਖਿਆਨ, ਅੱਜ ਦਾ ਇਹ ਲੈਕਚਰ ਅਸੀਂ ਡੈਡੀਕੇਟ ਕਰ ਰਹੇ ਹਾਂ ਲਾਹੌਰ ਸਿਟੀ ਆਫ ਲਵ, ਕਿਉਂਕਿ ਸਾਡੀ ਮਨੌਤ ਦੇ ਮੁਤਾਬਕ ਲਵ ਜੀ ਨੇ ਇਸ ਸ਼ਹਿਰ ਨੂੰ ਬਣਾਇਆ, ਉਹਨਾਂ ਨੇ ਉਸਾਰਿਆ। ਇਸ ਕਰਕੇ ਅਸੀਂ ਉਹਨਾਂ ਦੇ ਨਾਂ ਤੇ ਲਾਹੌਰ ਨੂੰ ਹੀ ਅੱਜ ਦਾ ਲੈਕਚਰ ਡੈਡੀਕੇਟ ਕਰ ਰਹੇ ਹਾਂ। ਹਾਂਜੀ, ਇਹਨਾਂ ਸ਼ਬਦਾਂ ਨਾਲ ਹੀ ਮੈਂ ਬੇਨਤੀ ਕਰਦਾ ਹਾਰੂਨ ਖਾਲਿਦ ਜੀ ਨੂੰ ਕਿ ਉਹ ਅੱਜ ਦਾ ਵਿਖਿਆਨ ਸ਼ੁਰੂ ਕਰਨ। ਜੀ ਸਰ, ਥੈਂਕ ਯੂ ਸੋ ਮਚ ਤਾਜ ਸਿੰਘ ਜੀ ਤੇ ਪੰਜਾਬ ਦਰਸ਼ਨ ਦਾ ਤੁਸੀਂ ਮੈਨੂੰ ਵੈਲਕਮ ਕੀਤਾ। ਮੇਰੇ ਵਾਸਤੇ ਇੱਕ ਬਹੁਤ ਵੱਡਾ ਆਨਰ ਹੈ ਕਿ ਅੱਜ ਮੈਂ ਆਪਣਾ ਕੰਮ ਤੇ ਆਪਣੀ ਰਿਸਰਚ ਪੇਸ਼ ਕਰਨ ਦੀ ਮੈਨੂੰ ਓਪਰਚੁਨਿਟੀ ਮਿਲ ਰਹੀ ਹੈ ਤੁਹਾਡੇ ਪਲੇਟਫਾਰਮ ਤੇ ਤੁਹਾਡੇ ਜਿੰਨੇ ਵੀ ਦਰਸ਼ਨ ਨੇ ਸਭ ਦਾ ਸ਼ੁਕਰੀਆ। ਤੁਸੀਂ ਟਿਊਨ ਇਨ ਕੀਤਾ ਤੇ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਲਾਹੌਰ ਦੇ ਬਾਰੇ 'ਚ, ਤੇ ਮੇਰਾ ਖਿਆਲ ਹੈ ਲੈਕਚਰ ਵੀ ਮੈਂ ਉੱਥੋਂ ਹੀ ਸ਼ੁਰੂ ਕਰਾਂਗਾ। ਲਾਹੌਰ ਦੀ ਬਿਲਕੁਲ ਜਿਹੜੀ ਸਟੋਰੀ ਹੈ ਉਹ ਲਵ ਦੇ ਨਾਲ ਹੀ ਜੁੜਦੀ ਹੈ। ਮੇਰੇ ਨਾਲ ਮੈਂ ਥੋੜੀ ਛੋਟੀ ਜਿਹੀ ਆਪਣੀ ਇੱਕ ਪਿਕਟੋਰੀਅਲ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ, ਤੇ ਮੈਂ ਤੁਹਾਨੂੰ ਪ੍ਰੈਜੈਂਟੇਸ਼ਨ ਲੈਕਚਰ ਦੇ ਨਾਲ ਸਾਰੀ ਮੁਖਤਲਿਫ ਜਿਹੜੀ ਪਿਕਚਰਸ ਨੇ ਉਹ ਸ਼ੋਅ ਕਰਾਂਗਾ। ਅਗਰ ਇਜਾਜ਼ਤ ਹੈ ਮੈਂ ਕੋਸ਼ਿਸ਼ ਕਰਦਾ ਸ਼ੇਅਰ ਸਕਰੀਨ। ਸੋ ਤੁਸੀਂ ਅਗਰ ਮੈਨੂੰ ਅਲਾਓ ਕਰ ਦਿਓ ਸ਼ੇਅਰ ਸਕਰੀਨ ਕਰਨਾ। ਉਹ ਸਰ ਅਸਲ 'ਚ ਜ਼ੂਮ 'ਚ ਨਾ ਮੈਂ ਉਹ ਜ਼ੂਮ 'ਚ ਅਲਾਓ ਨਹੀਂ ਕਰ ਰਿਹਾ, ਉਹ ਕਹਿ ਰਿਹਾ ਹੋਸਟ ਡਿਸੇਬਲਡ ਪਾਰਟਿਸਿਪੈਂਟ ਸਕਰੀਨ ਸ਼ੇਅਰਿੰਗ।
ਤੁਸੀਂ मेरा ख्याल है मैंने परमिशन उतो देनी पड़ेगी या कोई इस तरह हाँ जी, हाँ जी, कर ਦਿੱਤਾ ਜੀ जी ਅਸੀਂ। अच्छा हो गया सर जी जी बिल्कुल अच्छा जी जी सर मेरा ख्याल है नजर आ रही है ना उन प्लेटफॉर्म प्रेजेंटेशन नहीं नहीं, नज़र नहीं आ रही जी। नहीं आ रही सर हाँ, नहीं, ब्लैक आउट हो गया जी स्क्रीन। जी सर नहीं मैं फिर एक बार ट्राई करता जी सर कोई हुई है नजर आई है स्क्रीन नहीं नहीं जी, नहीं। एक सेकंड से जरा हाँ, ਹੁਣ ਹੋਈ ਸੀ। चलो ठीक है सर होगी सर आ रही है ना फिर हट गई, फिर हट गई। ओह, अच्छा जी सर नहीं सर आ रही नहीं, हले नहीं आ रही। 1 मिनट कर रहे हैं जी मेरे ख्याल कुछ ना। अच्छा हाँ जी, ਹੁਣ ਹੋਈ ਸ਼ੁਰੂ। हाँ जी, हाँ जी। ਅੱਛਾ ਜੀ ਚਲੋ ਸਰ ਅਸੀਂ ਸ਼ੁਰੂ ਕਰਦੇ ਹਾਂ ਤੇ ਜਿਹੜਾ ਅੱਜ ਦਾ ਮੈਂ ਲੈਕਚਰ ਹੈ ਇਹਦਾ ਨਾਮ ਲਿਖਿਆ ਸੀ ਐਕਸਪਲੋਰਿੰਗ ਲਾਹੌਰਸ ਹਿਸਟਰੀ ਥਰੂ ਟੈਂਪਲਸ ਗੁਰਦੁਆਰਾਸ ਐਂਡ ਸੂਫੀ ਸ਼ਰਾਈਨਸ हाँ जी। ਜਿਹੜਾ ਮੇਰਾ ਮੋਸਟਲੀ ਕੰਮ ਹੈ ਉਹ ਲਾਹੌਰ ਦੀ ਤਾਰੀਖ ਤੇ ਈਵਨ ਸਿਆਸੀ ਤਾਰੀਖ ਦੇ ਉੱਤੇ ਹੈ ਪਰ ਮੇਰਾ ਜਿਹੜਾ ਆਪਣਾ ਜਿਹੜਾ ਮੰਨਣਾ ਹੈ ਕਿ ਅਸੀਂ ਅਗਰ ਲਾਹੌਰ ਦੇ ਰਿਲੀਜੀਅਸ ਸਪੇਸਿਸ ਨੂੰ ਅਗਰ ਸਟੱਡੀ ਕਰੀਏ ਤਾਂ ਸਾਨੂੰ ਲਾਹੌਰ ਦੀ ਬੜੀ ਇੱਕ ਅੱਛੀ ਸਾਨੂੰ ਹਿਸਟਰੀ ਦਾ ਇੱਕ ਆਈਡੀਆ ਹੋ ਜਾਂਦਾ ਹੈ ਕਿਉਂਕਿ ਅੱਜ ਆਫ ਕੋਰਸ ਅਸੀਂ ਇੱਕ ਮਾਡਰਨ ਵਰਲਡ ਦੇ ਪ੍ਰੋਡਕਟਸ ਹਾਂ ਤੇ ਅਸੀਂ ਰਿਲੀਜਨ ਨੂੰ ਤੇ ਅਸੀਂ ਸੋਸਾਇਟੀ ਨੂੰ ਕਮਿਊਨਿਟੀ ਨੂੰ ਸੈਪਰੇਟ ਕਰਦੇ ਹਾਂ ਜਿਹੜਾ ਇੱਕ ਪੂਰਾ ਇੱਕ ਸੈਕੂਲਰਿਜ਼ਮ ਦਾ ਸਾਡਾ ਇੱਕ ਨੋਸ਼ਨ ਹੈ ਪਰ ਬੜੇ ਸਗੀਰ ਦੀ ਤਾਰੀਖ ਸਬ ਕੰਟੀਨੈਂਟ ਦੀ ਤਾਰੀਖ ਜਿਹੜੀ ਹੈ ਥੋੜੀ ਮੁxtਲਫ ਹੈ ਇੱਥੇ ਰਿਲੀਜਨ ਸਾਡੇ ਕਲਚਰ ਸਾਡੀ ਪੋਲਿਟਿਕਸ ਦਾ ਬੜਾ ਇੱਕ ਗਹਿਰਾ ਤਾਲੁਕ ਰਿਹਾ ਆਪਸ ਚ ਤੇ ਉਸੀ ਕਨੈਕਸ਼ਨ ਨੂੰ ਐਕਸਪਲੋਰ ਕਰਦੇ ਹੋਏ ਅਸੀਂ ਲਾਹੌਰ ਦੀ ਤਾਰੀਖ ਦੀ ਗੱਲ ਕਰਾਂਗੇ ਅਵਤਾਰ ਸਿੰਘ ਜੀ ਤੁਸੀਂ ਮੈਂਸ਼ਨ ਕੀਤਾ ਕਿ ਲਾਹੌਰ ਦੀ ਜਿਹੜੀ ਤਾਰੀਖ ਹੈ ਉਹ ਤੁਸੀਂ ਲਾਹੌਰ ਦੀ ਤਾਰੀਖ ਨੂੰ ਸਟੱਡੀ ਕਰੋ ਤਾਂ ਤੁਹਾਨੂੰ ਪੰਜਾਬ ਦੀ ਤਾਰੀਖ ਦਾ ਬੜਾ ਇੱਕ ਅੱਛਾ ਇੱਕ ਆਈਡੀਆ ਹੋ ਜਾਂਦਾ ਹੈ ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਕਰਾਂਗਾ ਬਲਕਿ ਮੈਂ ਇਹਨੂੰ ਇੱਕ ਸਟੈਪ ਅੱਗੇ ਲੈ ਕੇ ਚਲਾਂਗਾ ਤੇ ਮੈਂ ਕਹਾਂਗਾ ਕਿ ਲਾਹੌਰ ਦੀ ਜਿਹੜੀ ਤਾਰੀਖ ਹੈ ਉਹ ਤੁਹਾਨੂੰ ਬਲਕਿ ਪੂਰੇ ਹਿੰਦੁਸਤਾਨ ਦੀ ਜਿਹੜੀ ਤਾਰੀਖ ਹੈ ਉਹਦਾ ਤੁਹਾਨੂੰ ਇੱਕ ਬੜਾ ਇੱਕ ਅੱਛਾ ਇੱਕ ਆਈਡੀਆ ਹੋ ਜਾਂਦਾ ਹੈ ਜਿਹੜੀ ਸਪੈਸ਼ਲੀ ਜਿਹੜੀ ਨਾਰਥ ਇੰਡੀਆ ਦੀ ਤਾਰੀਖ ਹੈ ਮੇਰੀ ਜਿਹੜੀ ਕਿਤਾਬ ਹੈ ਇਮੇਜਿਨਿੰਗ ਲਾਹੌਰ ਆਫ ਕੋਰਸ ਉਹ ਫੋਕਸ ਕਰਦੀ ਹੈ ਸਿਰਫ ਲਾਹੌਰ ਦੇ ਉੱਤੇ ਬਟ ਤੁਸੀਂ ਅਗਰ ਉਹ ਕਿਤਾਬ ਪੜ੍ਹੋ ਤੇ ਉਹਦੀ ਪੂਰੀ ਲਾਹੌਰ ਦੀ ਪੂਰੀ ਤਾਰੀਖ ਦੇ ਨਾਲ ਪੂਰੇ ਬਰੇ ਸਗੀਰ ਦੀ ਪੂਰੇ ਹਿੰਦੁਸਤਾਨ ਦੀ ਨਾਰਥ ਇੰਡੀਆ ਦੀ ਤਾਰੀਖ ਜਿਹੜੀ ਹੈ ਉਹ ਜੁੜੀ ਹੋਈ ਹੈ ਅਸੀਂ ਇਸ ਤਰ੍ਹਾਂ ਅਸੀਂ ਸ਼ੁਰੂ ਕਰਾਂਗੇ ਜੀ ਇਹ ਜਿਹੜੀ ਪਹਿਲੀ ਤੁਹਾਨੂੰ ਮੈਂ ਪਿਕਚਰ ਵਿਖਾ ਰਿਹਾ ਹੈ ਅਵਤਾਰ ਸਿੰਘ ਜੀ ਨੇ ਵੀ ਇਹਦੀ ਗੱਲ ਕੀਤੀ ਹੈ ਟੈਂਪਲ ਆਫ ਲਵ ਹੈ ਟੈਂਪਲ ਆਫ ਲਾਵਾ ਇਹ ਲਾਹੌਰ ਫੋਰਟ ਦੇ ਅੰਦਰ ਹੈ ਅੱਜ ਵੀ ਛੋਟੇ ਜਿਹੇ ਇੱਕ ਇਮਾਰਤ ਹੈ ਤੇ ਬਿਲਕੁਲ ਇੱਕ ਪ੍ਰੋਟੈਕਟਡ ਜੀ ਇਮਾਰਤ ਹੈ ਕੋਨੇ 'ਚ ਹੈ ਬਹੁਤ ਕੋਈ ਟੂਰਿਸਟ ਡੈਸਟੀਨੇਸ਼ਨ ਨਹੀਂ ਹੈ ਇਹ ਜਿਹੜੀ ਬਿਲਡਿੰਗ ਹੈ ਆਫ ਕੋਰਸ ਬਹੁਤ ਪੁਰਾਣੀ ਨਹੀਂ ਹੈ ਇਹਦੇ ਬਾਰੇ ਜਿਹੜੀ ਆਰਕੀਟੈਕਚਰਲ ਜਿਹੜੇ ਐਕਸਪਰਟਸ ਨੇ ਉਹ ਕਹਿੰਦੇ ਨੇ ਕਿ ਇਹ 1600s ਜਾਂ ਅਕਬਰ ਦੇ ਟਾਈਮ ਦੀ ਜਿਹੜੀ ਹੈ ਉਹ ਬਿਲਡਿੰਗ ਹੈ ਤੇ ਬਟ ਇਸ ਬਿਲਡਿੰਗ ਦੀ ਸਿੰਬੋਲਿਕ ਸਿਗਨੀਫੀਕੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਕਹਾ ਜਾਂਦਾ ਹੈ ਕਿ ਲਾਹੌਰ ਦਾ ਜਿਹੜੀ ਫਾਊਂਡੇਸ਼ਨ ਹੈ ਉਹ ਲਾਵਾ ਉਹ ਲਵ ਜਿਹੜੇ ਰਾਮ ਜੀ ਦੇ ਵਨ ਆਫ ਦ ਟਵਿਨ ਸਨਸ ਉਹਨਾਂ ਨੇ ਰੱਖੀ ਇੱਕ ਪੂਰੀ ਲਾਹੌਰ ਦੇ ਬਾਰੇ ਚ ਇੱਕ ਤਾਰੀਖ ਦੱਸੀ ਜਾਂਦੀ ਹੈ ਉਹ ਤਾਰੀਖ ਦਾ ਹਿੱਸਾ ਇਹ ਹੈ ਕਿ ਜਿਹੜੇ ਵਾਲਮੀਕੀ ਦਾ ਜਿਹੜਾ ਆਸ਼ਰਮ ਸੀ ਉਹ ਰਾਵੀ ਦੇ ਕੋਲ ਉਹਨਾਂ ਦਾ ਆਸ਼ਰਮ ਸੀ ਤੇ ਇੱਥੇ ਜਦੋਂ ਮਾਤਾ ਸੀਤਾ ਦਾ ਜਦੋਂ ਉਹਨਾਂ ਤੋਂ ਐਕਸੋਡਸ ਹੋਇਆ ਉਹ ਇੱਥੇ ਆ ਕੇ ਉਹਨਾਂ ਨੂੰ ਰਿਫਿਊਜ ਮਿਲਿਆ ਇੱਥੇ ਉਹਨਾਂ ਦੇ ਟਵਿਨ ਸਨਸ ਪੈਦਾ ਹੋਏ ਲਵ ਤੇ ਕੁਸ਼ ਨੇ ਜਿਹੜਾ ਹੈ ਉਹ ਕਸੂਰ ਸ਼ਹਿਰ ਫਾਰਮ ਕੀਤਾ ਤੇ ਲਵ ਨੇ ਆਫ ਕੋਰਸ ਟੈਂਪਲ ਆਫ ਲਾਹੌਰ ਜਿਹੜਾ ਹੈ ਫਾਰਮ ਕੀਤਾ ਇੱਕ ਜਿਹੜੀ ਬੜੀ ਇੰਟਰਸਟਿੰਗ ਗੱਲ ਹੈ ਕਿਉਂਕਿ ਇਹ ਐਗਜ਼ਿਸਟ ਕਰਦਾ ਹੈ ਲਾਹੌਰ ਫੋਰਟ ਦੇ ਅੰਦਰ ਤੇ ਲਾਹੌਰ ਫੋਰਟ ਹੁਣ ਤੇ ਆਫ ਕੋਰਸ ਰਾਵੀ ਜਿਹੜਾ ਹੈ ਉਹ ਪਿੱਛੇ ਕਿਉਂਕਿ ਪੰਜਾਬ ਦੇ ਜਿਹੜੇ ਰਿਵਰਸ ਨੇ ਉਹ ਬਹੁਤ ਜ਼ਿਆਦਾ ਆਸੋਲੇਟ ਕਰਦੇ ਸਨ ਅਜੇ ਵੀ ਕਰਦੇ ਨੇ ਕਿਉਂਕਿ ਪੂਰਾ ਇੱਕ ਪਲੇਨ ਹੈ
पर एक जमाने च जेड़ा रावी सी ਉਹ ਬਿਲਕੁਲ ਲਾਹੌਰ ਫੋਰਟ ਤੇ ਕਿਲੇ ਦੇ ਬਿਲਕੁਲ ਨਾਲ ਜਿਹੜਾ ਫਲੋ ਕਰਦਾ ਸੀ ਹੁਣ ਆਫ ਕੋਰਸ ਨਹੀਂ ਕਰਦਾ ਤੇ ਜਿਹੜਾ ਲਾਹੌਰ ਫੋਰਟ ਦਾ ਜਿਹੜਾ ਕਿਲਾ ਹੈ ਉਹ ਵੀ ਇੱਕ ਟਿੱਬੇ ਦੇ ਉੱਤੇ ਜਿਹੜਾ ਹੈ ਉਹ ਸਿਚੁਏਟਡ ਹੈ ਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ਾਇਦ ਲਾਹੌਰ ਦਾ ਇੱਕ ਹਾਈਐਸਟ ਪੁਆਇੰਟ ਹੈ ਤੇ ਆਫ ਕੋਰਸ ਇਹਦੇ ਬਾਰੇ ਚ ਜ਼ਿਆਦਾ ਇਹਦੇ ਤੇ ਹੁਣ ਇੰਨਾ ਕੰਮ ਨਹੀਂ ਹੋ ਰਿਹਾ ਬਟ ਅਗਰ ਅਸੀਂ ਇੱਕ ਐਨਾਲਿਸਿਸ ਕਰੀਏ ਜਾਂ ਅਸੀਂ ਅਗਰ ਇੱਕ ਹਾਈਪੋਥੇਸਿਸ ਕਰੀਏ ਕਿ ਸ਼ਾਇਦ ਉਹ ਲਾਹੌਰ ਦਾ ਉਸ ਇਲਾਕੇ ਦਾ ਸਭ ਤੋਂ ਪੁਰਾਣਾ ਇਲਾਕਾ ਉਹੀ ਹੋਏਗਾ ਕਿਉਂਕਿ ਜਿਹੜਾ ਦਰਿਆ ਦੇ ਕੋਲ ਜਿਹੜਾ ਸਭ ਤੋਂ ਹਾਈਐਸਟ ਟਿੱਬਾ ਸੀ ਉੱਥੇ ਟੈਂਪਲ ਦੇ ਉੱਥੇ ਪੂਰਾ ਇੱਕ ਫੋਰਟ ਜਿਹੜਾ ਹੈ ਉਹ ਸਿਚੁਏਟਡ ਹੈ ਤੇ ਅਗਰ ਲਾਹੌਰ ਦੀ ਸ਼ਾਇਦ ਜਿਹੜੀ ਤਾਰੀਖ ਹੈ ਉਹ ਸ਼ਾਇਦ ਇਸੀ ਇਲਾਕੇ ਤੋਂ ਸ਼ੁਰੂ ਹੁੰਦੀ ਹੈ ਪਰ ਅਗਲਾ ਜਿਹੜਾ ਮੈਂ ਤੁਹਾਨੂੰ ਮੌਜ਼ੂਮ ਸ਼ੋ ਕਰ ਰਿਹਾ ਹਾਂ ਉਹ ਹੈ ਮਲਕ ਅਯਾਜ਼ ਦਾ ਮਲਕ ਅਯਾਜ਼ ਜਿਹੜਾ ਹੈ ਉਹ ਬੜਾ ਇੱਕ ਇੰਟਰਸਟਿੰਗ ਤੇ ਬੜਾ ਇੱਕ ਮਸ਼ਹੂਰ ਕੈਰੈਕਟਰ ਹੈ ਹਿਸਟਰੀ 'ਚ ਮਲਕ ਅਯਾਜ਼ ਜਿਹੜਾ ਹੈ ਲਾਹੌਰ ਦਾ ਗਵਰਨਰ ਤੋਂ ਮਸ਼ਹੂਰ ਸੀ ਤੇ ਮਹਿਮੂਦ ਗਜ਼ਨਵੀ ਦੇ ਟਾਈਮ ਦਾ ਇਹ ਗਵਰਨਰ ਸੀ ਆਫ ਕੋਰਸ ਜਿਹੜੀ ਤਾਰੀਖ ਬੰਦੀ ਹੈ ਅਰਾਊਂਡ 1000 years so ਮਹਿਮੂਦ ਗਜ਼ਨਵੀ ਦਾ ਟਾਈਮ ਮਹਿਮੂਦ ਗਜ਼ਨਵੀ ਹੁਣ ਆਫ ਕੋਰਸ ਇੰਡੀਆ ਦੀ ਤਾਰੀਖ ਦੇ ਅੰਦਰ ਇੱਕ ਬਹੁਤ ਇੱਕ ਲਾਈਕਡ ਫਿਗਰ ਨਹੀਂ ਹੈ ਕਿਉਂਕਿ ਉਹਨੂੰ ਇੱਕ ਫੋਰਨ ਇਨਵੇਡਰ ਤੇ ਮੁਸਲਿਮ ਇਨਵੇਡਰ ਦੇ ਤੌਰ ਤੇ ਜਿਹੜਾ ਹੈ ਸਪੈਸ਼ਲੀ ਇਹਨੂੰ ਇੱਕ ਕਲੋਨੀਅਲ ਟਾਈਮ ਦੇ ਵਿੱਚ ਉਹਨੂੰ ਇੱਕ ਸ਼ੋ ਕੀਤਾ ਗਿਆ ਤੇ ਆਫ ਕੋਰਸ ਪੂਰੀ ਉਹਦੀ ਇੱਕ ਤਾਰੀਖ ਹੈ ਪਰ ਮੈਂ ਉਹਦੀ ਅਗਰ ਮੈਂ ਲਾਹੌਰ ਦੇ ਤਾਰੀਖ ਦੇ ਨਾਲ ਗੱਲ ਕਰਾਂ ਤੇ ਲਾਹੌਰ ਆਫ ਕੋਰਸ ਇੱਕ ਮੈਥੋਲੋਜੀਕਲ ਓਰੀਜਨ ਤੇ ਲਾਹੌਰ ਦਾ ਹੈ ਜਿਹੜਾ ਅਸੀਂ ਜੋੜਦੇ ਹਾਂ ਵਾਲਮੀਕੀ ਦੇ ਨਾਲ ਤੇ ਲਵ ਦੇ ਨਾਲ ਬਟ ਲਾਹੌਰ ਅਗਰ ਹਿਸਟੋਰੀਕਲੀ ਗੱਲ ਕਰੀਏ ਤੇ ਲਾਹੌਰ ਜਿਹੜਾ ਪਹਿਲੀ ਵਾਰ ਲਾਹੌਰ ਇੱਕ ਸਿਟੀ ਜਦੋਂ ਇੱਕ ਇਮਰਜ ਹੁੰਦੀ ਹੈ ਉਹ ਮਹਿਮੂਦ ਗਜ਼ਨਵੀ ਦੇ ਟਾਈਮ 'ਚ ਇਮਰਜ ਹੁੰਦੀ ਹੈ ਉਸ ਤੋਂ ਪਹਿਲੇ ਸਾਨੂੰ ਲਾਹੌਰ ਦੇ ਰੈਫਰੈਂਸਸ ਮਿਲਦੇ ਨੇ ਪਰ ਉਹ ਇੱਕ ਛੋਟਾ ਜਿਹਾ ਪਿੰਡ ਜਾਂ ਛੋਟਾ ਜਿਹਾ ਇੱਕ ਬਸਤੀ ਦੇ ਨਾਂ ਤੋਂ ਉਹਦਾ ਇੱਕ ਐਸੋਸੀਏਸ਼ਨ ਹੁੰਦੀ ਹੈ ਥੋੜਾ ਜਿਹਾ ਕੰਜੈਕਚਰ ਵੀ ਹੈ ਕਿ ਇਹ ਜਿਹੜਾ ਨਾਂ ਹੈ ਲਾਹੌਰ ਦਾ ਸੀ ਜਾਂ ਕਿਸੇ ਹੋਰ ਦਾ ਸੀ ਕਿਸੇ ਹੋਰ ਇਲਾਕੇ ਦਾ ਸੀ ਪਰ ਇੱਕ ਜਿਹੜਾ ਪੂਰਾ ਇੱਕ ਪ੍ਰੋਪਰ ਜਿਹੜਾ ਅਸੀਂ ਹੁਣ ਵਰਲਡ ਸਿਟੀ ਨੂੰ ਸਮਝਦੇ ਹਾਂ ਜਿਹੜਾ ਲਾਹੌਰ ਹੈ ਪੁਰਾਣਾ ਲਾਹੌਰ ਹੈ ਉਹ ਇਮਰਜ ਕਰਦਾ ਹੈ ਮਹਿਮੂਦ ਗਜ਼ਨਵੀ ਦੇ ਟਾਈਮ ਤੋਂ ਜਦੋਂ ਮਲਕ ਅਯਾਜ਼ ਨੂੰ ਇੱਥੇ ਲਾਹੌਰ ਦਾ ਗਵਰਨਰ ਬਣਾਇਆ ਗਿਆ ਤੇ ਉਸ ਦੇ ਟਾਈਮ 'ਚ ਲਾਹੌਰ ਦਾ ਜਿਹੜਾ ਹੈ ਇੱਕ ਵਾਲ ਸਿਟੀ ਜਿਹੜੀ ਕੰਟੈਂਪਰੇਰੀ ਵਾਲ ਸਿਟੀ ਹੈ ਉਹ ਇਮਰਜ ਕਰਦੀ ਹੈ ਲਾਹੌਰ ਦੀ ਜਿਹੜੀ ਸਭ ਤੋਂ ਪੁਰਾਣੀ ਇਮਾਰਤਾਂ ਹੈ ਉਹ ਇਸੇ ਟਾਈਮ ਪੀਰੀਅਡ ਤੇ ਹਨ ਇਹ ਮਲਕ ਅਯਾਜ਼ ਦਾ ਇੱਕ ਮੌਜ਼ੀਅਮ ਹੋ ਗਿਆ ਜਿਹੜਾ ਸ਼ਾਲਮੀ 'ਚ ਐਗਜ਼ਿਸਟ ਕਰਦਾ ਹੈ ਤੇ ਦਾਦਾ ਦਰਬਾਰ ਜਿਹੜਾ ਬੜਾ ਮਸ਼ਹੂਰ ਇੱਕ ਸ਼ਰਾਈਨ ਹੈ ਉਹਦੀ ਵੀ ਮੈਂ ਗੱਲ ਕਰਾਂਗਾ ਥੋੜੀ ਦੇਰ ਬਾਅਦ ਉਹ ਵੀ ਜਿਹੜਾ ਹੈ ਉਸੇ ਟਾਈਮ ਦਾ ਹੈ ਅੱਛਾ ਮਲਕ ਅਯਾਜ਼ ਜਿਹੜਾ ਹੈ ਇੱਕ ਹੋਰ ਬੜਾ ਇੰਟਰਸਟਿੰਗ ਫਿਗਰ ਹੈ ਕਿਉਂਕਿ ਬਹੁਤ ਸੀਆਂ ਸਟੋਰੀਜ਼ ਜੁੜੀਆਂ ਜਾਂਦੀਆਂ ਨੇ ਮਲਕ ਅਯਾਜ਼ ਦੀ ਤੇ ਮਹਿਮੂਦ ਗਜ਼ਨਵੀ ਦੀ ਇਹਨਾਂ ਦੇ ਵਿੱਚ ਤਕਰੀਬਨ ਇੱਕ ਰੋਮਾਂਟਿਕ ਜਿਹੜਾ ਹੈ ਉਹ ਰਿਲੇਸ਼ਨਸ਼ਿਪ ਐਗਜ਼ਿਸਟ ਲੋਕ ਕਹਿੰਦੇ ਨੇ ਕਿ ਰੋਮਾਂਟਿਕ ਰਿਲੇਸ਼ਨਸ਼ਿਪ ਸੀ ਇੱਕ ਹੋਮੋਸੈਕਸ਼ੂਅਲ ਰਿਲੇਸ਼ਨਸ਼ਿਪ ਸੀ ਤੇ ਉਹ ਵੀ ਬੜਾ ਇੱਕ ਇੰਟਰਸਟਿੰਗ ਹੈ ਕਿ ਅਸਲ 'ਚ ਅਗਰ ਤਾਰੀਖੀ ਤੌਰ 'ਚ ਵੇਖੀਏ ਤਾਂ ਸ਼ਾਇਦ ਮਹਿਮੂਦ ਗਜ਼ਨਵੀ ਦੀ ਮਲਕ ਅਯਾਜ਼ ਦੀ ਆਪਸ 'ਚ ਕਦੀ ਮੁਲਾਕਾਤ ਵੀ ਨਹੀਂ ਹੋਈ ਬਟ ਟਾਈਮ ਦੇ ਨਾਲ ਇਹਨਾਂ ਦਾ ਆਪਸ 'ਚ ਇੱਕ ਜਿਹੜਾ ਰਿਲੇਸ਼ਨਸ਼ਿਪ ਸੀ ਉਹ ਇੱਕ ਸਿੰਬਲ ਬਣ ਜਾਂਦਾ ਹੈ ਮਲਕ ਅਯਾਜ਼ ਸਿੰਬਲ ਬਣਦਾ ਹੈ ਇੱਕ ਸਲੇਵ ਦਾ ਇੱਕ ਸਰਵੈਂਟ ਦਾ ਇੱਕ ਨੌਕਰ ਦਾ ਤੇ ਮਹਿਮੂਦ ਗਜ਼ਨਵੀ ਜਿਹੜਾ ਹੈ ਉਹ ਸਿੰਬਲ ਬਣਦਾ ਹੈ ਕਿੰਗ ਦਾ ਤੇ ਇੱਕ ਬੜਾ ਪਾਵਰਫੁਲ ਸਿੰਬਲ ਹੈ ਇਹਨੂੰ ਫਿਰ ਪਰਸ਼ੀਅਨ ਪੋਇਟਰੀ ਦੇ ਅੰਦਰ ਮਲਕ ਅਯਾਜ਼ ਤੇ ਮਹਿਮੂਦ ਗਜ਼ਨਵੀ ਇੱਕ ਸਿੰਬਲ ਬਣਦੇ ਨੇ ਡਿਵੋਟੀ ਦੇ ਤੇ ਡਿਵਾਈਨ ਦੇ ਬੜਾ ਸਿਮਿਲਰ ਤੁਸੀਂ ਅਗਰ ਤੁਸੀਂ ਵੇਖੋ ਹੀਰ ਰਾਂਝਾ ਦਾ ਸਿੰਬਲ ਹੈ ਉਹ ਵੀ ਰਾਂਝਾ ਜਿਹੜਾ ਹੈ ਉਹ ਸਿੰਬਲਾਈਜ਼ ਕਰਦਾ ਹੈ ਖੁਦਾ ਨੂੰ ਡਿਵਾਈਨ ਨੂੰ ਤੇ ਹੀ ਜਿਹੜੀ ਹੈ ਉਹ ਸਿੰਬਲਾਈਜ਼ ਕਰਦੀ ਹੈ ਡਿਵੋਟੀ ਨੂੰ ਇਸੇ ਤਰ੍ਹਾਂ ਪਰਸ਼ੀਅਨ ਪੋਇਟਰੀ ਦੇ ਅੰਦਰ ਅਯਾਜ਼ ਤੇ ਮਹਿਮੂਦ ਗਜ਼ਨਵੀ ਜਿਹੜੇ ਹਨ ਉਹ ਸਿੰਬਲ ਬਣ ਗਏ ਸਨ ਗਜ਼ਨਵੀ ਸਿੰਬਲ ਬਣਦਾ ਹੈ ਡਿਵਾਈਨ ਦਾ ਤੇ ਅਯਾਜ਼ ਜਿਹੜਾ ਹੈ ਉਹ ਸਿੰਬਲ ਬਣਦਾ ਹੈ ਡਿਵੋਟੀ ਦਾ ਤੇ ਅਯਾਜ਼ ਦੀ ਜਿਹੜੀ ਡਿਵੋਸ਼ਨ ਸੀ ਟੁਵਰਡਸ ਮਹਿਮੂਦ ਗਜ਼ਨਵੀ ਉਹ ਉਸੇ ਤਰੀਕੇ 'ਚ ਉਹਦੀ ਬਾਰੇ 'ਚ ਗੱਲ ਕੀਤੀ ਜਾਂਦੀ ਹੈ ਜਿਵੇਂ ਹੀਰ ਦੀ ਡਿਵੋਸ਼ਨ ਸੀ ਰਾਂਝੇ ਦੀ ਜਾਂ ਜਿਵੇਂ ਰਾਧਾ ਦੀ ਡਿਵੋਸ਼ਨ ਹੁੰਦੀ ਹੈ ਕ੍ਰਿਸ਼ਨ ਜੀ ਇਸ ਤਰ੍ਹਾਂ ਇੱਕ ਬੜਾ ਇੱਕ ਇੰਟਰਸਟਿੰਗ ਫਿਗਰ ਹੈ ਕਿ ਤਾਰੀਖੀ ਤੌਰ ਤੇ ਸ਼ਾਇਦ ਮਲਕ ਅਯਾਜ਼ ਦੀ ਸਭ ਤੋਂ ਵੱਡੀ ਜਿਹੜੀ ਇੱਕ ਇੰਪੋਰਟੈਂਸ ਹੈ ਕਿ ਉਹਨੇ ਲਾਹੌਰ ਵਾਲ ਸਿਟੀ ਦੀ ਬੁਨਿਆਦ ਰੱਖੀ ਜਾਂ ਉਹਨੂੰ ਡਿਵੈਲਪ ਕੀਤਾ ਬਟ ਲਿਟਰਰੀ ਪੁਆਇੰਟ ਆਫ ਵਿਊ ਨਾਲ ਜਾਂ ਕਲਚਰਲ ਪੁਆਇੰਟ ਆਫ ਵਿਊ ਨਾਲ ਮਲਕ ਅਯਾਜ਼ ਦੀ ਸਿਗਨੀਫਿਕੈਂਸ ਬਹੁਤ ਜ਼ਿਆਦਾ ਹੈ ਕਿਉਂਕਿ ਉਹਦੀ ਇੱਕ ਰੋਮਾਂਟਿਕ ਐਸੋਸੀਏਸ਼ਨ ਬਣ ਜਾਂਦੀ ਹੈ ਮਹਿਮੂਦ ਗਜ਼ਨਵੀ ਦੇ ਨਾਲ ਤੇ ਇੱਕ ਪੋਇਟਿਕ ਸਿੰਬਲ ਹੈ ਕਲਚਰਲ ਸਿੰਬਲ ਹੈ ਇੱਕ ਰਿਲੀਜੀਅਸ ਸਿੰਬਲ ਹੈ ਤੇ ਇੱਕ ਈਵਨ ਮੁਹੰਮਦ ਇਲਾਮਾ ਇਕਬਾਲ ਨੇ ਵੀ ਇਹਨੂੰ ਆਪਣੀ ਪੋਇਟਰੀ 'ਚ ਇਸਤੇਮਾਲ ਕੀਤਾ ਹੈ ਮੌਲਾਨਾ ਰੂਮੀ ਨੇ ਵੀ ਇਹਨੂੰ ਆਪਣੀ ਪੋਇਟਰੀ 'ਚ ਇਸਤੇਮਾਲ ਕੀਤਾ ਤੇ ਬੜਾ ਇੱਕ ਇੰਟਰਸਟਿੰਗ ਉਸ ਵਾਲੇ ਨਾਲ ਫਿਗਰ ਹੈ ਤੇ ਇਹਦਾ ਜਿਹੜਾ ਮੌਜ਼ੀਅਮ ਹੈ ਉਹ ਵੀ ਬੜਾ ਇੱਕ ਇੰਟਰਸਟਿੰਗ ਇਹ ਵੀ ਆਰਕੀਟੈਕਚਰਲੀ ਬਹੁਤ ਪੁਰਾਣੀ ਬਿਲਡਿੰਗ ਨਹੀਂ ਲੱਗਦੀ ਹੈ ਕੰਪੈਰੇਟਿਵਲੀ ਨਈ ਬਿਲਡਿੰਗ ਲੱਗਦੀ ਹੈ ਬਟ ਬੜਾ ਇੱਕ ਇੰਟਰਸਟਿੰਗ ਹੈ ਕਿ ਇੱਕ ਐਸਾ ਬੰਦਾ ਜਿਹਦੀ ਲਾਹੌਰ ਦੀ ਜਿਹੜੀ ਫਾਊਂਡੇਸ਼ਨ ਜਿਹਦੇ ਨਾਲ ਜੁੜੀ ਜਾਂਦੀ ਹੈ ਉਹਦਾ ਆਪਣਾ ਇੱਕ ਮੌਜ਼ੀਅਮ ਜਿਹੜਾ ਹੈ ਬਹੁਤ ਛੋਟਾ ਜਿਹਾ ਮਾਮੂਲੀ ਜਿਹਾ ਉਹਦਾ ਮੌਜ਼ੀਅਮ ਹੈ ਇੱਕ ਛੋਟੀ ਜਿਹੀ ਮਸਜਿਦ 'ਚ ਉਹ ਐਗਜ਼ਿਸਟ ਕਰਦਾ ਹੈ
ਅੱਛਾ, ਇਹ ਜਿਹੜਾ ਲਾਹੌਰ ਦਾ ਸ਼ਰਾਈਨ ਹੈ, ਦਾਤਾ ਦਰਬਾਰ ਹੈ, ਸਭ ਤੋਂ ਸ਼ਾਇਦ ਲਾਹੌਰ ਦਾ ਸਭ ਤੋਂ ਮਸ਼ਹੂਰ ਜਿਹੜਾ ਸੂਫੀ ਮਜ਼ਾਰ ਹੈ ਉਹ ਦਾਤਾ ਦਰਬਾਰ ਦਾ ਮਜ਼ਾਰ ਹੈ। ਅਸਲ 'ਚ ਜਿਹੜਾ ਮਜ਼ਾਰ ਸੀ ਸ਼ੁਰੂ 'ਚ ਆਫਕੋਰਸ ਇੱਕ ਬਹੁਤ ਛੋਟਾ ਜਿਹਾ ਮਜ਼ਾਰ ਸੀ, ਬੜਾ ਅਰੁਣ ਮਾਮੂਲੀ ਜੀ ਸੀ ਬਿਲਡਿੰਗ ਸੀ, ਅ, ਉਹ ਇਹਦੇ ਅੰਦਰ ਅਰੁਣ ਜੀ ਜੀ ਤੁਹਾਡੀਆਂ ਸਰ, ਸਲਾਈਡ ਚੇਂਜ ਨਹੀਂ ਹੋ ਰਹੀਆਂ। ਐਸੇ ਮੈਂ ਖਿਆਲ 1 ਮਿੰਟ 'ਚ ਹੋ ਜਾਏਗੀ ਜ਼ਰਾ। ਅੱਛਾ ਅੱਛਾ, ਹੁਣ ਸਰ ਸਲਾਈਡ ਕਿਹੜੀ ਆ ਰਹੀ ਹੈ ਸਾਹਮਣੇ? ਪਹਿਲੀ ਆ ਰਹੀ ਹਾਲੇ ਤਾਂ ਜੀ, ਉਹ ਜਿੱਥੇ ਅੱਛਾ, ਟੌਪਿਕ ਪਹਿਲੀ ਲਿਖਿਆ ਹੀ ਹੈ ਸਰ। ਐਕਸਪਲੋਰਿੰਗ ਲਾਹੌਰ ਹਿਸਟਰੀ ਥਰੂ ਟੈਂਪਲਸ। ਅੱਛਾ, ਓਕੇ, ਚਲੋ ਸਰ ਮੈਂ 1 ਸੈਕਿੰਡ। मैं सर फिर एक बारी ना स्लाइड शेयर कर दा। ਅੱਛਾ जी सॉरी है, जरा थोड़ा जा चलो सर मैं ख्याल है स्लाइड के बगैर ही गल कर लेंदे ਹਾਂ हैं, ਹਾਂ की ਠੀਕ ਹੈ ख्याल है सर? ਠੀਕ ਹੈ ਠੀਕ ਹੈ। हाँ चलो ਹਾਂਜੀ चलो ਹਾਂਜੀ अपॉलॉजी सर। ਹਾਂ अच्छा ਠੀਕ ਹੈ। चलो अगली जड़ी मैं जड़ी गल करनी सी वो करनी सी दाता दरबार दी। थानू मैं महमूद गजनवी दे बारे च गल कीती कि महमूद गजनवी दा जेड़ा उस टाइम च लाहौर दी जड़ी है वो तारीख जोड़ी जांदी है कि लाहौर वॉल सिटी जड़ा है वो इमर्ज करता है महमूद गजनवी दे टाइम तो। अच्छा दाता दरबार दा जड़ा मज़ार है वो लाहौर जड़े वॉल सिटी होते तो थोड़ा जा बाहर एग्जिस्ट करता है। ਹੁਣ ਤੇ ਆਫ ਕੋਰਸ ਉਹ ਪੂਰਾ ਲਾਹੌਰ ਦਾ ਹਿੱਸਾ ਬਣ ਗਿਆ, ਪਰ ਉਸ ਜ਼ਮਾਨੇ 'ਚ ਇੱਕ ਜੰਗਲ ਸੀ ਤੇ ਸ਼ਹਿਰ ਤੋਂ ਬਾਹਰ ਸੀ। ਉਹ ਵੀ ਆਫ ਕੋਰਸ ਇੱਕ ਸਿੰਬਲ ਹੈ ਕਿ ਜਿਹੜਾ ਸੂਫੀ ਸੇਂਟ ਹੈ ਉਹ ਆਪਣੇ ਆਪ ਨੂੰ ਸ਼ਹਿਰ ਦੇ ਨਾਲ ਨਹੀਂ ਜੋੜਦਾ, ਬਲਕਿ ਸ਼ਹਿਰ ਤੋਂ ਬਾਹਰ ਥੋੜਾ ਜਿਹਾ ਐਗਜ਼ਿਸਟ ਕਰਦਾ ਹੈ। ਪਰ ਆਫ ਕੋਰਸ ਬਹੁਤ ਦੂਰ ਨਹੀਂ ਐਗਜ਼ਿਸਟ ਕਰਦਾ, ਕਿਉਂਕਿ ਕਨਸੈਪਟ ਹੈ ਕਿ ਅਸੀਂ ਨਾ ਸੋਸਾਇਟੀ ਦੇ ਬਹੁਤ ਅੰਦਰ ਘੁਸਣਾ ਹੈ ਤੇ ਨਾ ਸੋਸਾਇਟੀ ਤੋਂ ਬਹੁਤ ਬਾਹਰ ਜਾਣਾ ਹੈ। ਤੇ ਦਾਤਾ ਦਰਬਾਰ ਦਾ ਹੋਲ ਜਿਹੜਾ ਮਜ਼ਾਰ ਹੈ ਆਫ ਕੋਰਸ ਇੱਕ ਬਹੁਤ ਵੱਡਾ ਇੱਕ ਮਜ਼ਾਰ ਬਣ ਗਿਆ ਹੈ, ਇੱਕ ਬਹੁਤ ਵੱਡਾ ਇੱਕ ਸਿੰਬਲ ਬਣ ਗਿਆ ਲਾਹੌਰ ਦਾ। ਲਾਹੌਰ ਨੂੰ ਦਾਤਾ ਦੀ ਨਗਰੀ ਵੀ ਕਹਾ ਜਾਂਦਾ ਹੈ। ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਜਿਹੜੀ ਸਟੋਰੀ ਹੈ ਦਾਤਾ ਦਰਬਾਰ ਦੇ ਹਵਾਲੇ ਦੇ ਨਾਲ, ਉਹ ਇਹ ਹੈ ਕਿ ਦਾਤਾ ਦਰਬਾਰ ਵੀ ਜਿਹੜਾ ਹੈ ਉਹ ਅੱਜ ਲਾਹੌਰ ਦੇ ਇੱਕ ਪੋਲੀਟੀਕਲ ਸਿੰਬਲ ਵੀ ਹੈ, ਕਿ ਜਿਹੜਾ ਵੀ ਫॉर ਐਗਜ਼ਾਮਪਲ ਪੋਲੀਟੀਕਲ ਰੂਲਿੰਗ ਕਲਾਸ ਹੁੰਦੀ ਹੈ ਉਹ ਆਪਣੇ ਆਪ ਨੂੰ ਉਹ ਬੇਸਿਕਲੀ ਦਾਤਾ ਦਰਬਾਰ ਦੀ ਫੰਡਿੰਗ ਉਹਨੂੰ ਇਸਤੇਮਾਲ ਕਰਦੀ ਹੈ ਆਪਣੇ ਪ੍ਰੋਪੇਗੈਂਡਾ ਦੇ ਤੌਰ ਤੇ। ਤੁਸੀਂ ਵੇਖੋ ਫॉर ਐਗਜ਼ਾਮਪਲ ਈਵਨ ਜ਼ੁਲਫਕਾਰ ਅਲੀ ਭੁੱਟੋ ਨੇ ਪਹਿਲੀ ਜਿਹੜੀ ਫੰਡਿੰਗ ਸੀ ਦਾਤਾ ਦਰਬਾਰ ਦੀ, ਉਹਦੀ ਰੈਨੋਵੇਸ਼ਨ ਸੀ, ਉਹ ਉਸ ਟਾਈਮ 'ਚ ਹੋਈ। ਉਹਦੇ ਬਾਅਦ ਆਫ ਕੋਰਸ ਜ਼ਿਆਉਲ ਹਕ ਨੇ ਬਹੁਤ ਵੱਡੀ ਉੱਥੇ ਇੱਕ ਮਸਜਿਦ ਜਿਹੜੀ ਹੈ ਕੰਸਟਰਕਟ ਕੀਤੀ, ਉਹਦੇ ਟਾਈਲਸ ਲਗਵਾਏ। ਉਹਦੇ ਬਾਅਦ ਆਫ ਕੋਰਸ ਜਦੋਂ ਬੇਨਜ਼ੀਰ ਵਾਪਸ ਆਂਦੀ ਹੈ ਲਾਹੌਰ, ਉਹਦਾ ਪਹਿਲਾ ਜਿਹੜਾ ਉਹ ਜਦੋਂ ਉਹ ਆ ਕੇ ਮੱਥਾ ਟੇਕਦੀ ਹੈ ਉਹ ਦਾਤਾ ਦਰਬਾਰ ਦੇ ਮਜ਼ਾਰ ਹੈ। ਤੇ ਉਹਦੇ ਬਾਅਦ ਆਫ ਕੋਰਸ ਪੂਰੀ ਇੱਕ ਸਿਆਸੀ ਪੋਲੀਟੀਕਲ ਹਿਸਟਰੀ ਹੈ। ਤੇ ਦਾਤਾ ਦਰਬਾਰ ਜਿਹੜਾ ਹੈ ਹੁਣ ਅੱਜ ਸਿਰਫ ਇੱਕ ਸੂਫੀ ਸ਼ਰਾਈਨ ਨਹੀਂ ਹੈ, ਬਲਕਿ ਇੱਕ ਉਹਦੀ ਇੱਕ ਪੋਲੀਟੀਕਲ ਇੰਪੋਰਟੈਂਸ ਹੈ ਕਿ ਉਹਨੂੰ ਪੋਲੀਟੀਕਲ ਪ੍ਰੋਪੇਗੈਂਡਾ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਦਾਤਾ ਦਰਬਾਰ ਦੀ ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਪੁਆਇੰਟ ਹੈ ਉਹ ਇਹ ਹੈ ਕਿ ਅੱਜ ਦਾਤਾ ਦਰਬਾਰ ਜਿਹੜਾ ਹੈ ਉਹ ਲਾਹੌਰ ਦੀ ਤਾਰੀਖ ਦਾ ਸਿੰਬਲ ਹੈ, ਇੱਕ ਬਹੁਤ ਪੁਰਾਣਾ ਮਜ਼ਾਰ ਹੈ। ਬਟ ਅਤੇ ਲਾਹੌਰ ਦਾ ਪੈਟਰਨ ਸੇਂਟ ਉਹਨੂੰ ਸਮਝਿਆ ਜਾਂਦਾ ਹੈ। ਪਰ ਇਹ ਵੀ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ ਕਿ ਦਾਤਾ ਦਰਬਾਰ ਜਿਹੜਾ ਹੈ ਉਹ ਬਹੁਤ ਲਾਹੌਰ ਦਾ ਸਭ ਤੋਂ ਇੰਪੋਰਟੈਂਟ ਸੂਫੀ ਸ਼ਰਾਈਨ ਬਣ ਗਿਆ ਹੈ, ਬਲਕਿ ਇੱਕ ਬਹੁਤ ਰੀਸੈਂਟ ਫਿਨੋਮੇਨਾ ਹੈ। ਉਸ ਤੋਂ ਪਹਿਲੇ ਬਹੁਤ ਸੇ ਹੋਰ ਮਜ਼ਾਰ ਸਨ ਜਿਹੜੇ ਸ਼ਾਇਦ ਕਲਚਰਲੀ ਤੌਰ ਤੇ ਰਿਲੀਜੀਅਸ ਤੌਰ ਤੇ ਜ਼ਿਆਦਾ ਇੰਪੋਰਟੈਂਟ ਸਨ, ਪਰ ਓਵਰ ਟਾਈਮ ਦਾਤਾ ਦਰਬਾਰ ਜਿਹੜਾ ਹੈ ਉਹ ਇੱਕ ਇੰਪੋਰਟੈਂਟ ਸ਼ਰਾਈਨ ਬਣ ਜਾਂਦਾ ਹੈ, ਸਭ ਤੋਂ ਸ਼ਾਇਦ ਸਭ ਤੋਂ ਇੰਪੋਰਟੈਂਟ ਸ਼ਰਾਈਨ ਬਣ ਜਾਂਦਾ ਹੈ। ਇਹਦੀ ਆਫ ਕੋਰਸ ਇੱਕ ਸਿਆਸੀ ਜਾਂ ਇੱਕ ਪੋਲੀਟੀਕਲ ਜਿਹੜਾ ਹੈ ਉਹ ਰੀਜ਼ਨ ਇੱਕ ਕਲੋਨੀਅਲ ਟਾਈਮ 'ਚ ਸਾਨੂੰ ਉਹਦੇ ਰੂਟਸ ਮਿਲਦੇ ਨੇ। ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਦਾਤਾ ਦਰਬਾਰ ਅਲੀ ਹਾਜਵੇਰੀ ਜਿਹੜੇ ਸੂਫੀ ਸ਼ਰਾਈਨ ਸਨ, ਜਦੋਂ ਅਸੀਂ ਸੂਫੀਜ਼ਮ ਦੀ ਗੱਲ ਕਰਦੇ ਹਾਂ, ਸੂਫੀਜ਼ਮ ਦੇ ਅੰਦਰ ਵੀ ਅਸੀਂ ਬੇਸਿਕਲੀ ਸੂਫੀਜ਼ਮ ਦੀ ਗੱਲ ਕਰਦੇ ਹਾਂ it is heterodox, it is against orthodox religion, it is a rebellion against orthodox religion। ਪਰ ਸੂਫੀਜ਼ਮ ਜਿਹੜਾ ਹੈ ਉਹ ਖੁਦ ਇੱਕ ਬਹੁਤ ਇੱਕ ਡਾਈਵਰਸ ਜਿਹੜਾ ਹੈ ਰਿਲੀਜਨ ਹੈ, ਜਾਂ ਰਿਲੀਜਨ ਇੱਕ ਰਿਲੀਜੀਅਸ ਮੂਵਮੈਂਟ ਹੈ। ਉਹਦੇ ਅੰਦਰ ਤੁਹਾਨੂੰ ਬਹੁਤ ਮੁਖਤਲਿਫ ਸ਼ੇਡਸ ਮਿਲਦੇ ਨੇ। ਉਹਦਾ ਜਿਹੜਾ ਸਭ ਤੋਂ ਵੱਡਾ ਐਗਜ਼ਾਮਪਲ ਹੈ, ਤੁਸੀਂ ਅਗਰ ਵੇਖ ਲਓ ਕਿ ਵਾਰਿਸ ਸ਼ਾਹ ਫॉर ਐਗਜ਼ਾਮਪਲ ਔਨ ਵਨ ਹੈਂਡ ਇੱਕ ਸੂਫੀ ਹੈ, ਉਹਦੀ ਜਿਹੜੀ ਫਿਲਾਸਫੀ ਹੈ ਉਹ ਸੂਫੀ ਫਿਲਾਸਫੀ ਹੈ, ਪਰ ਉਹਦੇ ਟਾਈਮ 'ਚ ਅਹਿਮਦ ਸ਼ਾਹ ਵਲੀ ਅੱਲਾਹ ਦਿੱਲੀ ਫॉर ਐਗਜ਼ਾਮਪਲ, ਜਿਹਦੀ ਫਿਲਾਸਫੀ ਬਿਲਕੁਲ ਆਪੋਜ਼ਿਟ ਹੈ ਅਹਿਮਦ ਸ਼ਾਹ ਵਾਰਿਸ ਸ਼ਾਹ ਦੀ ਫਿਲਾਸਫੀ ਤੋਂ, ਉਹ ਵੀ ਆਪਣੇ ਆਪ ਨੂੰ ਸੂਫੀ ਕਹਿੰਦਾ ਹੈ। ਤੇ ਸੂਫੀ ਜਿਹੜੀ
बेसिकली फिलोसफी है वो बहुत डाइवर्स है। ਅਲੀ ਹਾਜਵੇਰੀ ਜਿਹੜੇ ਦਾਤਾ ਦਰਬਾਰ ਦੇ ਜਿਹੜੇ ਸੇਂਟ ਨੇ ਜਿਹੜੇ ਉੱਥੇ ਦਫਨ ਨੇ, ਉਹਨਾਂ ਦੀ ਜਿਹੜੀ ਸੂਫੀ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਉਹ ਬਹੁਤ ਮੇਨ ਸਟ੍ਰੀਮ ਹੈ। ਉਹ ਬਹੁਤ ਬੇਸਿਕਲੀ ਮੇਨ ਸਟ੍ਰੀਮ ਔਰ ਰਿਚੁਅਲ ਨੂੰ ਫੋਲੋ ਕਰਦੇ ਨੇ ਔਰ ਸ਼ਰੀਆ ਨੂੰ ਫੋਲੋ ਕਰਦੇ ਨੇ। ਤੇ ਬੜਾ ਇੱਕ ਟ੍ਰੈਡੀਸ਼ਨਲ ਅੰਡਰਸਟੈਂਡਿੰਗ ਆਫ ਇਸਲਾਮ ਜਿਹੜੀ ਹੈ ਉਹਨਾਂ ਦੀ ਇੱਕ ਅੰਡਰਸਟੈਂਡਿੰਗ ਸੀ, ਤੇ ਇੱਕ ਬੜੀ ਲਿਟਰਰੀ ਅੰਡਰਸਟੈਂਡਿੰਗ ਤੁਸੀਂ ਕਹਿ ਸਕਦੇ ਹੋ ਕਿ ਇਹ ਰੀਜ਼ਨ ਹੈ ਕਿ ਬ੍ਰਿਟਿਸ਼ ਕਲੋਨੀਅਲ ਟਾਈਮ 'ਚ ਇਸ ਸ਼ਰਾਈਨ ਨੂੰ ਬਹੁਤ ਇੰਪੋਰਟੈਂਸ ਦਿੱਤੀ ਗਈ, ਕਿਉਂਕਿ ਇੱਥੇ ਜਿਹੜੀ ਹੈ ਉਹ ਬਾਉਂਡਰੀਜ਼ ਔਰ ਰੀਜਨ ਬੜੀ ਕਲੀਅਰਲੀ ਡਿਫਾਈਨਡ ਹੈ ਕਿ ਇੱਥੇ ਜਿਹੜਾ ਇਸਲਾਮ ਜਿਹੜਾ ਹੈ ਉਹ ਬੜਾ ਕਲੀਅਰਲੀ ਡਿਫਾਈਨਡ ਇੱਕ ਇਸਲਾਮ ਹੈ ਜਿਹੜਾ ਪ੍ਰੈਕਟਿਸ ਹੋ ਰਿਹਾ, ਜਿਹੜਾ ਫੋਲੋ ਹੋ ਰਿਹਾ। ਤੇ ਉਹਦੇ ਬਾਅਦ ਆਫ ਕੋਰਸ ਕਿਉਂਕਿ ਇੱਕ ਸਿੰਪਲ ਜੀ ਅੰਡਰਸਟੈਂਡਿੰਗ ਸੀ ਤੇ ਉਹੀ ਅੰਡਰਸਟੈਂਡਿੰਗ ਬਾਅਦ ਚ ਪਾਕਿਸਤਾਨ ਦੇ ਮੁਖਤਲਿਫ ਪੋਲੀਟੀਸ਼ੀਅਨਸ ਨੇ ਇਸਤੇਮਾਲ ਕੀਤੀ। ਇੱਕ ਜਿਹੜੀ ਫਾਈਨਲ ਇੰਟਰਸਟਿੰਗ ਗੱਲ ਹੈ ਮੈਂ ਕਰਾਂਗਾ ਬਿਫੋਰ ਮੂਵਿੰਗ ਔਨ, ਦਾਤਾ ਦਰਬਾਰ ਦੀ ਜਿਹੜੀ ਪਹਿਲੀ ਸਿਆਸੀ ਅਹਿਮੀਅਤ ਤੁਸੀਂ ਸਮਝ ਲਓ ਕਿ ਉਹ ਸਾਨੂੰ ਮਿਲਦੀ ਹੈ ਰਣਜੀਤ ਸਿੰਘ ਦੇ ਟਾਈਮ ਤੋਂ। ਮਹਾਰਾਣੀ ਜਿੰਦਨ ਕੌਰ ਦੀ ਆਪਣੀ ਇੱਕ ਪੂਰੀ ਇੱਕ ਰਾਇਲ ਕਲੈਕਸ਼ਨ ਸੀ ਕੁਰਾਨ ਦੀ, ਹੈਂਡ ਰਿਟਨ ਕੁਰਾਨ ਦੀ, ਜਿਹੜੀ ਉਹਨਾਂ ਨੇ ਜਿਹੜੀ ਬੇਸਿਕਲੀ ਡਿਸਟ੍ਰੀਬਿਊਟ ਕੀਤੀ ਸੀ ਦਾਤਾ ਦਰਬਾਰ ਦੇ ਸੇ ਪੈਟਰਨ ਉੱਥੇ ਜਿਹੜੇ ਹੁੰਦੇ ਹੋ ਐਗਜ਼ਿਸਟ ਕਰਦੇ ਸਨ। ਤੇ ਪੂਰੀ ਪਹਿਲੀ ਵਾਰੀ ਰਣਜੀਤ ਸਿੰਘ ਦੇ ਟਾਈਮ 'ਚ ਇੱਕ ਕੁਰਾਨਿਕ ਗੈਲਰੀ ਉੱਥੇ ਬਣਾਈ ਗਈ, ਤੇ ਉਹ ਕੁਰਾਨਿਕ ਗੈਲਰੀ ਦਾ ਬੇਸਿਕਲੀ ਇੰਪੋਰਟੈਂਸ ਇਹ ਹੋਈ ਕਿ ਉੱਥੇ ਲੋਕਾਂ ਦਾ ਆਉਣਾ ਜਾਣਾ बढ़ गया क्योंकि लोग वो गैलरी देखना चाह रहे सन। तो वो भी बड़ा एक इंटरेस्टिंग है कि दाता दरबार जी पहली एक पेट्रनेज रॉयल पेट्रनेज ऑफ कोर्स जी है वो होंदी है रणजीत सिंह के टाइम तो बड़ा एक इंटरेस्टिंग टाइम पीरियड है रणजीत सिंह दा ऑफ कोर्स। अगर आज पाकिस्तान की गल करो तो रणजीत सिंह एक पाकिस्तान च स्लाइटली कॉन्ट्रोवर्शियल फिगर है क्योंकि उन्होंने पूरी तारीख ਨੂੰ इस्तेमाल ਕੀਤਾ ਜਾਂਦਾ ਹੈ ਕਿ ਉਹਨਾਂ ਨੇ ਜਿਹੜੀ ਮੌਸਕਸ ਨੇ ਜਾਂ ਉਹਨਾਂ ਦੀ ਜਿਹੜੀ ਦਰਬਾਰ ਨੇ ਉਹਨਾਂ ਦੀ ਬੇਹੁਰਮਤੀ ਕੀਤੀ ਹੈ। ਆਫ ਕੋਰਸ ਇਹ ਉਹਦੀ ਇੱਕ ਪੂਰੀ ਤਾਰੀਖ ਹੈ ਕਿ ਬਾਦਸ਼ਾਹੀ ਮਸਜਿਦ ਫॉर ਐਗਜ਼ਾਮਪਲ ਇੱਕ ਸਟੇਬਲ ਬਣਾ ਦਿੱਤੀ ਗਈ ਤੇ ਵਜ਼ੀਰ ਖਾਨ ਮਸਜਿਦ ਨੂੰ ਜਿਹੜਾ ਇਸਤੇਮਾਲ ਨਹੀਂ ਕੀਤਾ ਗਿਆ, ਪਰ ਉਹ ਵੀ ਮੇਰਾ ਖਿਆਲ ਹੈ ਜਿਹੜੀ ਤਾਰੀਖ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਉਹ ਪ੍ਰੋਪੇਗੈਂਡਾ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਇੱਕ ਔਨ ਵਨ ਹੈਂਡ ਆਫ ਕੋਰਸ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਨੂੰ ਸਟੇਬਲ ਬਣਾਇਆ, ਇੱਕ ਹੌਸਟੇਬਲ ਬਣਾਇਆ ਤੇ ਉਹਦੇ ਬਾਅਦ ਵਜ਼ੀਰ ਖਾਨ ਮਸਜਿਦ ਦੀ ਪੂਰੀ ਸਟੋਰੀ ਹੈ। ਪਰ ਉਹਦੇ ਨਾਲ ਉਹਨਾਂ ਨੇ ਮੁਖਤਲਿਫ ਮਸਜਿਦਾਂ ਨੂੰ ਫੰਡ ਵੀ ਕੀਤਾ, ਮੁਖਤਲਿਫ ਮਸਜਿਦਾਂ ਜਿਹੜੀ ਹੈ ਉਹ ਇਮਰਜ ਵੀ ਕੀਤੀ। ਮੈਂ ਉਹਨਾਂ ਦੇ ਬਾਰੇ ਗੱਲ ਵੀ ਕਰਾਂਗਾ ਥੋੜੀ ਜਿਹੀ, ਪਰ ਅਗਰ ਹਿਸਟਰੀ ਨੂੰ ਤੁਸੀਂ ਅਗਰ ਇੱਕ ਹੋਲਿਸਟਿਕ ਤੌਰ ਤੇ ਵੇਖੋ ਤਾਂ ਇੱਕ ਬੜੀ ਮੁਖਤਲਿਫ ਜਿਹੜੀ ਹੈ ਇਮੇਜ ਨਜ਼ਰ ਆਉਂਦੀ ਹੈ। ਅਗਰ ਦਾਤਾ ਦਰਬਾਰ ਤੋਂ ਅਗਰ ਅਸੀਂ अगले श्राइन की गल करिए वो माधोलाल हुसैन है, शाह हुसैन का श्राइन है। बिफोर दाता दरबार लाहौर का सब तो जो वड्डा श्राइन सी वो शाह हुसैन का श्राइन सी, माधोलाल का श्राइन सी। शाह हुसैन ऑफ कोर्स पंजाबी लिटरेचर का एक बहुत बड़ा नाम है, उन्होंने पोइट्री बहुत जी है इंपॉर्टेंट है पंजाबी पोइट्री ट्रेडिशन के अंदर। उन्होंने सब तो वड्डी ऑफ कोर्स उन्होंने बहुत कॉन्ट्रीब्यूशनस ने पंजाबी पोइट्री तो, पर उन्होंने एक बहुत वड्डी कॉन्ट्रीब्यूशन यह भी है कि हीर रांझे का जो सिंबल है पोइटिक सिंबल, पहली बार शाह हुसैन उन्होंने उस सिंबल ਨੂੰ ਇਸਤੇਮਾਲ ਕਰਦੇ ਨੇ ਹੀਰ ਨੂੰ ਡਿਵੋਟੀ ਤੇ ਰਾਂਝਾ ਨੂੰ ਐਜ਼ ਅ ਡਿਵਾਈਨ ਸ਼ੋ ਕਰਨ ਦਾ। ਤੇ ਉਹੀ ਸਿੰਬਲ ਫਿਰ ਬਾਅਦ ਚ ਬੁੱਲੇ ਸ਼ਾਹ ਵੀ ਇਸਤੇਮਾਲ ਕਰਦਾ ਹੈ, ਉਹੀ ਸਿੰਬਲ ਬਾਅਦ ਚ ਵਾਰਿਸ ਸ਼ਾਹ ਵੀ ਇਸਤੇਮਾਲ ਕਰਦਾ ਹੈ। ਤੇ ਸ਼ਾਹ ਹੁਸੈਨ ਬੇਸਿਕਲੀ ਪਹਿਲਾ ਪੋਇਟ ਸੀ ਜਿਹਨੇ ਸਿੰਬਲ ਇਸਤੇਮਾਲ ਕੀਤਾ। ਅੱਛਾ, ਦਾਤਾ ਦਰਬਾਰ ਤੋਂ ਪਹਿਲੇ ਲਾਹੌਰ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਸੂਫੀ ਸ਼ਰਾइन ਸੀ ਉਹ ਸ਼ਾਹ ਹੁਸੈਨ ਦਾ ਹੈ। ਸ਼ਾਹ ਹੁਸੈਨ ਦਾ ਆਫ ਕੋਰਸ ਜਿਹੜਾ ਟਾਈਮ ਪੀਰੀਅਡ ਹੈ ਉਹ ਅਰਾਊਂਡ अकबर का टाइम है 1600s 1500s। दुल्ला भट्टी की बड़ी इंटरेस्टिंग स्टोरी भी ਉਹਦੇ ਨਾਲ ਜੁੜੀ ਜਾਂਦੀ ਹੈ, मैं शायद ਉਹਦੇ ਬਾਰੇ ਗੱਲ ਨਾ ਕਰਾਂ। बट माधोलाल ਜਿਹੜਾ श्राइन है बहुत इंटरेस्टिंग है क्योंकि वो बेसिकली इस तरह एक वो ਤੁਸੀਂ समझ लो कि एक मेल्टिंग पॉइंट है। माधोलाल एक ऑफ कोर्स एक पूरी जो स्टोरी है कि शाह हुसैन fell in love with a Hindu boy and today both Shah Hussain and the Hindu boy are buried together in one grave। ਤੇ ਉਹਨਾਂ ਦੀ ਇੱਕ ਹੀ ਮਜ਼ਾਰ ਤੇ ਉਹਨਾਂ ਦੀ ਕਬਰ ਹੈ, ਇੱਕ ਤਰਫ ਮਾਧੋਲਾਲ ਦੀ ਕਬਰ ਹੈ ਤੇ ਇੱਕ ਤਰਫ ਸ਼ਾਹ ਹੁਸੈਨ ਦੀ ਕਬਰ ਹੈ। ਤੇ ਸ਼ਾਹ ਹੁਸੈਨ ਦਾ ਜਿਹੜਾ ਸ਼ਰਾइन ਸੀ, ਅਗਰ ਅਲੀ ਹਾਜਵੇਰੀ ਹੈ ਦਾਤਾ ਦਰਬਾਰ ਦੀ ਮੈਂ ਗੱਲ ਕਰ ਰਿਹਾ ਸੀ, ਅਗਰ ਉਹ ਇੱਕ ਤਰਫ ਸ਼ੋ ਕਰਦੇ ਨੇ ਇੱਕ ਕਨਵੈਨਸ਼ਨਲ ਇਸਲਾਮ, ਤੇ ਸ਼ਾਹ ਹੁਸੈਨ ਜਿਹੜਾ ਸ਼ੋ ਕਰਦਾ ਹੈ ਬਿਲਕੁਲ ਉਹਦਾ ਇੱਕ ਬਿਲਕੁਲ ਡਿਫਰੈਂਟ ਅੰਡਰਸਟੈਂਡਿੰਗ ਆਫ ਇਸਲਾਮ ਹੈ। ਉਹ ਬਿਲਕੁਲ ਇੱਕ ਆਪੋਜ਼ਿਟ ਅੰਡਰਸਟੈਂਡਿੰਗ ਆਫ ਇਸਲਾਮ ਹੈ ਜਿਹਦੇ ਅੰਦਰ ਰਿਚੁਅਲਸ ਦੀ ਕੋਈ ਇੰਪੋਰਟੈਂਸ ਨਹੀਂ ਹੈ। ਐਂਡ ਉਹਦੀ ਜਿਹੜੀ ਅੰਡਰਸਟੈਂਡਿੰਗ ਆਫ ਇਸਲਾਮ ਹੈ ਉਹ ਲਿਟਰਰੀ ਅੰਡਰਸਟੈਂਡਿੰਗ ਨਹੀਂ ਹੈ, ਉਹ ਇੱਕ ਬੜੀ ਪਾਈਟੀ ਬੇਸਡ ਹੈ ਤੇ ਆਲਮੋਸਟ ਭਗਤੀ ਟ੍ਰੈਡੀਸ਼ਨ ਦੇ ਨਾਲ ਤੁਸੀਂ ਉਹਨੂੰ ਜੋੜ ਸਕਦੇ ਹੋ। ਇੱਕ ਮਲਾਮਤੀ ਸੂਫੀ ਹੈ ਜਿਹੜਾ ਸਾਰੇ ਰਿਚੁਅਲਸ ਨੂੰ ਰਿਜੈਕਟ ਕਰਦਾ ਹੈ, ਆਪਣੀ ਦਾੜੀ ਮਨਵਾ ਦਿੰਦਾ ਹੈ, ਉਹ ਵਾਈਨ ਪੀਂਦਾ ਹੈ, ਉਹ ਨੱਚਦਾ ਹੈ ਲਾਹੌਰ ਦੇ ਅੰਦਰ। ਉਹਦੀ ਬਿਲਕੁਲ ਇੱਕ ਡਿਫਰੈਂਟ ਜਿਹੜੀ ਹੈ ਅੰਡਰਸਟੈਂਡਿੰਗ ਹੈ। ਇਸ ਵਾਸਤੇ ਜਿਹੜੀ ਸ਼ਾਹ ਹੁਸੈਨ ਸਿਰਫ ਮੁਸਲਿਮ ਇੱਕ ਸ਼ਰਾइन ਨਹੀਂ ਰਿਹਾ,
ਉਹਦੀ ਪੂਰੀ ਤਾਰੀਖ ਹੈ ਕਿ ਉੱਥੇ ਹਿੰਦੂ ਵੀ ਜਾਂਦੇ ਸਨ, ਉੱਥੇ ਸਿੱਖ ਵੀ ਜਾਂਦੇ ਸਨ, ਉੱਥੇ ਮੁਖਤਲਿਫ ਰਿਲੀਜਨ ਦੇ ਲੋਕ ਜਾਂਦੇ ਸਨ। ਅੱਜ ਵੀ ਜਿਹੜਾ ਸ਼ਾਹ ਹੁਸੈਨ ਦਾ ਜਿਹੜਾ ਸ਼ਰਾਈਨ ਹੈ ਉੱਥੇ ਧਮਾਲ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੁੰਦੀ ਹੈ। ਉੱਥੇ ਬੜਾ ਤੁਹਾਨੂੰ ਇੱਕ ਮੁਖਤਲਿਫ ਕਿਸਮ ਦਾ ਤੁਹਾਨੂੰ ਇਸਲਾਮ ਤੇ ਇੱਕ ਮੁਖਤਲਿਫ ਕਿਸਮ ਦੀ ਰਿਚੁਅਲਸ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆਏਗੀ। ਇਸ ਵਾਸਤੇ ਇਹ ਵੀ ਰੀਜ਼ਨ ਹੈ ਕਿ ਪਾਕਿਸਤਾਨ ਦੇ ਬਾਅਦ ਉਸ ਸ਼ਰਾਈਨ ਨੂੰ ਇਤਨੀ ਇੰਪੋਰਟੈਂਸ ਨਹੀਂ ਦਿੱਤੀ ਗਈ ਜਿੰਨੀ ਦਾਤਾ ਦਰਬਾਰ ਨੂੰ ਮਿਲੀ, ਤੇ ਉਹ ਵੀ ਇਵਨ ਇਨ ਕਲੋਨੀਅਲ ਟਾਈਮ ਵੀ ਉਸ ਸ਼ਰਾਈਨ ਨੂੰ ਇਤਨੀ ਇੰਪੋਰਟੈਂਸ ਨਹੀਂ ਮਿਲੀ, ਬਿਕਾਜ਼ ਉੱਥੇ ਜਿਹੜਾ ਹੈ ਉਹ ਜਿਹੜੀ ਇੱਕ ਰਿਜਿਡ ਡਿਵੀਜ਼ਨ ਹੈ ਬਿਟਵੀਨ ਇਸਲਾਮ, ਹਿੰਦੂਇਜ਼ਮ ਐਂਡ ਸਿੱਖੀਜ਼ਮ, ਜਿਹੜੀ ਸਾਡੀ ਇੱਕ ਅੰਡਰਸਟੈਂਡਿੰਗ ਹੈ ਰਿਲੀਜਨ ਦੀ ਟੁਡੇ, ਜਿਹੜੀ ਕਲੋਨੀਅਲ ਟਾਈਮ 'ਚ ਜਿਹੜੀ ਇੱਕ ਅੰਡਰਸਟੈਂਡਿੰਗ ਜਿਹੜੀ ਹੈ ਡਿਵੈਲਪ ਕੀਤੀ ਗਈ, ਸ਼ਾਹ ਹੁਸੈਨ ਦੇ ਮਜ਼ਾਰ ਦੇ ਅੰਦਰ ਉਹ ਅੰਡਰਸਟੈਂਡਿੰਗ ਐਗਜ਼ਿਸਟ ਨਹੀਂ ਕਰਦੀ। ਉੱਥੇ ਜਿਹੜੇ ਹੈ ਰਿਲੀਜਨਸ ਇੱਕ ਦੂਸਰੇ ਨਾਲ ਮਰਜ ਕਰਦੇ ਨੇ, ਉੱਥੇ ਜੈਂਡਰ ਇੱਕ ਦੂਸਰੇ ਦੇ ਨਾਲ ਮਰਜ ਕਰਦੇ ਨੇ, ਸੈਕਸ਼ੁਅਲਿਟੀ ਇੱਕ ਦੂਜੇ ਦੇ ਨਾਲ ਮਰਜ ਕਰਦੀ ਹੈ। ਉੱਥੇ ਸ਼ਾਹ ਹੁਸੈਨ ਦਾ ਜਿਹੜਾ ਮਜ਼ਾਰ ਹੈ ਉਹ ਇਸ ਤਰ੍ਹਾਂ ਦੀ ਇੱਕ ਸਪੇਸ ਹੈ ਜਿੱਥੇ ਸਾਰੀ ਰਿਜਿਡ ਡਿਵੀਜ਼ਨਸ ਆ ਕੇ ਖਤਮ ਹੋ ਜਾਂਦੀ ਨੇ। ਇਸ ਵਾਸਤੇ ਇੱਕ ਜ਼ਮਾਨੇ 'ਚ ਬਿਫੋਰ ਕਿ ਜਦੋਂ ਲਾਹੌਰ ਦੇ ਅੰਦਰ ਜਾਂ ਪੰਜਾਬ ਦੀ ਜਿਹੜੀ ਸੈਂਸਿਬਿਲਿਟੀ ਹੈ, ਜਿਹੜੀ ਪੰਜਾਬ ਦੀ ਜਿਹੜੀ ਸੈਂਸਿਬਿਲਿਟੀ ਸੀ ਬਿਫੋਰ ਦ ਕਲੋਨੀਅਲ ਐਰਾ, ਆਫ ਕੋਰਸ ਬੜੀ ਮੁਖਤਲਿਫ ਸੀ। ਉੱਥੇ ਜਿਹੜੇ ਹਿੰਦੂ ਸਿੱਖ ਡਿਵੋਟੀ ਇਕੱਠੇ, ਮੁਸਲਿਮ ਹਿੰਦੂ ਸਿੱਖ ਉਹਨਾਂ ਦੇ ਇੱਕ ਹੀ ਪੀਰ ਦੇ ਕੋਲ ਜਾਂਦੇ ਸਨ। ਗੁਰੂ ਨਾਨਕ ਫॉर ਐਗਜ਼ਾਮਪਲ, ਉਹਨਾਂ ਦੇ ਬਹੁਤ ਸੇ ਮੁਸਲਿਮ ਡਿਵੋਟੀ ਸਨ, ਉਹਨਾਂ ਦੇ ਬਹੁਤ ਸੇ ਹਿੰਦੂ ਡਿਵੋਟੀ ਸਨ, ਤੇ ਆਫ ਕੋਰਸ ਸਿੱਖ ਡਿਵੋਟੀ ਬਾਅਦ 'ਚ ਜਿਹੜੇ ਪੂਰਾ ਫਾਰਮਲਾਈਜੇਸ਼ਨ ਹੋਈ। ਤੇ ਸ਼ਾਹ ਹੁਸੈਨ ਦਾ ਜਿਹੜਾ ਮਜ਼ਾਰ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਉਹ ਰਿਲੀਜੀਓਸਿਟੀ। ਉਹ ਸ਼ਾਇਦ ਉਹਦੀ ਲਾਹੌਰ ਦੇ ਅੰਦਰ ਸ਼ਾਇਦ ਉਹਦੀ ਸਭ ਤੋਂ ਜਿਹੜੀ ਵੱਡੀ ਅਕਾਸੀ ਹੈ ਉਸ ਰਿਲੀਜੀਓਸਿਟੀ ਦੀ, ਉਹ ਸ਼ਾਹ ਹੁਸੈਨ ਦਾ ਸ਼ਰਾਈਨ ਹੈ। ਜਿਹੜਾ ਅਗਲਾ ਮੈਂ ਸ਼ਰਾਈਨ ਦੀ ਗੱਲ ਕਰਾਂਗਾ ਉਹ ਮੀਆਂ ਮੀਰ ਦਾ ਸ਼ਰਾਈਨ ਹੈ। ਮੀਆਂ ਮੀਰ ਦਾ ਸ਼ਰਾਈਨ ਆਫ ਕੋਰਸ ਆਲਸੋ ਵੀ ਇੱਕ ਬਹੁਤ ਇੰਪੋਰਟੈਂਟ ਸ਼ਰਾਈਨ ਹੈ ਲਾਹੌਰ ਦੀ ਤਾਰੀਖ ਦੇ ਅੰਦਰ। ਮੀਆਂ ਮੀਰ ਤੁਸੀਂ ਸਮਝ ਸਕਦੇ ਹੋ ਕਿ ਸ਼ਾਹ ਹੁਸੈਨ ਤੇ ਦਾਤਾ ਦਰਬਾਰ ਦੇ ਇਹਨਾਂ ਦੇ ਬੇਸਿਕਲੀ ਉਹ ਜਿਹੜਾ ਅਗਰ ਇੱਕ ਸਪੈਕਟਰਮ ਦੇ ਇੱਕ ਜਿਹੜੇ ਕੋਨੇ 'ਚ ਅਗਰ ਅਲੀ ਹਾਜਵੇਰੀ ਹੈ ਜਿਹੜਾ ਰਿਚੁਅਲ ਨੂੰ ਫੋਲੋ ਕਰਦਾ ਹੈ, ਜਿਹੜਾ ਇੱਕ ਪਰਟੀਕੂਲਰ ਅੰਡਰਸਟੈਂਡਿੰਗ ਇਸਲਾਮ ਨੂੰ ਪ੍ਰਮੋਟ ਕਰਦਾ ਹੈ, ਦੂਸਰੀ ਤਰਫ ਆਫ ਕੋਰਸ ਸ਼ਾਹ ਹੁਸੈਨ ਹੈ ਜਿਹੜਾ ਸਾਰੇ ਰਿਚੁਅਲਸ ਨੂੰ ਰਿਜੈਕਟ ਕਰਦਾ ਹੈ ਤੇ ਡਿਵੋਸ਼ਨ ਦੀ ਗੱਲ ਕਰਦਾ ਹੈ। ਮੀਆਂ ਮੀਰ ਜਿਹੜਾ ਹੈ ਉਹ ਸ਼ਾਇਦ ਕਿਸੇ ਤਰੀਕੇ ਨਾਲ ਉਸ ਸਪੈਕਟਰਮ ਦੇ ਜਿਹੜੇ ਸੈਂਟਰ ਤੇ ਲਾਇਕ ਕਰਦਾ ਹੈ ਕਿ ਉਹ ਰਿਚੁਅਲ ਨੂੰ ਵੀ ਫੋਲੋ ਕਰਦਾ ਹੈ, ਪਰ ਉਹ ਡਿਵੋਟੀ ਇੱਕ ਡਿਵੋਸ਼ਨਲ ਇੱਕ ਪਾਈਟੀ ਬੇਸਡ ਜਿਹੜੀ ਰਿਲੀਜੀਓਸਿਟੀ ਹੈ, ਜਿਹੜੀ ਭਗਤੀ ਟ੍ਰੈਡੀਸ਼ਨ ਨਾਲ ਜੁੜੀ ਜਾਂਦੀ ਹੈ, ਉਹਨੂੰ ਵੀ ਜਿਹੜਾ ਹੈ ਉਹ ਉਹਦੇ ਨਾਲ ਉਹਦਾ ਕਨੈਕਸ਼ਨ ਹੈ। ਆਫ ਕੋਰਸ ਮੀਆਂ ਮੀਰ ਵੀ ਇੱਕ ਜ਼ਮਾਨੇ 'ਚ ਲਾਹੌਰ ਦਾ ਬਹੁਤ ਇੱਕ ਵੱਡਾ ਇੱਕ ਪੈਟਰਨ ਸੇਂਟ ਸਮਝਿਆ ਜਾਂਦਾ ਸੀ। ਬਿਫੋਰ ਦਾਤਾ ਦਰਬਾਰ ਕੇਮ ਟੂ ਬੀ ਸੀਨ ਐਜ਼ ਦ ਪੈਟਰਨ ਸੇਂਟ। ਮੀਆਂ ਮੀਰ ਜਿਹੜੀ ਸਭ ਤੋਂ ਇੱਕ ਸ਼ਾਇਦ ਇਹਦੀ ਜਿਹੜੀ ਸਿਆਸੀ ਸਿਗਨੀਫਿਕੈਂਸ ਹੈ, ਇਹਦੀ ਜਿਹੜੀ ਪੋਲੀਟੀਕਲ ਸਿਗਨੀਫਿਕੈਂਸ ਹੈ, ਉਹ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦੀ ਹੈ ਦਾਰਾ ਸ਼ਿਕੋ ਦੇ ਬਾਅਦ। ਦਾਰਾ ਸ਼ਿਕੋ ਆਫ ਕੋਰਸ was seen as a devotee of ਮੀਆਂ ਮੀਰ। ਉਹ ਜਦੋਂ ਲਾਹੌਰ ਦਾ ਗਵਰਨਰ ਬਣਦਾ ਹੈ ਉਹ ਬਹੁਤ ਸੇ ਫੰਡਸ ਲਾਹੌਰ ਲੈ ਕੇ ਆਉਂਦਾ ਹੈ, ਤੇ ਉਹਦੇ ਬਾਅਦ ਉਹ ਫਿਰ ਮੀਆਂ ਮੀਰ ਦਾ ਪੂਰਾ ਇੱਕ ਸ਼ਰਾਈਨ ਕੰਸਟਰਕਟ ਕਰਦਾ ਹੈ। ਉਹ ਇੱਕ ਹੋਲੀ ਪੈਥਵੇ ਵੀ ਜਿਹੜਾ ਹੈ ਉਹ ਸ਼ਾਹੀ ਕਿਲੇ ਤੋਂ ਮੀਆਂ ਮੀਰ ਦੇ ਮਜ਼ਾਰ ਤੱਕ ਬਣਾਉਣਾ ਚਾਹੁੰਦਾ ਹੈ। ਉਹਦੇ ਬਾਰੇ 'ਚ ਮੈਂ ਗੱਲ ਕਰਾਂਗਾ, ਪਰ ਕਿਉਂਕਿ ਇੱਕ ਰਾਇਲ ਪੈਟਰਨੇਜ, ਇੱਕ ਦਾਰਾ ਪ੍ਰਿੰਸ ਦੀ ਜਿਹੜੀ ਪੈਟਰਨੇਜ ਹੈ ਜਾਂ ਗਵਰਨਰ ਦੀ ਜਿਹੜੀ ਪੈਟਰਨੇਜ ਹੈ ਉਹ ਬਹੁਤ ਜ਼ਿਆਦਾ ਮਿਲਣਾ ਸ਼ੁਰੂ ਹੋ ਗਈ ਮੀਆਂ ਮੀਰ ਦੇ ਮਜ਼ਾਰ ਨੂੰ, ਤੇ ਉਹਦੇ ਬਾਅਦ ਮੀਆਂ ਮੀਰ ਦਾ ਜਿਹੜਾ ਮਜ਼ਾਰ ਹੈ ਬਹੁਤ ਇੰਪੋਰਟੈਂਟ ਮਜ਼ਾਰ ਬਣ ਜਾਂਦਾ ਹੈ ਲਾਹੌਰ ਦਾ। ਮੀਆਂ ਮੀਰ ਜਿਹੜਾ ਹੈ ਉਹ ਲਾਹੌਰ ਦੀ ਤਾਰੀਖ ਦਾ ਇੱਕ ਹੋਰ ਬਹੁਤ ਇੱਕ ਇੰਪੋਰਟੈਂਟ ਮਜ਼ਾਰ ਹੈ, ਇੱਕ ਸਾਨੂੰ ਲਾਹੌਰ ਦੇ ਬਾਰੇ 'ਚ ਬੜਾ ਇੱਕ ਇੰਪੋਰਟੈਂਟ ਦੱਸਦਾ ਹੈ, ਕਿਉਂਕਿ ਮੀਆਂ ਮੀਰ ਜਿਹੜੀ ਹੈ ਗੁਰੂ ਅਰਜਨ ਦੇ ਨਾਲ ਬੜੀ ਗਹਿਰੀ ਦੋਸਤੀ ਹੈ। ਆਫ ਕੋਰਸ ਇੱਕ ਬੜੀ ਪਪੂਲਰ ਸਟੋਰੀ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਪਹਿਲੀ ਇੱਟ ਸੀ, ਜਿਹੜੀ ਫਾਊਂਡੇਸ਼ਨ ਸੀ, ਉਹ ਗੁਰੂ ਅਰਜਨ ਮੀਆਂ ਮੀਰ ਨੂੰ ਇਨਵਾਈਟ ਕਰਦੇ ਨੇ ਲਾਹੌਰ ਤੋਂ, ਉਹ ਆਉਂਦੇ ਨੇ ਅੰਮ੍ਰਿਤਸਰ ਜਾਂਦੇ ਨੇ ਤੇ ਪਹਿਲੀ ਫਾਊਂਡੇਸ਼ਨ ਗੋਲਡਨ ਟੈਂਪਲ ਦੀ ਜਿਹੜੀ ਹੈ ਉਹ ਜਿਹੜੀ ਹੈ ਉਹ ਰੱਖਦੇ ਨੇ। ਉਸੇ ਤਰ੍ਹਾਂ ਜਦੋਂ ਗੁਰੂ ਅਰਜਨ ਨੂੰ ਐਮਪਰਰ ਜਹਾਂਗੀਰ ਜਦੋਂ ਇੰਪ੍ਰਿਜ਼ਨ ਕਰਦਾ ਹੈ ਤੇ ਟਾਰਚਰ ਕਰਦਾ ਹੈ, ਮੀਆਂ ਮੀਰ ਆਫਰਸ ਟੂ ਇੰਟਰਵੀਨ ਔਨ ਹਿਸ ਬਿਹਾਫ। ਉਹ ਬਲਕਿ ਮੀਆਂ ਮੀਰ ਤੇ ਕਹਿੰਦੇ ਨੇ ਕਿ ਮੈਂ ਪੂਰਾ ਲਾਹੌਰ ਸ਼ਹਿਰ ਜਿਹੜਾ ਹੈ ਉਹ ਤਬਾਹ ਕਰ ਦਿੰਦਾ ਅਗਰ ਗੁਰੂ ਅਰਜਨ ਦੀ ਇਜਾਜ਼ਤ ਹੈ। ਆਫ ਕੋਰਸ ਗੁਰੂ ਅਰਜਨ ਰਿਫਿਊਜ਼ਸ। ਤੇ ਮੀਆਂ ਮੀਰ ਦੀ ਜਿਹੜੀ ਸ਼ਰਾਈਨ ਹੈ, ਮੇਰਾ ਉਸ ਤਰ੍ਹਾਂ ਦੀ ਉਹਦੀ ਸਿਗਨੀਫਿਕੈਂਸ ਹੈ ਕਿ ਉਹ ਸ਼ੋ ਕਰਦਾ ਹੈ ਕਿ ਕਿਵੇਂ ਕ੍ਰਾਸ ਰਿਲੀਜਨ ਜਿਹੜੇ ਹੈ ਉਹ ਇੱਕ ਰਿਲੇਸ਼ਨਸ਼ਿਪ ਐਗਜ਼ਿਸਟ ਕਰਦੇ ਸਨ। ਅਸੀਂ ਆਫ ਕੋਰਸ with partition and before colonial era, during the colonial era ਜਿਹੜੀ ਮੁਸਲਿਮ ਸਿੱਖ ਆਪਸ 'ਚ ਇੰਟਰੈਕਸ਼ਨ ਹੈ, ਅਸੀਂ ਉਹਨੂੰ ਅੱਜ ਸਿਰਫ ਮੋਸਟਲੀ ਜਿਹੜਾ ਪੋਪੂਲਰ ਡਿਸਕੋਰਸ ਦੇ ਅੰਦਰ ਅਸੀਂ ਮੁਸਲਿਮ ਸਿੱਖ ਇੰਟਰੈਕਸ਼ਨ ਨੂੰ ਅੰਡਰਸਟੈਂਡ ਕਰਦੇ ਹਾਂ ਐਜ਼ ਅ ਮੁਗਲ ਸਿੱਖ ਇੰਟਰੈਕਸ਼ਨ, ਕਿ ਜਹਾਂਗੀਰ ਨੇ ਇਹ ਕੀਤਾ ਤੇ ਔਰੰਗਜ਼ੇਬ ਨੇ ਇਹ ਕੀਤਾ, ਤੇ ਉਹਦੇ ਬਾਅਦ ਜਿਹੜਾ ਹੈ ਪੂਰੀ ਤਾਰੀਖ ਹੈ ਓਪਰੇਸ਼ਨ ਦੀ
Sikh community the Sikh Guruਆਂ ਦੀ at the hands of the Mughal state, which is absolutely correct. कि मियां मीर दा ते गुरु अर्जन दा जिहड़ा रिलेशनशिप है वो शायद एक बहुत बेहतर रिफ्लेक्शन है मुस्लिम ते सिख इंटरैक्शन दा. वो बेसिकली शो करता है कि ਜਿਹੜੀ ਮੁਗਲ ਸਿੱਖ ਇੰਟਰੈਕਸ਼ਨ ਸੀ ਉਹ ਇੱਕ ਪੋਲੀਟੀਕਲ ਇੰਟਰੈਕਸ਼ਨ ਸੀ, ਉਹ ਇੱਕ ਰੂਲਿੰਗ ਕਲਾਸ ਤੇ ਇੱਕ ਇਮਰਜਿੰਗ ਕਮਿਊਨਿਟੀ ਦੀ ਜਿਹੜੀ ਹੈ ਆਪਸ ਵਿੱਚ ਇੰਟਰੈਕਸ਼ਨ ਸੀ. ਪਰ ਮੀਆਂ ਮੀਰ ਦੀ ਤੇ ਗੁਰੂ ਅਰਜਨ ਦੀ ਜਿਹੜੀ ਇੰਟਰੈਕਸ਼ਨ ਸੀ ਉਹ ਕਿਸੇ ਹੱਦ ਤੱਕ ਅਸਲ 'ਚ ਗਰਾਊਂਡ ਲੈਵਲ 'ਚ ਜਾਂ ਲੋਕਾਂ ਦੀ ਜਿਹੜੀ ਇੰਟਰੈਕਸ਼ਨ ਸੀ ਉਹਨੂੰ ਰਿਫਲੈਕਟ ਕਰਦੀ ਹੈ ਕਿ ਇਸ ਤਰ੍ਹਾਂ ਦਾ ਇੱਕ ਆਪਸ 'ਚ ਰਿਲੇਸ਼ਨਸ਼ਿਪ ਸੀ ਬਿਟਵੀਨ ਡਿਫਰੈਂਟ ਸੂਫੀ ਟ੍ਰੈਡੀਸ਼ਨਸ. ਆਪਸ 'ਚ ਮੀਆਂ ਮੀਰ ਆਪਣੇ ਗੁਰੂ ਅਰਜਨ ਨੂੰ ਆਪਣਾ ਰਿਲੀਜੀਅਸ ਕੰਪੀਟੀਟਰ ਨਹੀਂ ਸਮਝਦਾ ਸੀ, ਬਲਕਿ ਇੱਕ ਦੂਜੇ ਨੂੰ both of them considered each other as men of God, as men who were trying to find the true divine source. ਤੇ ਉਹ ਇੱਕ ਬੜਾ ਇੱਕ ਇੰਪੋਰਟੈਂਟ ਰਿਲੇਸ਼ਨਸ਼ਿਪ ਹੈ ਜਿਹਨੂੰ ਹੋਰ ਐਕਸਪਲੋਰ ਕਰਨ ਦੀ ਜ਼ਰੂਰਤ ਹੈ. of course ਲਾਹੌਰ ਦੇ ਗੁਰੂ ਅਰਜਨ ਦਾ ਅਗਰ ਲਾਹੌਰ ਦੀ ਤਾਰੀਖ ਦੀ ਗੱਲ ਕਰੀਏ ਤੇ ਗੁਰੂ ਅਰਜਨ ਦੀ of course ਇੱਕ ਬਹੁਤ ਇੰਪੋਰਟੈਂਟ ਰੋਲ ਹੈ. ਥੋੜੀ ਜਿਹੀ ਮੈਂ ਬਲਕਿ ਇੱਥੇ ਇੱਕ ਸਾਈਡ ਟਰੈਕ ਕਰਾਂਗਾ, ਥੋੜੀ ਮੈਂ ਸਿੱਖ ਹਿਸਟਰੀ ਦੀ ਗੱਲ ਕਰਾਂਗਾ ਕਿ ਲਾਹੌਰ ਦੇ ਨਾਲ of course ਇੱਕ ਬਹੁਤ ਪੁਰਾਣਾ ਕਨੈਕਸ਼ਨ ਹੈ ਸਿੱਖ ਹਿਸਟਰੀ ਦਾ. ਗੁਰੂ ਹਰਗੋਬਿੰਦ ਦਾ ਇੱਥੇ ਜਿਹੜਾ ਹੈ ਸਟੇ ਹੈ ਮੁਖਤਲਿਫ ਲਾਹੌਰ ਦੇ ਅੰਦਰ ਹੁਣ ਵੀ ਮੁਖਤਲਿਫ ਗੁਰਦੁਆਰੇ ਨੇ ਜਿਹੜੇ ਐਸੋਸੀਏਟ ਕੀਤੇ ਜਾਂਦੇ ਨੇ ਵਿਦ ਗੁਰੂ ਹਰਗੋਬਿੰਦ. ਬਟ ਸ਼ਾਇਦ ਗੁਰੂ ਰਾਮਦਾਸ the fourth Sikh Guru of course was born in Lahore. ਉਹਨਾਂ ਦਾ ਅੱਜ ਵੀ ਉਹਨਾਂ ਦਾ ਇੱਕ ਗੁਰਦੁਆਰਾ ਹੈ ਅੰਦਰੂਨ ਸ਼ਹਿਰ ਦੇ ਅੰਦਰ ਜਿੱਥੇ ਉਹ ਉਹਨਾਂ ਦੀ ਬਰਥ ਪਲੇਸ ਹੈ. ਪਰ ਗੁਰੂ ਅਰਜਨ ਦਾ ਸ਼ਾਇਦ ਗੁਰਦੁਆਰਾ ਜਿਹੜਾ ਡੇਰਾ ਸਾਹਿਬ ਹੈ ਜਿਹੜਾ ਬਿਲਕੁਲ ਲਾਹੌਰ ਫੋਰਟ ਤੋਂ ਆਪੋਜ਼ਿਟ ਹੈ ਤੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਧੀ ਹੈ ਉਹਦੇ ਬਿਲਕੁਲ ਨਾਲ ਹੈ, ਇੱਕ ਛੋਟੀ ਜਿਹੀ ਬਿਲਡਿੰਗ ਹੈ. ਉਹ ਸ਼ਾਇਦ ਸਭ ਤੋਂ ਇੰਪੋਰਟੈਂਟ ਗੁਰਦੁਆਰਾ ਹੈ ਲਾਹੌਰ ਦਾ ਜਿਹੜਾ ਸਿੱਖ ਹਿਸਟਰੀ ਦੇ ਨਾਲ ਜੁੜਦਾ ਹੈ. ਇਹ ਗੁਰਦੁਆਰਾ ਆਫ ਕੋਰਸ ਉੱਥੇ ਬਾਅਦ 'ਚ ਉੱਥੇ ਕੰਸਟਰਕਟ ਕੀਤਾ ਗਿਆ ਜਿੱਥੇ ਗੁਰੂ ਅਰਜਨ ਜਿਹੜਾ ਹੈ ਉਹ ਰਿਵਰ ਦੇ ਅੰਦਰ ਆਪਣੇ ਆਪ ਨੂੰ ਉਹ ਡੁਬਕੀ ਲਾਉਂਦੇ ਨੇ ਤੇ ਪੂਰਾ ਇੱਕ ਜਿਹੜਾ ਹੈ ਫਿਰ oppression ਨੂੰ escape ਕਰਦੇ ਨੇ ਮੁਗਲ oppression ਨੂੰ. of course ਗੁਰੂ ਅਰਜਨ ਦੀ ਜਿਹੜੀ of course assassination ਹੈ ਅਗਰ ਅਸੀਂ ਸਿੱਖ ਹਿਸਟਰੀ ਦੇ ਨਾਲ ਉਹਨੂੰ ਅਗਰ ਵੇਖੀਏ ਤੇ ਗੁਰੂ ਅਰਜਨ ਦੀ ਜਿਹੜੀ assassination ਹੈ ਉਹ ਬਹੁਤ ਇੰਪੋਰਟੈਂਟ ਉਹਦੀ ਸਿੰਬੋਲਿਕ ਸਿਗਨੀਫਿਕੈਂਸ ਹੈ ਸਿੱਖ ਹਿਸਟਰੀ ਦੇ ਨਾਲ. ਇੱਕ ਬਿਲਕੁਲ ਜਿਹੜਾ ਹੈ ਇੱਕ ਨਈ ਪਾਵਰ ਇੱਕ ਨਈ ਫੋਰਸ ਇਮਰਜ ਕਰਦੀ ਹੈ. ਫਿਰ of course ਗੁਰੂ ਹਰਗੋਬਿੰਦ ਦਾ ਉਹਨਾਂ ਦੇ ਬਾਅਦ ਰੋਲ ਤੇ ਗੁਰੂ ਗੋਬਿੰਦ ਸਿੰਘ ਦਾ ਇੱਕ ਕਨੈਕਸ਼ਨ ਗੁਰੂ ਹਰਗੋਬਿੰਦ ਦੇ ਨਾਲ ਉਹ ਜਿਹੜਾ ਹੈ ਤਾਰੀਖ ਮੇਰੇ ਤੋਂ ਬਿਹਤਰ ਲੋਕ ਜਾਣਦੇ ਨੇ. ਬਟ ਇੱਕ ਬਹੁਤ ਇੱਕ ਇੰਪੋਰਟੈਂਟ ਆਈਕੋਨਿਕ ਮੂਵਮੈਂਟ ਹੈ ਜਿਹੜਾ ਸਿੱਖ ਹਿਸਟਰੀ ਦੇ ਅੰਦਰ ਹੁੰਦਾ ਹੈ, ਜਿਹੜਾ ਲਾਹੌਰ ਦੇ ਅੰਦਰ ਹੁੰਦਾ ਹੈ, ਜਿਹੜੀ ਗੁਰੂ ਅਰਜਨ ਦੀ ਜਿਹੜੀ ਅਸੈਸੀਨੇਸ਼ਨ ਹੈ. ਤੁਸੀਂ ਅਗਰ ਇੱਕ ਆਲਟਰਨੇਟਿਵ ਹਿਸਟਰੀ ਦੀ ਅਸੀਂ ਅਗਰ ਗੱਲ ਕਰੀਏ ਤੇ ਅਸੀਂ ਅਗਰ ਇਮੈਜਿਨ ਕਰੀਏ ਕਿ ਅਗਰ ਗੁਰੂ ਅਰਜਨ ਦੀ ਅਸੈਸੀਨੇਸ਼ਨ ਨਹੀਂ ਹੁੰਦੀ ਐਮਪਰਰ ਜਹਾਂਗੀਰ ਦੇ ਹੱਥੋਂ ਤਾਂ ਸ਼ਾਇਦ ਇੱਕ ਬਿਲਕੁਲ ਡਿਫਰੈਂਟ ਸਾਨੂੰ ਤਾਰੀਖ ਮਿਲਦੀ, ਇੱਕ ਬਿਲਕੁਲ ਡਿਫਰੈਂਟ ਇੱਕ ਫਾਰਮ ਮਿਲਦੀ ਜਿਹੜੀ ਐਕਸਪਲੋਰ ਕਰਨ ਅਸੀਂ ਉਹਦੇ ਬਾਰੇ 'ਚ ਇਮੈਜਿਨ ਕਰ ਸਕਦੇ ਹਾਂ. ਪਰ ਲਾਹੌਰ ਦੀ ਇੱਕ ਬੜੀ ਇੰਪੋਰਟੈਂਟ ਆਈਡੈਂਟੀਟੀ ਹੈ ਉਹ ਗੁਰੂ ਅਰਜਨ ਦੇ ਨਾਲ ਉਹਨੂੰ ਜੋੜੀ ਜਾਂਦੀ ਹੈ. of course ਇਹ ਜਿਹੜਾ ਗੁਰਦੁਆਰਾ ਦੀ ਮੈਂ ਗੱਲ ਕਰ ਰਿਹਾ ਇਹ ਵਾਹਿਦ ਗੁਰਦੁਆਰਾ ਨਹੀਂ ਹੈ ਜਿਹੜਾ ਗੁਰੂ ਅਰਜਨ ਦੇ ਨਾਲ ਜੁੜਦਾ ਹੈ. ਲਾਲ ਖੋਈ ਬੜਾ ਮਸ਼ਹੂਰ ਗੁਰਦੁਆਰਾ ਹੈ, ਉਹਦੀ ਵੀ of course ਐਗਜ਼ਿਸਟੈਂਸ ਲਾਹੌਰ 'ਚ ਹੈ. ਲਾਲ ਖੋਈ ਉਹ ਸਪੌਟ ਸੀ ਜਿੱਥੇ ਗੁਰੂ ਅਰਜਨ ਨੂੰ ਟੌਰਚਰ ਕੀਤਾ ਗਿਆ ਤੇ ਪੂਰਾ ਵੈਲ ਜਿਹੜਾ ਹੈ ਉਹ ਬਲੱਡ ਦੇ ਨਾਲ ਫਿਲ ਹੋ ਗਿਆ ਕਿਉਂਕਿ ਉੱਥੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ. ਉਹ ਗੁਰਦੁਆਰਾ ਬਿਫੋਰ ਪਾਰਟੀਸ਼ਨ ਐਗਜ਼ਿਸਟ ਕਰਦਾ ਸੀ ਵਿਦਿਨ ਦ ਵਾਲ ਸਿਟੀ. ਓਵਰ ਟਾਈਮ ਜਿਹੜਾ ਹੈ ਉਹ ਜਦੋਂ ਮੈਂ ਰੀਸੈਂਟਲੀ ਉਹ ਗੁਰਦੁਆਰਾ ਨੂੰ ਵਿਜ਼ਿਟ ਕੀਤਾ ਤੇ ਉਹ ਇੱਕ ਜਿਹੜਾ ਹੈ ਸੂਫੀ ਸ਼ਰਾਈਨ ਬਣ ਗਿਆ ਸੀ. ਅੱਛਾ ਇੱਕ ਇਹਨੂੰ ਵੀ ਸਾਨੂੰ ਇੱਕ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇੱਕ ਗੁਰਦੁਆਰਾ ਹੈ ਜਾਂ ਇੱਕ ਟੈਂਪਲ ਜਿਹੜਾ ਹੈ ਉਹ ਸੂਫੀ ਸ਼ਰਾਈਨ ਬਣ ਜਾਂਦਾ ਹੈ ਜਾਂ ਇੱਕ ਮੌਸਕ ਬਣ ਜਾਂਦਾ ਹੈ. ਆਮ ਤੌਰ ਤੇ ਅਗਰ ਅਸੀਂ ਪੋਪੂਲਰ ਮੀਡੀਆ ਦੀ ਗੱਲ ਕਰੀਏ ਜਾਂ ਅਸੀਂ ਅਗਰ ਇੱਕ ਨੈਸ਼ਨਲਿਜ਼ਮ ਦੀ ਗੱਲ ਕਰੀਏ ਤੇ ਉਹਨੂੰ ਆਮ ਤੌਰ ਤੇ ਲੋਕੀ ਇੰਟਰਪ੍ਰੈਟ ਇਸ ਤਰ੍ਹਾਂ ਕਰਦੇ ਨੇ ਕਿ it represents Islam taking over or one religion taking over another religion. ਮੇਰਾ ਜਿਹੜਾ ਆਪਣਾ ਫੀਲਡ ਵਰਕ ਹੈ ਜਿਹੜੀ ਮੇਰੀ ਆਪਣੇ ਇੰਟਰਵਿਊਜ਼ ਮੈਂ ਕਿਤੇ ਉੱਥੇ ਲੋਕਾਂ ਦੇ ਜਾਂ ਆਪਣੀ ਜਿਹੜੀ ਮੇਰੀ ਐਥਨੋਗ੍ਰਾਫਿਕ ਅੰਡਰਸਟੈਂਡਿੰਗ ਹੈ ਉਹ ਹੈ ਕਿ ਅਸੀਂ ਇਸ ਜਿਹੜਾ ਇਹ ਫਰੇਮਵਰਕ ਹੈ ਹਿਸਟਰੀ ਨੂੰ ਸਮਝਣ ਦਾ ਉਹ ਸ਼ਾਇਦ ਇੰਨਾ ਇਫੈਕਟਿਵ ਨਹੀਂ ਹੈ. ਮੇਰਾ ਖਿਆਲ ਹੈ ਕਿ ਅਗਰ ਅਸੀਂ ਫੋਕ ਲੈਵਲ ਤੇ ਵੇਖੀਏ ਤੇ ਫੋਕ ਲੈਵਲ ਤੇ ਹੁੰਦਾ ਇਹ ਹੈ ਕਿ ਲੋਕਾਂ ਦੀ ਇੱਕ ਜਿਹੜੀ ਅਗਰ ਇੱਕ ਫੋਰ ਐਗਜ਼ਾਮਪਲ ਉੱਥੇ ਇੱਕ ਪਿੰਡ ਦੇ ਅੰਦਰ ਜਾਂ ਇੱਕ ਇਲਾਕੇ ਦੇ ਅੰਦਰ ਇੱਕ ਗੁਰਦੁਆਰਾ ਹੈ ਜਾਂ ਇੱਕ ਸੂਫੀ ਮਜ਼ਾਰ ਹੈ ਅਗਰ ਈਸਟ ਪੰਜਾਬ ਦੀ ਗੱਲ ਕਰੀਏ ਤੇ ਉਹ ਇੱਕ ਸੇਕਰਡ ਸਪੇਸ ਹੈ ਤੇ ਜਿਹੜੇ ਉਸ ਇਲਾਕੇ ਦੇ ਜਿਹੜੇ ਮਕਾਮੀ ਲੋਕ ਨੇ ਉਸ ਇਰਰਿਸਪੈਕਟਿਵ ਆਫ ਰਿਲੀਜਨ ਉਹਨੂੰ ਇੱਕ ਸੇਕਰਡ ਸਪੇਸ ਦੇ ਤੌਰ ਤੇ ਪਰਸੀਵ ਕਰਦੇ ਨੇ. ਓਵਰ ਟਾਈਮ ਜਦੋਂ ਆਫ ਕੋਰਸ ਆਫਟਰ ਪਾਰਟੀਸ਼ਨ ਉੱਥੇ ਕੋਈ ਉਸ ਇਲਾਕੇ 'ਚ ਕੋਈ ਸਿੱਖ ਨਹੀਂ ਰਿਹਾ ਉਸ ਇਲਾਕੇ 'ਚ ਕੋਈ ਹਿੰਦੂ ਨਹੀਂ ਰਿਹਾ ਤੇ ਓਵਰ ਟਾਈਮ ਉਹ ਸੇਕਰਡ ਸਪੇਸ ਰਹਿੰਦੀ ਹੈ ਤੇ ਲੋਕ ਉਹਨੂੰ ਫਿਰ
ਤੇ ਅੱਜ ਦੀ ਜਿਹੜੀ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਮੁਸਲਿਮ ਅਗਰ ਕਲਚਰ ਦੇ ਨਾਲ ਸੇਕ੍ਰੇਡ ਸਪੇਸ ਨੂੰ ਸਿਰਫ ਅਸੀਂ ਸਮਝ ਸਕਦੇ ਹਾਂ ਇਨ ਅ ਮੁਸਲਿਮ ਲੈਂਗੁਏਜ, ਇਨ ਅ ਸੂਫੀ ਲੈਂਗੁਏਜ। ਇਸ ਵਾਸਤੇ ਫਿਰ ਜਿਹੜੀ ਉਸ ਸੇਕ੍ਰੇਡ ਸਪੇਸ ਦੀ ਸੈਂਕਟਿਟੀ ਮੇਨਟੇਨ ਕਰਨ ਵਾਸਤੇ ਉਹਨੂੰ ਇੱਕ ਸੂਫੀ ਸ਼ਰਾਈਨ ਦੇ ਤੌਰ ਤੇ ਬਣਾਇਆ ਜਾਂਦਾ ਹੈ। ਤੇ ਮੈਂ ਉਹਨੂੰ ਇਸ ਤਰ੍ਹਾਂ ਸਮਝਦਾ ਹਾਂ ਕਿ ਅਗਰ ਇੱਕ ਗੁਰਦੁਆਰਾ ਜਿਹੜਾ ਹੈ ਜਾਂ ਇੱਕ ਮੰਦਿਰ ਜਿਹੜਾ ਹੈ ਉਹ ਅਗਰ ਸੂਫੀ ਸ਼ਰਾਈਨ ਬਣ ਜਾਂਦਾ ਹੈ ਪਾਰਟੀਸ਼ਨ ਦੇ ਬਾਅਦ, ਤੇ ਉਹਦਾ ਮਤਲਬ ਇਹ ਨਹੀਂ ਕਿ ਉਹ ਅਸੀਂ ਉਸ ਹਿਸਟਰੀ ਨੂੰ ਜਿਹੜਾ ਹੈ ਉਹ ਓਪਰੈਸ ਕੀਤਾ ਜਾ ਰਿਹਾ ਹੈ, ਬਲਕਿ ਉਹ ਕਿਸੇ ਹੱਦ ਤੱਕ ਰਿਪਰੈਜ਼ੈਂਟ ਕਰਦਾ ਹੈ ਕਿ ਲੋਕੀ ਉਸ ਜਗ੍ਹਾ ਦੇ ਨਾਲ, ਉਸ ਸਪੇਸ ਦੇ ਨਾਲ ਉਹਨਾਂ ਦੀ ਅਜੇ ਵੀ ਇੱਕ ਸਪਿਰਿਚੁਅਲ ਐਸੋਸੀਏਸ਼ਨ ਹੈ। ਤੇ ਉਹ ਸਪਿਰਿਚੁਅਲ ਐਸੋਸੀਏਸ਼ਨ ਨੂੰ ਸਿਰਫ ਇੱਕ ਹੀ ਲੈਂਗੁਏਜ ਦੇ ਅੰਦਰ ਉਹ ਐਕਸਪਲੇਨ ਕਰ ਸਕਦੇ ਨੇ, ਤੇ ਉਹ ਲੈਂਗੁਏਜ ਹੈ ਇਸਲਾਮ ਦੀ, ਉਹ ਲੈਂਗੁਏਜ ਹੈ ਸੂਫੀਜ਼ਮ ਦੀ। ਇਸ ਵਾਸਤੇ ਬੜਾ ਇੱਕ ਇੰਟਰਸਟਿੰਗ ਮੂਮੈਂਟ ਹੈ ਜਦੋਂ ਵੀ ਮੈਂ ਕੋਈ ਵੇਖਦਾ ਕਿ ਹਿੰਦੂ ਟੈਂਪਲ ਜਾਂ ਕੋਈ ਅਗਰ ਸਿੱਖ ਗੁਰਦੁਆਰਾ ਜਿਹੜਾ ਹੈ ਉਹ ਟਾਈਮ ਦੇ ਨਾਲ ਮਜ਼ਾਰ ਬਣ ਗਿਆ ਹੈ, ਤੇ ਉਹ ਬੜਾ ਇੱਕ ਇੰਟਰਸਟਿੰਗ ਰਿਪਰੈਜ਼ੈਂਟ ਕਰਦਾ ਹੈ ਲੋਕਾਂ ਦੀ ਰਿਲੀਜੀਅਸ ਐਸੋਸੀਏਸ਼ਨ ਉਸ ਜਗ੍ਹਾ ਦੇ ਨਾਲ। ਤੇ ਲਾਲ ਖੂਹੀ ਆਫ ਕੋਰਸ ਜਿਹੜਾ ਬਹੁਤ ਮਸ਼ਹੂਰ ਗੁਰਦੁਆਰਾ ਹੈ ਤਾਰੀਖ ਦਾ, ਉਹ ਇੱਕ ਸੂਫੀ ਸ਼ਰਾਈਨ ਦੇ ਤੌਰ ਤੇ ਬਣ ਗਿਆ। ਜਿਹੜੀ ਇੱਕ ਅਗਲੀ ਮੈਂ ਜਿਹੜੀ ਇੱਕ ਇਲਾਕੇ ਦੀ ਜਾਂ ਇੱਕ ਥਾਂ ਦੀ ਮੈਂ ਗੱਲ ਕਰਾਂਗਾ ਉਹ ਹੈ ਬਾਦਸ਼ਾਹੀ ਮਸਜਿਦ। ਬਾਦਸ਼ਾਹੀ ਮਸਜਿਦ ਜਿਹੜੀ ਹੈ ਉਹ ਲਾਹੌਰ ਦੀ ਸ਼ਾਇਦ ਸਭ ਤੋਂ ਆਈਕੋਨਿਕ ਬਿਲਡਿੰਗ ਹੈ। ਤੁਸੀਂ ਅਗਰ ਲਾਹੌਰ ਦੇ ਬਾਰੇ 'ਚ ਕੋਈ ਵੀ ਲਾਹੌਰ ਅਗਰ ਤੁਸੀਂ ਟਾਈਪ ਵੀ ਕਰੋ ਗੂਗਲ ਤੇ, ਸ਼ਾਇਦ ਪਹਿਲੀ ਇਮੇਜ ਜਿਹੜੀ ਹੈ ਬਾਦਸ਼ਾਹੀ ਮਸਜਿਦ ਦੀ ਆਏਗੀ। ਮੇਰੀ ਆਪਣੀ ਕਿਤਾਬ ਦੇ ਅੰਦਰ ਜਿਹੜੀ ਉੱਤੇ ਜਿਹੜਾ ਕਵਰ ਹੈ ਉਹ ਆਫ ਕੋਰਸ ਬਾਦਸ਼ਾਹੀ ਮਸਜਿਦ ਦਾ ਹੈ। ਅਗਰ ਤੁਸੀਂ ਇੰਡੀਅਨ ਫਿਲਮ ਇੰਡਸਟਰੀ ਦੀ ਗੱਲ ਕਰੋਗੇ, ਅਗਰ ਕਦੀ ਵੀ ਉਹਨਾਂ ਨੇ ਸ਼ੋਅ ਕਰਨਾ ਹੈ ਕਿ ਲਾਹੌਰ 'ਚ ਫੋਨ ਹੋ ਰਿਹਾ ਹੈ, ਲਾਹੌਰ ਦੀ ਗੱਲ ਹੋ ਰਹੀ ਹੈ, ਤੇ ਬਾਦਸ਼ਾਹੀ ਮਸਜਿਦ ਦਾ ਇੱਕ ਸ਼ਾਟ ਜਿਹੜਾ ਹੈ ਉਹ ਪੇਸ਼ ਕੀਤਾ ਜਾਏਗਾ। ਬਾਦਸ਼ਾਹੀ ਮਸਜਿਦ ਜਿਹੜੀ ਹੈ ਉਹ ਬੜੀ ਇੰਟਰਸਟਿੰਗ ਉਹਦੀ ਵੀ ਤਾਰੀਖ ਹੈ ਲਾਹੌਰ ਦੇ ਨਾਲ। ਬਾਦਸ਼ਾਹੀ ਮਸਜਿਦ ਦੀ ਜਿਹੜੀ ਪੂਰੀ ਸਟੋਰੀ ਹੈ, ਅਸੀਂ ਉਸ ਸਟੋਰੀ ਨੂੰ ਜੋੜ ਸਕਦੇ ਹਾਂ ਵਿਦ ਦਾਰਾ ਸ਼ਿਕੋ ਐਂਡ ਔਰੰਗਜ਼ੇਬ। ਸਾਨੂੰ ਪਤਾ ਹੈ ਕਿ ਬਿਫੋਰ ਸਿਵਲ ਵਾਰ ਸਟਾਰਟਡ ਦਾਰਾ ਸ਼ਿਕੋ ਜਿਹੜਾ ਹੈ ਉਹ ਲਾਹੌਰ ਦਾ ਗਵਰਨਰ ਸੀ, ਪੰਜਾਬ ਦਾ ਗਵਰਨਰ ਸੀ। ਤੇ ਆਫ ਕੋਰਸ ਲਾਹੌਰ ਦੇ ਇਲਾਕੇ ਦੀ ਕਿਉਂਕਿ ਅਕਬਰ ਦੇ ਬਾਅਦ ਉਹ ਪਹਿਲਾ ਮੁਗਲ ਕਿੰਗ ਸੀ ਜਾਂ ਮੁਗਲ ਪ੍ਰਿੰਸ ਸੀ ਜਿਹਨੇ ਬਹੁਤ सी फंडिंग रॉयल पेट्रनेज आना शुरू होया लाहौर च बहुत सी नई बिल्डिंग्स तामीर होना शुरू हुई ਤੇ ਹੋਰ ਬਾਕੀ ਕਿਸਮ ਦੀ ਇਨਵੈਸਟਮੈਂਟ ਹੋਈ। ਤੇ ਆਫ ਕੋਰਸ ਜਿਹੜੇ ਲਾਹੌਰ ਦੇ ਲੋਕ ਸਨ ਉਹਨਾਂ ਦੀ ਬੜੀ ਐਸੋਸੀਏਸ਼ਨ ਸੀ ਦਾਰਾ ਸ਼ਿਕੋ ਦੇ ਨਾਲ, ਤੇ ਦਾਰਾ ਸ਼ਿਕੋ ਦੀ ਆਫ ਕੋਰਸ ਐਸੋਸੀਏਸ਼ਨ ਸੀ ਮੀਆਂ ਮੀਰ ਦੇ ਨਾਲ। ਤੇ ਦਾਰਾ ਸ਼ਿਕੋ ਬੇਸਿਕਲੀ ਇੱਕ ਪੂਰਾ ਪੈਥਵੇ ਬਣਾਉਣਾ ਚਾਹ ਰਹੇ ਸਨ ਆਪਣੇ ਹਵੇਲੀ ਤੋਂ ਮੀਆਂ ਮੀਰ ਦੇ ਮਜ਼ਾਰ ਤੱਕ। ਆਫ ਕੋਰਸ ਇੱਕ ਬਹੁਤ ਵੱਡਾ ਇੱਕ ਰਾਸਤਾ ਹੈ, ਮੇਰੇ ਖਿਆਲ 5 ਜਾਂ 10 ਕਿਲੋਮੀਟਰ ਦਾ ਜਿਹੜਾ ਹੈ ਪੂਰਾ ਸਫ਼ਰ ਹੈ। ਤੇ ਉਹਨਾਂ ਨੇ ਸਪੈਸ਼ਲੀ ਆਗਰਾ ਤੋਂ ਇੱਕ ਰੈਡ ਟਾਈਲਸ ਮੰਗਵਾਏ, ਜਿਹੜੇ ਉਹ ਪਾਥਵੇ ਜਿਹੜਾ ਹੈ ਰੈਡ ਟਾਈਲਸ ਦਾ ਜਿਹੜਾ ਉਹ ਬਣਨਾ ਸੀ, ਤੇ ਉਹ ਫਿਰ ਪਿਲਗ੍ਰਿਮੇਜ ਉਹਨਾਂ ਦਾ ਹੁੰਦਾ ਡੇਲੀ। ਅੱਛਾ, ਉਹ ਰੈਡ ਟਾਈਲਸ ਪੂਰੇ ਲਾਹੌਰ ਆ ਗਏ ਸਨ ਤੇ ਉਹਦਾ ਪੂਰਾ ਇੱਕ ਜਿਹੜਾ ਢੇਰ ਪਿਆ ਸੀ, ਤੇ ਉਹ ਪਾਥਵੇ ਅਜੇ ਕੰਸਟਰਕਟ ਨਹੀਂ ਹੋਇਆ ਸੀ। ਤੇ ਪੂਰੀ ਇਹਨਾਂ ਦੀ ਸਿਵਲ ਵਾਰ ਸ਼ੁਰੂ ਹੋ ਗਈ ਦਾਰਾ ਸ਼ਿਕੋ ਦੀ ਔਰੰਗਜ਼ੇਬ ਦੀ। ਆਫ ਕੋਰਸ ਦਾਰਾ ਸ਼ਿਕੋ ਜਿਹੜਾ ਹੈ ਉਹ he loses his life and Aurangzeb becomes the emperor. ਜਦੋਂ ਔਰੰਗਜ਼ੇਬ ਐਮਪਰਰ ਬਣਦਾ ਹੈ ਪੂਰੇ ਹਿੰਦੁਸਤਾਨ ਦਾ, ਤੇ ਉਹ ਜਿਹੜੇ ਰੈਡ ਟਾਈਲਸ ਨੇ ਉਹ ਇੱਕ ਆਰਡਰ ਦਿੰਦਾ ਹੈ ਕਿ ਇਹ ਪਾਥਵੇ ਛੱਡੋ ਤੇ ਇੱਥੇ ਇੱਕ ਮਸਜਿਦ ਬਣਾਓ। ਤੇ ਜਿਹੜੀ ਮਸਜਿਦ ਹੈ ਆਫ ਕੋਰਸ ਉਹ ਬਣਦੀ ਹੈ ਜਿਹੜੀ ਦਿੱਲੀ 'ਚ ਜਿਹੜੀ ਮਸਜਿਦ ਹੈ ਉਹਦੇ ਮਾਡਲ ਦੇ ਅੰਦਰ। ਤੇ ਇੱਕ ਜਿਹੜੀ ਹੈ ਉਸ ਟਾਈਲਸ ਜਿਹੜੀ ਦਾਰਾ ਸ਼ਿਕੋ ਨੇ ਟਾਈਲਸ ਮੰਗਵਾਈ ਆਗਰਾ ਤੋਂ, ਜਿਹੜੀ ਇੱਕ ਕਨੈਕਸ਼ਨ ਸੀ ਬਿਟਵੀਨ ਲਾਹੌਰ ਫੋਰਟ ਤੇ ਮੀਆਂ ਮੀਰ ਦਾ, ਉਸੇ ਟਾਈਲਸ ਤੋਂ ਹੁਣ ਲਾਹੌਰ ਦੀ ਬਾਦਸ਼ਾਹੀ ਮਸਜਿਦ ਜਿਹੜੀ ਹੈ ਉਹ ਕੰਸਟਰਕਟ ਹੁੰਦੀ ਹੈ। ਅੱਛਾ, ਲਾਹੌਰ ਦੀ ਜਿਹੜੀ ਬਾਦਸ਼ਾਹੀ ਮਸਜਿਦ ਹੈ ਉਹਦਾ ਆਫ ਕੋਰਸ ਉਹ ਰੈਡ ਟਾਈਲਸ ਨੇ ਤੇ ਉਹ ਸਿੰਬਲ ਆਫ ਬਲੱਡ ਬਣਦਾ ਹੈ, ਕਿਉਂਕਿ ਲਾਹੌਰ ਦੇ ਜਿਹੜੇ ਲੋਕ ਸਨ ਉਹਨਾਂ ਦੀ ਐਸੋਸੀਏਸ਼ਨ ਬਹੁਤ ਜ਼ਿਆਦਾ ਸੀ ਦਾਰਾ ਸ਼ਿਕੋ ਦੇ ਨਾਲ, ਉਹਨਾਂ ਦੀ ਐਸੋਸੀਏਸ਼ਨ ਜਿਹੜੀ ਹੈ ਔਰੰਗਜ਼ੇਬ ਦੇ ਨਾਲ ਕਮ ਸੀ। ਤੇ ਜਦੋਂ ਇਹ ਮਸਜਿਦ ਨਹੀਂ ਬਣਦੀ ਹੈ ਤੇ ਲੋਕਾਂ ਨੇ ਉਸ ਮਸਜਿਦ ਦੇ ਅੰਦਰ ਜਾਣਾ ਬਿਲਕੁਲ ਲੋਕਾਂ ਨੇ ਕਬੂਲ ਨਹੀਂ ਕੀਤਾ। ਉਹ ਕਹਿੰਦੇ ਸਨ ਕਿ ਇਹ ਮਸਜਿਦ ਜਿਹੜੀ ਹੈ ਦਾਰਾ ਸ਼ਿਕੋ ਦੇ ਖੂਨ ਦੀ ਬਣੀ ਹੋਈ ਹੈ, ਤੇ ਲੋਕਾਂ ਨੇ ਬੜੀ ਦੇਰ ਤੱਕ ਇਸ ਮਸਜਿਦ ਦਾ ਬਾਈਕਾਟ ਰੱਖਿਆ। ਤੇ ਆਫ ਕੋਰਸ ਵਿਦ ਟਾਈਮ ਉਹ ਤਾਰੀਖ ਭੁੱਲਣਾ ਸ਼ੁਰੂ ਹੋ ਗਈ ਤੇ ਇੱਕ ਮਸਜਿਦ ਜਿਹੜੀ ਹੈ ਮਸਜਿਦ ਦੀ ਇੰਪੋਰਟੈਂਸ बढ़ना शुरू हो गई। पर बादशाह मस्जिद बड़ा एक इंटरेस्टिंग ਜਿਹੜੀ ਹੈ ਇੱਕ ਸਟੋਰੀ ਹੈ ਮੁਗਲ ਵਾਰ ਦੀ। ਤੁਹਾਨੂੰ ਕਿਸੇ ਤੱਕ ਇੱਕ ਬੜਾ ਅਗਰ ਅਸੀਂ ਇੱਕ ਸਿੰਪਲਿਸਟਿਕ ਅੰਡਰਸਟੈਂਡਿੰਗ ਰੱਖੀ ਹੈ ਤੇ ਤੁਹਾਨੂੰ ਕਿਸੇ ਹੱਦ ਤੱਕ ਤੁਹਾਨੂੰ ਜਿਹੜੀ ਮੁਖਤਲਿਫ ਰਿਲੀਜੀਓਸਿਟੀ ਹੈ ਦਾਰਾ ਸ਼ਿਕੋ ਦੀ ਤੇ ਔਰੰਗਜ਼ੇਬ ਦੀ ਤੁਹਾਨੂੰ ਇਸ ਕੰਸਟਰਕਸ਼ਨ ਦੇ ਥਰੂ ਵੀ ਨਜ਼ਰ ਆਉਂਦੀ ਹੈ ਕਿ ਦਾਰਾ ਸ਼ਿਕੋ ਜਿਹੜਾ ਹੈ ਉਹ ਬੇਸਿਕਲੀ ਇੱਕ ਕੰਸਟਰਕਟ ਕਰਨਾ ਚਾਹ ਰਿਹਾ ਹੈ ਇੱਕ connection with the Sufi shrine. Sufi shrine ਦੀ ਮੈਂ ਗੱਲ ਕੀਤੀ ਕਿ Sufi shrine symbol ਬਣਦਾ ਹੈ ਇੱਕ non-orthodox religion ਦਾ, ਇੱਕ non-ritualistic religion ਦਾ। ਪਰ ਔਰੰਗਜ਼ੇਬ ਜਿਹੜਾ ਹੈ ਉਹ ਇੱਕ ritualistic religion ਨੂੰ follow ਕਰਦਾ ਹੈ ਤੇ ਉਹ ਇੱਕ instead of making a Sufi shrine he constructs a mosque। ਤੇ ਉਹ
ਤੁਸੀਂ ਦੇਖ ਸਕਦੇ ਹੋ ਕਿ ਇੱਕ ਬਿਲਡਿੰਗ ਤੇ ਉਹਦੀ ਆਰਕੀਟੈਕਚਰ ਦੋ ਡਿਫਰੈਂਟ ਪੋਲੀਟੀਕਲ ਤੇ ਰਿਲੀਜੀਅਸ ਸੈਂਸਿਬਿਲਿਟੀਜ਼ ਜਿਹੜੀ ਹੈ ਉਹ ਰਿਫਲੈਕਟ ਕਰਦੀ ਹੈ। ਅੱਛਾ, ਅਗਲਾ ਜਿਹੜਾ ਮੈਂ ਇੱਕ ਟੈਂਪਲ ਦੀ ਗੱਲ ਕਰਾਂਗਾ ਲਾਹੌਰ 'ਚ, ਉਹ ਬੜਾ ਇੰਟਰਸਟਿੰਗ ਟੈਂਪਲ ਹੈ। ਉਹ ਟੈਂਪਲ ਹੈ ਜੀ ਭੇਰੂ ਦਾ ਸਥਾਨ। ਭੇਰੂ ਦਾ ਸਥਾਨ ਜਿਹੜਾ ਹੈ ਟੈਂਪਲ ਹੈ, ਐਗਜ਼ਿਸਟ ਕਰਦਾ ਹੈ ਇਚਰਾ 'ਚ। ਅੱਛਾ, ਇਚਰਾ ਜਿਹੜਾ ਹੈ ਹੁਣ ਅੱਜ ਇੱਕ ਛੋਟਾ ਜਿਹਾ ਇੱਕ ਇਲਾਕਾ ਹੈ ਲਾਹੌਰ ਦੇ ਆਊਟਸਕਰਟਸ ਦੇ ਅੰਦਰ। ਆਫਕੋਰਸ ਉਹ ਤੇ ਹੁਣ ਲਾਹੌਰ ਦਾ ਹਿੱਸਾ ਬਣ ਗਿਆ, ਪਰ ਲਾਹੌਰ ਜਿਹੜਾ ਵਾਲ ਸਿਟੀ ਹੈ ਉਹਦੇ ਆਊਟਸਕਰਟਸ ਐਗਜ਼ਿਸਟ ਕਰਦਾ ਹੈ। ਅੱਛਾ, ਇਚਰਾ ਦੇ ਬਾਰੇ 'ਚ ਕਹਿੰਦੇ ਨੇ ਕਿ ਸ਼ਾਇਦ ਲਾਹੌਰ ਦਾ ਜਿਹੜਾ ਲਾਹੌਰ ਦਾ ਸਭ ਤੋਂ ਪੁਰਾਣਾ ਇਲਾਕਾ ਹੈ ਉਹ ਇਚਰਾ ਹੈ। ਜਿਹੜੇ ਲਾਹੌਰ ਦੇ ਸਭ ਤੋਂ ਪੁਰਾਣੇ ਮੰਦਿਰ ਲੋਕ ਕਹਿੰਦੇ ਨੇ ਕਿ ਉਹ ਸ਼ਾਇਦ ਇਚਰਾ 'ਚ ਐਗਜ਼ਿਸਟ ਕਰਦੇ ਸਨ। ਭੇਰੂ ਦਾ ਸਥਾਨ ਵੀ ਉਸੇ ਮੰਦਿਰ ਦਾ ਇੱਕ ਉਹ ਪੁਰਾਣਾ ਇੱਕ ਮੰਦਿਰ ਹੈ ਜਿਹੜਾ ਲਾਹੌਰ ਦੀ ਤਾਰੀਖ ਨੂੰ ਜੋੜਦਾ ਹੈ ਉਹਦੀ ਐਂਸ਼ੀਅੰਟ ਤਾਰੀਖ ਦੇ ਨਾਲ। ਇਹਦੇ ਬਾਰੇ 'ਚ ਆਫਕੋਰਸ ਮੁਖਤਲਿਫ ਥਿਊਰੀਜ਼ ਨੇ। ਇੱਕ ਥਿਊਰੀ ਇਹ ਵੀ ਹੈ ਕਿ ਜਿਹੜਾ ਲਾਹੌਰ ਦਾ ਬੜਾ ਮਸ਼ਹੂਰ ਲੋਹਾਰੀ ਗੇਟ ਹੈ, ਉਹ ਲੋਕ ਕਹਿੰਦੇ ਨੇ ਕਿ ਉਹ ਲਾਹੌਰ ਜਿਹੜੀ ਕਮਿਊਨਿਟੀ ਸੀ ਉੱਥੇ ਐਗਜ਼ਿਸਟ ਕਰਦੀ ਸੀ। ਪਰ ਇੱਕ ਹੋਰ ਉਹਦੇ ਬਾਰੇ 'ਚ ਥਿਊਰੀ ਇਹ ਵੀ ਕਹੀ ਜਾਂਦੀ ਹੈ ਕਿ ਸ਼ਾਇਦ ਲੋਹਾਰੀ ਗੇਟ ਅਸਲ 'ਚ ਲਾਹੌਰੀ ਗੇਟ ਸੀ ਤੇ ਲਾਹੌਰ ਅਸਲ 'ਚ ਜਿਹੜਾ ਪੁਰਾਣਾ ਇਲਾਕਾ ਇਚਰਾ ਹੈ ਉਹ ਲਾਹੌਰ ਸੀ ਤੇ ਉਹ ਗੇਟ ਖੁੱਲਦਾ ਹੈ ਇਚਰੇ ਦੀ ਤਰਫ। ਤੇ ਸ਼ਾਇਦ ਇਚਰਾ ਜਿਹੜਾ ਅਸਲ 'ਚ ਪੁਰਾਣਾ ਸਿਟੀ ਸੀ ਤੇ ਇਹ ਜਿਹੜਾ ਵਾਲ ਸਿਟੀ ਸੀ ਇਹ ਬਾਅਦ 'ਚ ਬਣਾਇਆ ਗਿਆ, ਮਹਿਮੂਦ ਗਜ਼ਨਵੀ ਦੇ ਟਾਈਮ ਤੇ ਬਣਾਇਆ ਗਿਆ। ਆਫਕੋਰਸ these are all myths, these are all assumptions, hypothesis। ਇਹਦੇ ਉੱਤੇ ਸ਼ਾਇਦ ਇਤਨੀ ਗੱਲ ਨਹੀਂ ਹੋਈ, ਇਤਨੀ ਸ਼ਾਇਦ ਰਿਸਰਚ ਵੀ ਨਹੀਂ ਹੋਈ। ਬਟ ਇਚਰਾ ਜਿਹੜਾ ਹੈ ਬਹੁਤ ਇੰਪੋਰਟੈਂਟ ਜਗ੍ਹਾ ਹੈ ਲਾਹੌਰ ਦੀ, ਕਿਉਂਕਿ ਉੱਥੇ ਸ਼ਾਇਦ ਸਭ ਤੋਂ ਪੁਰਾਣੇ ਮੰਦਿਰ ਸਾਨੂੰ ਲਾਹੌਰ ਦੇ ਅੰਦਰ ਐਗਜ਼ਿਸਟ ਕਰਦੇ ਨੇ। ਇੱਕ ਜਿਹੜਾ ਮੰਦਿਰ ਹੈ ਉਹ ਭੇਰੂ ਦਾ ਸਥਾਨ ਹੈ। ਅਗਰ ਆਫਕੋਰਸ ਮੈਂ ਹੁਣ ਤੁਹਾਨੂੰ ਪਿਕਚਰ ਤੇ ਨਹੀਂ ਦਿਖਾ ਸਕਦਾ, ਪਰ ਭੇਰੂ ਦਾ ਸਥਾਨ ਅਗਰ ਤੁਸੀਂ ਮੰਦਿਰ ਵੇਖੋ ਤਾਂ ਸ਼ਾਇਦ ਉਹਦਾ ਆਰਕੀਟੈਕਚਰ ਇੰਨਾ ਪੁਰਾਣਾ ਨਹੀਂ ਹੈ, ਉਹ ਆਰਕੀਟੈਕਚਰ ਨया ਹੈ। ਆਫਕੋਰਸ ਉਹ ਵੀ ਹੁੰਦਾ ਹੈ ਕਿ ਵਿਦ ਟਾਈਮ ਮੁਖਤਲਿਫ ਰਿਲੀਜੀਅਸ ਸਪੇਸਿਸ ਰੈਨੋਵੇਟ ਹੁੰਦੀਆਂ ਨੇ ਓਵਰ ਐਂਡ ਓਵਰ ਅਗੇਨ। ਈਸਟ ਪੰਜਾਬ ਦੇ ਅੰਦਰ ਮੁਖਤਲਿਫ ਗੁਰਦੁਆਰੇ ਓਵਰ ਅਗੇਨ ਰੈਨੋਵੇਟ ਹੋਏ ਨੇ, ਇੱਥੇ ਵੀ ਮੁਖਤਲਿਫ ਮੌਸਕਸ ਓਵਰ ਐਂਡ ਓਵਰ ਰੈਨੋਵੇਟ ਹੋਈਆਂ ਨੇ। ਤੇ ਸਿਰਫ ਆਰਕੀਟੈਕਚਰ ਇੱਕ ਜਿਹੜਾ ਹੈ ਉਹ ਅਸੀਂ ਸਿਰਫ ਆਰਕੀਟੈਕਚਰ ਨੂੰ ਯੂਜ਼ ਨਹੀਂ ਕਰ ਸਕਦੇ ਅੰਡਰਸਟੈਂਡ ਕਰਨ ਵਾਸਤੇ ਕਿ ਉਹਦੀ ਇੱਕ ਏਰੀਆ ਦੀ ਹਿਸਟਰੀ ਕਿੰਨੀ ਪੁਰਾਣੀ ਹੈ। ਭੇਰੂ ਦਾ ਬਹੁਤ ਇੱਕ ਲਾਈਕਲੀ ਹੈ ਕਿ ਭੇਰੂ ਦਾ ਸਥਾਨ ਇੱਕ ਸ਼ਾਇਦ ਐਂਸ਼ੀਅੰਟ ਇੱਕ ਟੈਂਪਲ ਸੀ ਜਿਹੜਾ ਓਵਰ ਟਾਈਮ ਜਿਹੜਾ ਹੈ ਉਹ ਰੀਕਨਸਟਰਕਟ ਹੁੰਦਾ ਹੈ। ਅੱਛਾ, ਭੇਰੂ ਦਾ ਸਥਾਨ ਦੀ ਆਫਕੋਰਸ ਇੱਕ ਹੋਰ ਬੜੀ ਇੰਟਰਸਟਿੰਗ ਸਟੋਰੀ ਹੈ ਕਿ ਇਹ ਪਹਿਲੀ ਵਾਰੀ ਦਾਰਾ ਸ਼ਿਕੋਹ ਦੇ ਟਾਈਮ ਦੇ ਅੰਦਰ ਇਸ ਮੰਦਿਰ ਨੂੰ ਜਿਹੜਾ ਹੈ ਡਿਵੈਲਪ not ਪਹਿਲੀ ਵਾਰੀ ਪਰ ਇਹਦੀ ਦਾਰਾ ਸ਼ਿਕੋਹ ਦੇ ਟਾਈਮ ਦੇ ਅੰਦਰ ਇਹਦੀ ਰੈਨੋਵੇਸ਼ਨ ਹੁੰਦੀ ਹੈ, ਇਹਨੂੰ ਕੰਸਟਰਕਟ ਕੀਤਾ ਜਾਂਦਾ ਹੈ। ਪਰ ਇਹਦੀ ਮੈਂ ਸਟੋਰੀ ਜਿਹੜੀ ਹੈ ਉਹ ਜੁੜਨਾ ਚਾਹ ਰਿਹਾ ਹਾਂ ਰਣਜੀਤ ਸਿੰਘ ਦੇ ਨਾਲ, ਕਿ ਰਣਜੀਤ ਸਿੰਘ ਦੇ ਟਾਈਮ ਦੇ ਅੰਦਰ ਉਹਦੀ ਜਿਹੜੀ ਮੁਸਲਿਮ ਵਾਈਫ ਸੀ ਮੋਰਾ ਮਾਈ, ਉਹਦੀ ਇੱਕ ਬੜੀ ਮਸ਼ਹੂਰ ਕਹਾਣੀ ਹੈ ਕਿ ਉਹਦੀ ਵਾਲਦਾ ਜਿਹੜੀ ਹੈ ਉਹ ਬਿਮਾਰ ਹੋ ਜਾਂਦੀ ਹੈ ਤੇ ਉਹਦੇ ਖਾਬ ਦੇ ਅੰਦਰ ਫਿਰ ਭੇਰੂ ਆਉਂਦਾ ਹੈ ਤੇ ਭੇਰੂ ਕਹਿੰਦਾ ਹੈ ਕਿ ਮੇਰਾ ਇੱਕ ਮੰਦਿਰ ਹੈ ਇਚਰਾ 'ਚ, ਅਗਰ ਉਸ ਮੰਦਿਰ ਨੂੰ ਤੁਸੀਂ ਰੈਨੋਵੇਟ ਕਰੋਗੇ ਤੇ ਤੁਹਾਡੀ ਵਾਲਦਾ ਦੀ ਤਬੀਅਤ ਬਿਹਤਰ ਹੋ ਜਾਏਗੀ। ਤੇ ਰਣਜੀਤ ਸਿੰਘ ਦੀ ਜਿਹੜੀ ਮੁਸਲਿਮ ਵਾਈਫ ਹੈ ਮੋਰਾ ਮਾਈ, ਉਹ ਇੱਕ ਹਿੰਦੂ ਟੈਂਪਲ ਕੰਸਟਰਕਟ ਕਰਦੀ ਹੈ ਇਚਰਾ ਦੇ ਅੰਦਰ ਤੇ ਉਹਨੂੰ ਰੈਨੋਵੇਟ ਕਰਦੀ ਹੈ। ਤੇ ਮੇਰਾ ਖਿਆਲ ਹੈ ਇਹ ਆਫਕੋਰਸ ਵਾਂਸ ਅਗੇਨ ਇੱਕ ਬੜਾ ਇੰਟਰਸਟਿੰਗ ਇੱਕ ਸਾਨੂੰ ਲਾਹੌਰ ਦੀ ਤਾਰੀਖ ਤੇ ਜਾਂ ਹਿੰਦੁਸਤਾਨ ਦੀ ਤਾਰੀਖ ਦੇ ਬਾਰੇ 'ਚ ਦੱਸਦਾ ਹੈ ਕਿ ਇੱਕ ਸਿੱਖ ਰੂਲਰ ਹੈ, ਉਹਦੀ ਮੁਸਲਿਮ ਵਾਈਫ ਹੈ ਜਿਹੜਾ ਇੱਕ ਹਿੰਦੂ ਟੈਂਪਲ ਕੰਸਟਰਕਟ ਕਰ ਰਹੀ ਹੈ। ਤੇ ਆਫਕੋਰਸ ਕਲੋਨੀਅਲ ਜਿਹੜਾ ਡਿਸਕੋਰਸ ਹੈ ਅਰਾਊਂਡ ਰਣਜੀਤ ਸਿੰਘ, ਅਰਾਊਂਡ ਮੁਸਲਿਮ ਸਿੱਖ ਹਿੰਦੂ ਹੈਰੀਟੇਜ, ਉਹ ਬੜਾ ਡਿਫਰੈਂਟ ਹੈ, ਬੜਾ ਐਕਸਕਲੂਸਿਵ ਹੈ, ਬੜੀ ਕਲੀਅਰ ਬਾਉਂਡਰੀਜ਼ ਨੇ। ਪਰ ਇਸ ਤਰ੍ਹਾਂ ਦੀ ਜਿਹੜੀ ਸਟੋਰੀਜ਼ ਹੈ ਉਹ ਸ਼ਾਇਦ ਬਿਹਤਰ ਅਕਾਸੀ, ਬਿਹਤਰ ਰਿਫਲੈਕਸ਼ਨ ਹੈ ਅਸਲ 'ਚ ਜਿਹੜੀ ਹਿੰਦੁਸਤਾਨ ਦੀ ਤਾਰੀਖ ਸੀ, ਜਿਹੜਾ ਇੱਥੇ ਆਪਸ 'ਚ ਲੋਕਾਂ ਨਾਲ ਮਿਲਣਾ ਸੀ। ਆਫਕੋਰਸ ਜਿਹੜੀ ਅਗਲੀ ਮੈਂ ਏਰੀਆ ਦੀ ਗੱਲ ਕਰਾਂਗਾ ਉਹ ਗੁਰਦੁਆਰਾ ਸ਼ਹੀਦਗੰਜ ਹੈ। ਗੁਰਦੁਆਰਾ ਸ਼ਹੀਦਗੰਜ ਆਫਕੋਰਸ ਇੱਕ ਬਹੁਤ ਇੰਪੋਰਟੈਂਟ ਰਿਲੀਜੀਅਸ ਸਪੇਸ ਹੈ। ਇੱਥੇ ਆਫਕੋਰਸ ਮੈਸੇਕਰ ਹੋਇਆ, ਇੱਥੇ ਜੈਨੋਸਾਈਡ ਹੋਇਆ ਸਿੱਖ ਕਮਿਊਨਿਟੀ ਦਾ। ਲਾਹੌਰ ਜਿਹੜੀ ਸਿੱਖ ਕਮਿਊਨਿਟੀ ਸੀ ਐਟ ਦ ਹੈਂਡਸ ਆਫ ਮੀਆਂ ਮੰਨੂ ਮੈਨੇ ਜ਼ਕਰੀਆ ਖਾਨ ਦੇ ਆਫਕੋਰਸ ਉਹਦੇ ਬਾਅਦ ਪੂਰੀ ਇਹਦੀ ਤਾਰੀਖ ਹੈ। ਅੱਛਾ, ਇਹ ਆਫਕੋਰਸ ਗੁਰਦੁਆਰਾ ਸ਼ਹੀਦਗੰਜ became a very very controversial spot during the colonial era in the 1930s। ਪੂਰੇ ਇੱਕ ਇੱਥੇ controversy ਬਣੀ ਤੇ ਸ਼ਾਇਦ ਲਾਹੌਰ ਦੇ ਜਿਹੜੇ ਪਹਿਲੇ ਰਾਇਟਸ ਸਨ between Muslim and Sikhs ਉਹ ਸ਼ੁਰੂ ਹੁੰਦੇ ਨੇ ਗੁਰਦੁਆਰਾ ਸ਼ਹੀਦਗੰਜ ਦੇ ਰਾਇਟਸ ਤੋਂ 1930 'ਚ, ਕਿਉਂਕਿ ਇੱਥੇ ਇੱਕ ਮਸਜਿਦ ਸੀ ਤੇ ਪੂਰੀ ਇੱਕ ਸਿੱਖ ਆਰਗੂਮੈਂਟ ਸੀ ਕਿ ਇੱਥੇ ਗੁਰਦੁਆਰਾ ਸੀ, ਅਸਲ ਉਹਨੂੰ ਫਿਰ ਮਸਜਿਦ ਬਣਾਇਆ ਗਿਆ। ਮੁਸਲਮਾਨ ਕਹਿੰਦੇ ਸਨ ਕਿ ਨਹੀਂ, ਇੱਥੇ ਸੱਚਾ ਮਸਜਿਦ ਸੀ ਜਿਹੜਾ ਬਾਅਦ 'ਚ ਗੁਰਦੁਆਰਾ ਬਣਾਇਆ ਗਿਆ। ਤੇ ਤੁਸੀਂ ਸਮਝ ਲਓ ਕਿ ਤਕਰੀਬਨ ਇੱਕ ਬਾਬਰੀ ਮਸਜਿਦ ਦਾ ਪੂਰਾ ਇੱਕ ਜਿਹੜਾ ਹੈ ਉੱਥੇ ਇੱਕ ਆਲਮ ਸੀ, ਜਾਂ ਉਸ ਤਰ੍ਹਾਂ ਦਾ ਇੱਥੇ ਇੱਕ ਪੂਰਾ ਸੈਂਟੀਮੈਂਟ ਬਣ ਗਿਆ ਸੀ। ਜਿੰਨਾ ਵੀ ਆਫਕੋਰਸ ਇਨਵੋਲਵ ਹੁੰਦੇ ਨੇ ਇਸ ਕੰਟਰੋਵਰਸੀ ਦੇ ਅੰਦਰ, ਪੂਰਾ ਇੱਕ ਜਿਹੜਾ ਹੈ ਰੌਲਾ ਬਣਦਾ ਹੈ। ਤੇ ਮੈਂ ਗੁਰਦੁਆਰਾ ਸ਼ਹੀਦਗੰਜ ਦੀ ਮੈਂ ਇਸ ਲਈ ਗੱਲ ਕਰ ਰਿਹਾ ਕਿਉਂਕਿ ਉਹ ਬੇਸਿਕਲੀ ਕਲੋਨੀਅਲ ਜਿਹੜਾ ਇੱਕ ਪੂਰੀ ਪਾਲਿਸੀ ਸੀ ਆਫ ਡਿਵਾਈਡ ਐਂਡ ਰੂਲ,
of using history as propaganda, of using history to divide communities. ਉਹ ਬੜਾ ਇੱਕ important ਇੱਥੇ ਸਾਨੂੰ ਇੱਕ ਜਿਹੜਾ ਹੈ ਉਹ ਵਿਟਨੈਸ ਕਰਦੇ ਹਾਂ ਇਸ ਪੂਰੀ ਜਿਹੜੀ ਕੰਟਰੋਵਰਸੀ ਬਣਦੀ ਹੈ ਉਸ ਦੇ ਨਾਲ ਤੇ ਗੁਰਦੁਆਰਾ ਸ਼ਹੀਦਗੰਜ ਆਫ ਕੋਰਸ ਓਵਰ ਟਾਈਮ ਫਿਰ ਗੁਰਦੁਆਰਾ ਸ਼ਹੀਦਗੰਜ ਹੁਣ ਆਫ ਕੋਰਸ ਰੀਸੈਂਟਲੀ ਰੈਨੋਵੇਟ ਕੀਤਾ ਗਿਆ ਬਾਈ ਰੀਸੈਂਟਲੀ ਆਈ ਮੀਨ ਇਨ ਦ ਪਾਸਟ 20-30 years ਜਿਹੜਾ ਹੈ ਉਹ ਗੁਰਦੁਆਰਾ ਸ਼ਹੀਦਗੰਜ ਨੂੰ ਰੈਨੋਵੇਟ ਕੀਤਾ ਗਿਆ ਉਹ ਰਿਫਲੈਕਟ ਕਰਦਾ ਹੈ ਜਿਹੜੀ ਪਾਕਿਸਤਾਨ ਜਿਹੜਾ ਸਟੇਟ ਹੈ ਪਿਛਲੇ 20-30 ਸਾਲ ਤੋਂ ਉਹਦਾ ਇੱਕ ਐਟੀਟਿਊਡ ਟੁਵਰਡਸ ਸਿੱਖ ਹਿਸਟਰੀ ਸਿੱਖ ਹੈਰੀਟੇਜ ਜਿਹੜਾ ਹੈ ਉਹ ਚੇਂਜ ਹੋ ਗਿਆ ਹੈ ਤੇ ਗੁਰਦੁਆਰਾ ਸ਼ਹੀਦਗੰਜ ਵੀ ਉਹਦੀ ਰੈਨੋਵੇਸ਼ਨ ਜਿਹੜੀ ਹੈ ਉਸ ਟਾਈਮ 'ਚ ਐਗਜ਼ਿਸਟ ਹੋਈ ਗੁਰਦੁਆਰਾ ਸ਼ਹੀਦਗੰਜ ਇੱਕ ਹੋਰ ਬੜੀ ਇੱਕ ਇੰਟਰਸਟਿੰਗ ਸਟੋਰੀ ਹੈ ਉਹਦੇ ਬਾਰੇ 'ਚ ਉਹ ਸਟੋਰੀ ਇਹ ਹੈ ਕਿ ਬਿਕੋਜ਼ ਇਹਦੀ ਪੂਰੀ ਇੱਕ ਤਾਰੀਖੀ ਇਹਦੇ ਪਿੱਛੇ ਇੱਕ ਐਂਟੈਗਨਿਜ਼ਮ ਸੀ ਤੇ ਜਦੋਂ ਗੁਰਦੁਆਰਾ ਸ਼ਹੀਦਗੰਜ ਨੂੰ ਰੈਨੋਵੇਟ ਕਰਨ ਦੀ ਗੱਲ ਹੋਈ in 1990s ਜਿਹੜੀ ਉੱਥੇ ਦੀ ਜਿਹੜੀ ਲੋਕਲ ਮੁਸਲਿਮ ਪਾਪੂਲੇਸ਼ਨ ਸੀ ਉਹਨੇ ਬਿਲਕੁਲ ਡਿਸਐਗਰੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਰੈਨੋਵੇਟ ਨਹੀਂ ਕਰਨ ਦੇਵਾਂਗੇ ਕਿਉਂਕਿ ਇੱਥੇ ਇੱਕ ਮਸਜਿਦ ਸੀ ਤੇ ਅਸੀਂ ਇੱਥੇ ਗੁਰਦੁਆਰਾ ਨਹੀਂ ਜਿਹੜਾ ਹੈ ਉਹ ਅਲਾਉ ਕਰਾਂਗੇ ਕਿ ਇੱਥੇ ਗੁਰਦੁਆਰਾ ਬਣੇ ਪਰ ਉੱਥੇ ਇੱਕ ਲੋਕਲ ਉੱਥੇ ਲੋਹਾਰ ਸੀ ਉਸ ਇਲਾਕੇ ਦਾ ਉਹਨੇ ਫਿਰ ਲੋਕਾਂ ਦੇ ਨਾਲ ਗੱਲ ਕੀਤੀ ਉਹਨਾਂ ਕਿ ਉਹਨੇ ਆਖਿਆ ਕਿ ਇੱਥੇ ਅਗਰ ਇੱਥੇ ਗੁਰਦੁਆਰਾ ਅਗਰ ਇਹ ਬਣ ਜਾਂਦਾ ਹੈ ਤੇ ਸਿੱਖ ਪਿਲਗ੍ਰਿਮਸ ਆਉਣਗੇ ਇੱਕ ਟੂਰਿਜ਼ਮ ਥੋੜੀ ਜਿਹੜੀ ਹੈ ਉਹ बढ़ेगी ਉਸ ਇਲਾਕੇ ਦੀ ਤੇ ਇਸ ਤੋਂ ਬਿਹਤਰ ਹੈ ਕਿ ਅਸੀਂ ਇੱਥੇ ਬੇਸਿਕਲੀ ਇੱਕ ਗੁਰਦੁਆਰਾ ਜਿਹੜਾ ਹੈ ਉਹਨੂੰ ਪਰਮਿਸ਼ਨ ਦੇ ਦਈਏ ਤੇ ਇਸ ਵਾਲੇ ਤੋਂ ਇਸ ਤਰ੍ਹਾਂ ਫਿਰ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਕਿ ਇੱਥੇ ਇੱਕ ਲੋਕਲ ਬੰਦੇ ਨੇ ਉਹ ਪੂਰੀ ਕੰਟਰੋਵਰਸੀ ਹੈਂਡਲ ਕੀਤੀ ਤੇ ਉਹਨੇ ਇੱਕ ਗੁਰਦੁਆਰੇ ਬਣਾਉਣ ਦੀ ਪੂਰੀ ਮੂਵਮੈਂਟ ਜਿਹੜੀ ਹੈ ਉਹਨੂੰ ਅੱਗੇ ਲੈ ਕੇ ਚੱਲਿਆ ਤੇ ਪੂਰਾ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਇਆ ਗਿਆ ਜਿਹੜਾ ਸੈਕੰਡ ਲਾਸਟ ਜਿਹੜੀ ਮੈਂ ਇੱਕ ਟੈਂਪਲ ਦੀ ਗੱਲ ਕਰਾਂਗਾ ਲਾਹੌਰ 'ਚ ਉਹ ਹੈ ਜੈਨ ਮੰਦਿਰ ਚੌਕ ਇੱਕ ਬਹੁਤ ਮਸ਼ਹੂਰ ਇਲਾਕਾ ਹੈ ਲਾਹੌਰ ਦਾ ਅਨਾਰਕਲੀ ਦੇ ਨਾਲ ਹੈ ਰੀਸੈਂਟਲੀ ਜੈਨ ਮੰਦਿਰ ਚੌਕ ਜਿਹੜਾ ਹੈ ਉਹ ਨਿਊਜ਼ ਦੇ ਅੰਦਰ ਵੀ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਲਾਹੌਰ ਦੀ ਜਿਹੜੀ ਪਹਿਲੀ ਔਰੰਜ ਲਾਈਨ ਹੈ ਜਾਂ ਮੈਟਰੋ ਟ੍ਰੇਨ ਹੈ ਉਹ ਬਣ ਰਹੀ ਸੀ ਤੇ ਉਹ ਜੈਨ ਮੰਦਿਰ ਦੇ ਬਿਲਕੁਲ ਨਾਲ ਉਹ ਜਿਹੜੀ ਹੈ ਉਹ ਗੁਜ਼ਰ ਰਹੀ ਸੀ ਜੈਨ ਮੰਦਿਰ ਦੀ ਜਿਹੜੀ ਤਾਰੀਖ ਹੈ ਬੜੀ ਇੰਪੋਰਟੈਂਟ ਹੈ ਕਿਉਂਕਿ of course ਇੱਕ ਹਿਸਟੋਰੀਕਲ ਉਹਦੀ ਇੱਕ ਇੰਪੋਰਟੈਂਸ ਤੇ ਹੈ ਪਰ ਪਾਕਿਸਤਾਨ ਬਣਨ ਤੋਂ ਬਾਅਦ ਉਹਦੀ ਬੜੀ ਇੰਪੋਰਟੈਂਟ ਤਾਰੀਖ ਹੈ ਕਿਉਂਕਿ 92 ਚ ਜਦੋਂ ਬਾਬਰੀ ਮਸਜਿਦ ਅਯੋਧਿਆ ਚ ਜਦੋਂ ਅਟੈਕ ਹੁੰਦੀ ਹੈ ਤੇ ਸੈਂਕੜੋ ਹਿੰਦੂ ਟੈਂਪਲਸ ਤੇ of course ਜੈਨ ਟੈਂਪਲਸ ਅਟੈਕ ਹੁੰਦੇ ਨੇ ਪਾਕਿਸਤਾਨ ਚ ਇਸ ਟੈਂਪਲ ਨੂੰ ਵੀ ਅਟੈਕ ਕੀਤਾ ਜਾਂਦਾ ਹੈ ਤੇ ਓਵਰ ਟਾਈਮ ਉਹ ਟੈਂਪਲ ਜਿਹੜਾ ਹੈ ਉਹ ਡਿਸਟਰੋਏ ਹੋ ਜਾਂਦਾ ਹੈ ਤੇ ਜੈਨ ਮੰਦਿਰ ਦੀ ਮੈਂ ਇਸ ਲਈ ਗੱਲ ਕਰ ਰਿਹਾ ਕਿਉਂਕਿ ਇਹ in a very crude way, it really represents what became of Hindu heritage in Pakistan and how Hindu heritage essentially was seen as this sort of became a Hindu heritage ਜਿਹੜੀ ਹੈ ਉਹ basically ਇੱਕ hostage ਬਣ ਗਈ between India-Pakistan relation ਕਿ ਐਸੋਸੀਏਸ਼ਨ ਐਸੀ ਲੋਕਾਂ ਦੀ ਐਸੋਸੀਏਸ਼ਨ ਇਹ ਬਣ ਗਈ ਕਿ ਇਹ ਸਾਡੀ ਹਿਸਟਰੀ ਨਹੀਂ ਹੈ ਸਾਡੀ ਹੈਰੀਟੇਜ ਨਹੀਂ ਹੈ ਬਲਕਿ ਇਹ ਹਿੰਦੂਆਂ ਦੀ ਹੈਰੀਟੇਜ ਹੈ ਹਿੰਦੂਆਂ ਦੀ ਹਿਸਟਰੀ ਹੈ ਤੇ ਅਗਰ ਸਾਡੀ ਹਿਸਟਰੀ ਜਿਹੜੀ ਹੈ ਉਹ ਉੱਥੇ ਬਾਬਰੀ ਮਸਜਿਦ ਦੇ ਨਾਲ ਜੁੜੀ ਹੋਈ ਹੈ ਅਗਰ ਬਾਬਰੀ ਮਸਜਿਦ ਨੂੰ ਅਟੈਕ ਕੀਤਾ ਜਾਏਗਾ ਤੇ ਅਸੀਂ ਹਿੰਦੂ ਹਿਸਟਰੀ ਨੂੰ ਅਟੈਕ ਕਰਾਂਗੇ ਤੇ ਬਿਲਕੁਲ ਇਹ ਰਿਪਰੈਜ਼ੈਂਟ ਕਰਦਾ ਹੈ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਅੰਡਰਸਟੈਂਡਿੰਗ ਆਫ ਹਿਸਟਰੀ ਸਾਡੀ ਅੰਡਰਸਟੈਂਡਿੰਗ ਆਫ ਨੈਸ਼ਨੈਲਿਟੀ ਸਾਡੀ ਅੰਡਰਸਟੈਂਡਿੰਗ ਆਫ ਕਮਿਊਨਿਟੀ ਉਹ ਜੀਓਗ੍ਰਾਫੀ ਦੇ ਨਾਲ ਲਿਮਿਟਡ ਨਹੀਂ ਹੈ ਬਲਕਿ ਉਹ ਲਿਮਿਟਡ ਹੈ ਸਾਡੀ ਇਮੈਜਿਨੇਸ਼ਨ ਦੇ ਨਾਲ ਤੇ ਕਿ ਇੱਕ ਐਸਾ ਇਲਾਕਾ ਅਯੋਧਿਆ ਜਿਹੜਾ ਪਾਕਿਸਤਾਨ ਦੇ ਨਾਲ ਕੋਈ ਤਾਲੁਕ ਨਹੀਂ ਉਹ ਉੱਥੇ ਇੱਕ ਬਿਲਡਿੰਗ ਜਿਹੜੀ ਹੈ ਉਹ ਪਾਕਿਸਤਾਨ ਦੀ ਤਾਰੀਖ ਦਾ ਹਿੱਸਾ ਹੈ ਬਟ ਇੱਕ ਐਸੀ ਬਿਲਡਿੰਗ ਜਿਹੜੀ ਲਾਹੌਰ 'ਚ ਐਗਜ਼ਿਸਟ ਕਰਦੀ ਹੈ ਉਹ ਪਾਕਿਸਤਾਨ ਦੀ ਤਾਰੀਖ ਦਾ ਹਿੱਸਾ ਨਹੀਂ ਹੈ ਇਸ ਤਰ੍ਹਾਂ ਦੀ ਜਿਹੜੀ ਸਟੋਰੀ ਤੁਹਾਨੂੰ ਬਹੁਤ ਸਾਰੇ ਜਿਹੜੇ ਟੈਂਪਲਸ ਨੇ ਲਾਹੌਰ ਦੇ ਅੰਦਰ ਉਹ ਡਿਸਟਰੋਏ ਕੀਤੇ ਗਏ 92 'ਚ ਤੇ ਬੜੀ ਇੱਕ ਜਿਹੜੀ ਹੈ ਇੱਕ ਖੌਫਨਾਕ ਤੇ ਬੜੀ ਇੱਕ ਜਿਹੜੀ ਹੈ ਸੈਡ story ਹੈ having said that ਕਿਉਂਕਿ ਮੈਂ of course I always try to look for stories ਜਿਹੜੀ ਲੋਕਾਂ ਨੂੰ ਇਕੱਠੇ ਜੋੜਦੀ ਹੈ ਤੇ ਇੱਕ ਦੋ ਤੁਹਾਨੂੰ ਲਾਹੌਰ 'ਚ ਇਸ ਤਰ੍ਹਾਂ ਦੇ ਮੰਦਿਰ ਵੀ ਮਿਲਣਗੇ ਜਿੱਥੇ ਲੋਕਾਂ ਨੇ ਬਲਕਿ ਉਹਨਾਂ ਨੂੰ ਬਚਾਇਆ ਇੱਕ ਮੈਂ ਸਟੋਰੀ ਲਿਖੀ ਸੀ ਅਲ ਜਜ਼ੀਰਾ ਵਾਸਤੇ ਲਾਸਟ ਈਅਰ ਉਹ ਬੇਸਿਕਲੀ ਇੱਕ ਇਸੇ ਤਰ੍ਹਾਂ ਦਾ ਇੱਕ ਮੰਦਿਰ ਸੀ ਠੋਕਰ ਨਿਆਜ਼ ਬੇਗ ਇੱਕ ਇਲਾਕਾ ਹੈ ਉੱਥੇ ਤੇ ਉਹ ਮੰਦਿਰ ਜਦੋਂ ਅਟੈਕ ਹੋਣਾ ਸ਼ੁਰੂ ਹੋਇਆ ਤੇ ਉੱਥੇ ਜਿਹੜੇ ਲੋਕਲ ਬਜ਼ੁਰਗ ਸਨ ਉਹਨਾਂ ਨੇ ਆਖਿਆ ਕਿ ਇਹ ਮੰਦਿਰ ਹੁਣ ਮੰਦਿਰ ਨਹੀਂ ਹੈ ਇੱਕ ਮੰਦਿਰ ਅਸਲ 'ਚ ਇੱਕ ਸਕੂਲ ਬਣ ਗਿਆ ਸੀ ਤੇ ਇਹਨੂੰ ਅਟੈਕ ਨਾ ਕਰੋ ਤੇ ਉਹਨਾਂ ਨੇ ਪੂਰਾ ਇੱਕ ਮੰਦਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੰਦਿਰ ਆਫ ਕੋਰਸ ਬਚ ਗਿਆ ਅੱਜ ਵੀ ਉਹ ਮੰਦਿਰ ਐਗਜ਼ਿਸਟ ਕਰਦਾ ਹੈ ਤੇ ਉੱਥੇ ਉਸਦੇ ਅੰਦਰ ਅੱਜ ਵੀ ਇੱਕ ਸਕੂਲ ਐਗਜ਼ਿਸਟ ਕਰਦਾ ਹੈ ਤੇ ਸਾਨੂੰ ਇਸ ਤਰ੍ਹਾਂ ਵੀ ਇੱਕ ਦੋ ਸਟੋਰੀਜ਼ ਮਿਲਣਗੀ ਹਿੰਦੂ ਟੈਂਪਲਸ ਦੀ ਪਰ ਮੋਸਟਲੀ ਜਿਹੜੇ ਹਿੰਦੂ ਟੈਂਪਲਸ ਨੇ ਉਹ 92 'ਚ ਉਹਨਾਂ ਨੂੰ ਅਟੈਕ ਕੀਤਾ ਗਿਆ ਤੇ ਜੈਨ ਮੰਦਿਰ ਜਿਹੜਾ ਹੈ ਉਹ ਸਭ ਤੋਂ ਸ਼ਾਇਦ ਪ੍ਰੋਮੀਨੈਂਟ ਹੈ ਕਿਉਂਕਿ ਗਲੋਬਲੀ ਇਹਦੀ ਤਸਵੀਰ ਇਹਦੀ ਪਿਕਚਰ ਮੁਖਤਲਿਫ ਅਖਬਾਰਾਂ 'ਚ ਆਈ ਸਾਰੀ ਪੂਰੀ ਉਹਦਾ ਇੱਕ ਮੂਵਮੈਂਟ ਚਲੀ
ਆਖਰੀ ਜਿਹੜੀ ਬਿਲਡਿੰਗ ਹੈ ਜਿਹਦੀ ਮੈਂ ਗੱਲ ਕਰਾਂਗਾ ਉਹ ਹੈ ਵਾਲਮੀਕੀ ਮੰਦਿਰ ਲਾਹੌਰ ਨੀਲਾ ਗੁੰਬਦ ਲਾਹੌਰ 'ਚ ਐਗਜ਼ਿਸਟ ਕਰਦਾ ਹੈ ਵਾਲਮੀਕੀ ਮੰਦਿਰ ਜਿਹੜਾ ਲਾਹੌਰ ਦੇ ਅੰਦਰ ਕੁਝ ਸਾਲ ਤੱਕ ਉਹ one of the two only functional Hindu temples in Lahore ਸੀ ਹੁਣ of course 3-4 ਹੋਰ ਵੀ ਬਣ ਗਏ ਨੇ ਪਰ ਇੱਕ ਵਾਹਿਦ ਟੈਂਪਲ ਹੈ ਜਿਹੜਾ ਪਾਰਟੀਸ਼ਨ ਦੇ ਬਾਅਦ ਜਿਹੜਾ ਹਿੰਦੂ ਟੈਂਪਲ ਰਿਹਾ ਜਿਹੜਾ ਫੰਕਸ਼ਨਲ ਹਿੰਦੂ ਟੈਂਪਲ ਜਿਹੜਾ ਹੈ ਉਹ ਰਿਹਾ ਅੱਛਾ ਵਾਲਮੀਕੀ ਮੰਦਿਰ ਦੀ ਜਿਹੜੀ ਪਾਕਿਸਤਾਨ ਦੇ ਅੰਦਰ of course ਇੱਕ ਤੇ ਬੜੀ ਇੰਪੋਰਟੈਂਟ ਸਟੋਰੀ ਹੈ ਕਿਉਂਕਿ ਵਾਲਮੀਕੀ ਨੂੰ ਤੇ ਲਾਹੌਰ ਦੇ origin ਨੂੰ ਵੀ ਆਪਸ 'ਚ ਉਹਦਾ ਇੱਕ ਕਨੈਕਸ਼ਨ ਹੈ ਤੇ ਉਹ ਟੈਂਪਲ ਹੁਣ of course ਇੱਕ ਬੜਾ ਮਾਮੂਲੀ ਜਿਹਾ ਟੈਂਪਲ ਹੈ ਛੋਟਾ ਜਿਹਾ ਕੰਸਟਰਕਸ਼ਨ ਹੈ ਬਿਲਕੁਲ ਜਿਹੜੇ ਈਵਨ ਜਿਹੜੇ ਉਸ ਲੋਕਲ ਇਲਾਕੇ 'ਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਟੈਂਪਲ ਦੇ ਬਾਰੇ 'ਚ ਨਹੀਂ ਪਤਾ ਤੇ ਉਹ ਟੈਂਪਲ today becomes a site where different Hindu communities from all over the city gather from different festivals like Diwali and Holi. But ਜਿਹੜਾ ਵਾਲਮੀਕੀ ਜਿਹੜਾ ਮੰਦਿਰ ਹੈ ਉਹਦੀ ਬੜੀ ਇੰਟਰਸਟਿੰਗ ਸਟੋਰੀ ਇਸ ਤਰ੍ਹਾਂ ਹੈ ਕਿ ਕਿਉਂਕਿ ਵਾਲਮੀਕੀ ਆਫ ਕੋਰਸ ਰਿਪਰੈਜ਼ੈਂਟਡ ਅ ਲੋਅਰ ਕਾਸਟ ਆਫ ਹਿੰਦੂ ਤੇ ਜਦੋਂ ਪਾਰਟੀਸ਼ਨ ਦੇ ਟਾਈਮ ਤੇ ਇਹਨਾਂ ਦੀ ਮਾਈਗ੍ਰੇਸ਼ਨ ਬੜੀ ਕਮ ਹੋਈ ਬਹੁਤ ਸੇ ਜਿਹੜੇ ਪਾਰਟੀਸ਼ਨ ਦੇ ਟਾਈਮ 'ਚ ਜਾਂ ਪਾਰਟੀਸ਼ਨ ਦੇ ਬਾਅਦ ਜਾਂ ਥੋੜਾ ਜਿਹਾ ਪਹਿਲੇ ਬਹੁਤ ਸੇ ਵਾਲਮੀਕੀ ਹਿੰਦੂ ਜਿਹੜੇ ਹਨ ਉਹਨਾਂ ਨੇ ਕ੍ਰਿਸਚੀਅਨਿਟੀ ਐਕਸੈਪਟ ਕਰ ਲਈ ਉਹਨਾਂ ਨੇ ਇਸਲਾਮ ਵੀ ਐਕਸੈਪਟ ਕਰ ਲਿੱਤਾ ਉਹਨਾਂ ਆਫ ਕੋਰਸ ਇਹ ਜਿਹੜੀ ਕਨਵਰਜਨ ਸੀ ਇਹ ਬਹੁਤ ਰਿਚੁਅਲਿਸਟਿਕ ਨਹੀਂ ਸੀ ਕਨਵਰਜਨ ਜਿਹੜੀ ਸੀ ਉਹ ਬਹੁਤ ਫਾਰਮਲ ਨਹੀਂ ਸੀ ਉਹ ਕਨਵਰਜਨ ਦਾ ਮਤਲਬ ਕੀ ਸੀ ਕਿ ਲੋਕਾਂ ਨੇ ਆਪਣਾ ਨਾਂ ਚੇਂਜ ਕਰ ਦਿੱਤਾ ਜਾਂ ਇੱਕ ਕ੍ਰਾਸ ਪਹਿਨਣਾ ਸ਼ੁਰੂ ਕਰ ਦਿੱਤਾ ਬਸ ਦਿਸ ਵਾਸ ਦ ਨੇਚਰ ਆਫ देयर ਕਨਵਰਜਨ ਅੱਛਾ ਉਹ ਇੰਟਰਸਟਿੰਗ ਇਹ ਹੋਇਆ ਕਿ ਹੁਣ ਗਵਰਨਮੈਂਟ ਰਿਕਾਰਡ ਦੇ ਅੰਦਰ ਇਹ ਜਿਹੜੀ ਵਾਲਮੀਕੀ ਕਮਿਊਨਿਟੀ ਹੈ ਉਹ ਹਿੰਦੂ ਨਹੀਂ ਹੈ ਬਲਕਿ ਉਹ ਕ੍ਰਿਸਚਨ ਕਮਿਊਨਿਟੀ ਬਣਦੀ ਹੈ ਬਟ ਤੇ ਅੱਜ ਕਿ ਆਫ ਕੋਰਸ ਰੀਸੈਂਟਲੀ ਜਦੋਂ ਪਿਛਲੇ ਮੁਸ਼ਰਫ ਦੇ ਟਾਈਮ ਦੇ ਬਾਅਦ ਥੋੜਾ ਬਹੁਤ ਜਿਹੜਾ ਮਾਈਨੋਰਿਟੀਜ਼ ਨੇ ਆਪਣੇ ਆਪ ਨੂੰ ਪਾਕਿਸਤਾਨ 'ਚ ਐਗਜ਼ਰਟ ਕਰਨਾ ਸ਼ੁਰੂ ਕੀਤਾ ਜਾਂ ਮਾਈਨੋਰਿਟੀ ਫੈਸਟੀਵਲਸ ਨੂੰ ਥੋੜੀ ਇੰਪੋਰਟੈਂਸ ਮਿਲਣਾ ਸ਼ੁਰੂ ਹੋਈ ਤੇ ਬਹੁਤ ਜਿਹੜੇ ਪੁਰਾਣੇ ਜਿਹੜੇ ਹਿੰਦੂ ਸਨ ਜਿਹੜੇ ਹੁਣ ਕ੍ਰਿਸਚਨ ਬਣ ਗਏ ਸਨ ਜਾਂ ਮੁਸਲਮਾਨ ਬਣ ਗਏ ਸਨ ਉਹਨਾਂ ਨੇ ਵਾਪਸ ਇਹ ਮੰਦਿਰ 'ਚ ਆਉਣਾ ਸ਼ੁਰੂ ਕਰ ਦਿੱਤਾ ਤੇ ਪੂਰਾ ਇੱਕ ਆਪਣੇ ਜਿਹੜੇ ਪੁਰਾਣੇ ਫੈਸਟੀਵਲਸ ਨੇ ਉਹਨਾਂ ਨੂੰ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਬੜਾ ਇੱਕ ਇੰਟਰਸਟਿੰਗ ਮੇਰੇ ਨਾਲ ਵਾਕਿਆ ਇਹ ਹੋਇਆ ਕਿ ਜਦੋਂ ਮੈਂ ਪਹਿਲੀ ਵਾਰੀ ਵਾਲਮੀਕੀ ਦੇ ਮੰਦਿਰ 'ਚ ਗਿਆ ਉੱਥੇ ਇੱਕ ਤਰਫ ਤੋਂ ਸਾਨੂੰ ਵਾਲਮੀਕੀ ਦੇ ਲਵ ਦੇ ਤੇ ਕੁਸ਼ਤੀ ਤਸਵੀਰ ਮਿਲਦੀ ਸੀ ਉੱਥੇ ਇਹਨਾਂ ਦਾ ਮੂਰਤੀ ਵੀ ਸੀ ਤੇ ਪੇਂਟਿੰਗ ਵੀ ਹੋਈ ਸੀ ਤੇ ਉਸਦੇ ਬਿਲਕੁਲ ਆਪੋਜ਼ਿਟ ਇੱਕ ਕ੍ਰਾਸ ਸੀ ਕ੍ਰਾਈਸਟ ਦਾ ਕ੍ਰਿਸਚੀਅਨਿਟੀ ਦਾ ਸਿੰਬਲ ਤੇ ਮੈਨੂੰ ਵਾਲਮੀਕੀ ਦਾ ਜਿਹੜਾ ਮੰਦਿਰ ਹੈ ਬੜਾ ਇੰਟਰਸਟਿੰਗ ਲੱਗਿਆ ਕਿਉਂਕਿ ਉਹ ਅੱਜ ਵੀ ਇੱਕ ਮੈਲਟਿੰਗ ਪੌਟ ਹੈ ਜਿੱਥੇ ਲੋਕਾਂ ਦੀ ਆਈਡੈਂਟੀਟੀ ਰਿਲੀਜੀਅਸ ਆਈਡੈਂਟੀਟੀ ਜਿਹੜੀ ਹੈ ਉਹ ਬੇਸਿਕਲੀ ਮੈਲਟ ਕਰ ਜਾਂਦੀ ਹੈ ਉਹ ਲੋਕ ਕ੍ਰਿਸਚਨ ਵੀ ਹਨ ਉਹ ਹਿੰਦੂ ਵੀ ਹਨ ਉਹ ਮੁਸਲਮਾਨ ਕਨਵਰਜਨ ਮੁਸਲਮਾਨ ਉਹਨਾਂ ਦਾ ਨਾਮ ਹੈ ਕਿਉਂਕਿ ਉਹ ਆਈਡੈਂਟੀਟੀ ਆਪਣੀ ਹਾਈਡ ਕਰਦੇ ਨੇ ਤੇ ਇਨ ਮੈਨੀ ਵੇਜ਼ ਜਦੋਂ ਮੈਂ ਇਹਨੂੰ ਸਮਝਦਾ ਹਾਂ ਕਿ ਜਿਹੜਾ ਵਾਲਮੀਕੀ ਮੰਦਿਰ ਹੈ ਉਹ ਸ਼ਾਇਦ ਜਿਹੜੀ ਲਾਹੌਰ ਦੀ ਜਾਂ ਜਿਹੜੀ ਪੰਜਾਬ ਦੀ ਇੱਕ ਜਿਹੜੀ ਰਿਲੀਜੀਅਸ ਆਈਡੈਂਟੀਟੀ ਸੀ ਜਿਹੜੀ ਵਾਰਿਸ ਸ਼ਾਹ ਰਿਪਰੈਜ਼ੈਂਟ ਕਰਦਾ ਹੈ ਜਿਹੜੀ ਸ਼ਾਹ ਹੁਸੈਨ ਰਿਪਰੈਜ਼ੈਂਟ ਕਰਦਾ ਹੈ ਜਿਹੜੇ ਗੁਰੂ ਨਾਨਕ ਰਿਪਰੈਜ਼ੈਂਟ ਕਰਦੇ ਨੇ ਇੱਕ ਫਲੂਇਡ ਆਈਡੈਂਟੀਟੀ ਸੀ ਉਹ ਅੱਜ ਵੀ ਲਾਹੌਰ ਦੇ ਅੰਦਰ ਤੁਹਾਨੂੰ ਮਿਲਦੀ ਹੈ ਵਾਲਮੀਕੀ ਦੇ ਮੰਦਿਰ 'ਚ ਜਿੱਥੇ ਲੋਕ ਕ੍ਰਿਸਚਨਸ ਵੀ ਆਪਣੇ ਆਪ ਨੂੰ ਕ੍ਰਿਸਚਨ ਵੀ ਸੱਦਦੇ ਨੇ ਤੇ ਉਹ ਮੁਸਲਮਾਨ ਵੀ ਹਨ ਉਹ ਹਿੰਦੂ ਵੀ ਹਨ ਤੇ ਬੜਾ ਇੱਕ ਇੰਟਰਸਟਿੰਗ ਜਿਹੜੀ ਹੈ ਉਹ ਇੱਕ ਸਪੇਸ ਹੈ ਇਹਦੇ ਨਾਲ ਮੈਂ ਆਪਣਾ ਇੱਕ ਅੱਜ ਦਾ ਲੈਕਚਰ ਖਤਮ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੁਣਿਆ ਤੇ ਤੁਸੀਂ ਆਪਣਾ ਕੀਮਤੀ ਵਕਤ ਜਿਹੜਾ ਹੈ ਉਹ ਮੇਰੇ ਨਾਲ ਸਪੈਂਡ ਕੀਤਾ ਥੈਂਕ ਯੂ ਬਹੁਤ ਮਿਹਰਬਾਨੀ ਹਾਰੂਨ ਖਾਲਿਦ ਜੀ ਤੁਸੀਂ ਆਪਣਾ ਲੈਕਚਰ ਬੜਾ ਸੰਖੇਪ ਤੇ ਥੋੜਾ ਸਪੀਡ ਵਿੱਚ ਬੜਾ ਜਲਦੀ ਸਮਾਪਤ ਕਰ ਦਿੱਤਾ ਔਰ ਅਸੀਂ ਇੰਨੇ ਘੱਟ ਸਮੇਂ ਲਈ ਨਹੀਂ ਤਿਆਰ ਤੇ ਬਹੁਤ ਜ਼ਿਆਦਾ ਸਮੇਂ ਲਈ ਤਿਆਰ ਹੁੰਦੇ ਹਾਂ ਲੇਕਿਨ ਤੁਸੀਂ ਆਪਣਾ ਵਿਖਿਆਨ ਸਮੇਟ ਲਿਆ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਸੀਗੇ ਉਹ ਮੈਸੇਜ ਲਗਾਤਾਰ ਲਿਖ ਰਹੇ ਸੀਗੇ ਤੇ ਬਹੁਤ ਖੁਸ਼ ਹੋ ਰਹੇ ਸੀਗੇ ਇੱਕ ਨਵੇਂ ਸ਼ਹਿਰ ਤੋਂ ਦੀਦਾਰ ਛੇਤਰਾ ਜੀ ਪੱਤਰਕਾਰ ਨਵੇਂ ਸ਼ਹਿਰ ਦੇ ਉਹਨਾਂ ਨੇ ਲਿਖਿਆ ਕਿ ਉਹ ਆਪ ਉਹਨਾਂ ਨੇ ਜਾ ਕੇ ਲਾਹੌਰ ਦੇਖਿਆ ਲੇਕਿਨ ਕਹਿੰਦੇ ਉਹਨਾਂ ਨਜ਼ਾਰਾ ਆਪ ਦੇਖ ਕੇ ਨਹੀਂ ਆਇਆ ਜਿੰਨਾ ਅੱਜ ਹਾਰੂਨ ਖਾਲਿਦ ਜੀ ਨੇ ਸਾਨੂੰ ਆਪਣੀ ਗੱਲਾਂ ਰਾਹੀਂ ਲਾਹੌਰ ਦੀਆਂ ਗਲੀਆਂ ਦੇ ਦਰਸ਼ਨ ਕਰਾ ਦਿੱਤੇ ਔਰ ਮੈਂ ਆਪ ਮਹਿਸੂਸ ਕਰ ਰਿਹਾ ਸੀਗਾ ਜਿਵੇਂ ਕੋਈ ਬਜ਼ੁਰਗ ਇੱਕ ਬੱਚੇ ਨੂੰ ਉਂਗਲੀ ਪਕੜ ਕੇ ਕੋਈ ਚੀਜ਼ਾਂ ਦਿਖਾ ਰਿਹਾ ਹੁੰਦਾ ਅੱਜ ਇਸ ਤਰ੍ਹਾਂ ਹਾਰੂਨ ਖਾਲਿਦ ਜੀ ਨੇ ਸਾਨੂੰ ਲਾਹੌਰ ਸ਼ਹਿਰ ਦੇ ਉਹਦੀਆਂ ਗਲੀਆਂ ਦੇ ਉਹਦੇ ਸਥਾਨਾਂ ਦੇ ਦਰਸ਼ਨ ਕਰਵਾਏ ਤੇ ਸਾਡੇ ਲਈ ਲਾਹੌਰ ਦੇ ਨਾਲ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਜਿਵੇਂ ਗੁਰੂ ਰਾਮਦਾਸ ਜੀ ਚੌਥੇ ਗੁਰੂ ਉਹਨਾਂ ਦਾ ਜਨਮ ਸਥਾਨ ਵੀ ਲਾਹੌਰ ਹੈ
ਔਰ ਉਹਨਾਂ ਦੇ ਬੇਟੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਵੀ ਲਾਹੌਰ ਹੈ। ਔਰ ਇਸ ਸ਼ਹਿਰ ਦੇ ਵਿੱਚ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਵੀ ਉਹਨਾਂ ਦੇ ਪੈਂਦੇ ਰਹੇ। ਤੇ ਇਸੇ ਸ਼ਹਿਰ ਦੇ ਵਿੱਚ ਰਣਜੀਤ ਸਿੰਘ ਦੇ ਬਾਂਹ ਦੇ ਉੱਤੇ ਕੋਹਿਨੂਰ ਹੀਰਾ ਵੀ ਵੱਜਿਆ ਰਿਹਾ। ਤਾਂ ਇਹਦੇ ਨਾਲ ਸਾਡੇ ਲਈ ਖਾਸ ਤੌਰ ਤੇ ਪੂਰਬੀ ਪੰਜਾਬ ਦੇ ਸਿੱਖਾਂ ਲਈ ਲਾਹੌਰ ਦੇ ਨਾਲ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ। ਤੇ ਤੁਸੀਂ ਗੁਰਦੁਆਰੇ ਮੰਦਿਰ ਤੇ ਉਹਨਾਂ ਦੇ ਰਾਜਨੀਤੀ, ਇਤਿਹਾਸ, ਸੱਭਿਆਚਾਰ ਤੇ ਧਰਮ ਨੂੰ ਪਿਛੋਕੜ ਵਿੱਚ ਰੱਖ ਕੇ ਸਾਨੂੰ ਲਾਹੌਰ ਦੇ ਦਰਸ਼ਨ ਕਰਾਏ। ਇੱਕ ਖਾਸ ਗੱਲ ਜਿਹੜੀ ਮੈਨੂੰ ਬਹੁਤ ਹੀ ਜ਼ਿਆਦਾ ਅੱਜ ਜਾਣੀ ਤੁਸੀਂ ਨਵੀਂ ਇੱਕ ਵਿਆਖਿਆ ਕਰ ਦਿੱਤੀ, ਉਹ ਇਹ ਸੀ ਕਿ ਇੱਧਰ ਪੰਜਾਬ ਵਿੱਚ ਵੀ ਅਸੀਂ ਪੁਰਾਣੇ ਸਾਡੇ ਪਿੰਡਾਂ ਦੇ ਵਿੱਚ ਦੇਖਦੇ ਰਹੇ ਹਾਂ ਕਿ ਕੋਈ ਗੁਰਦੁਆਰਾ, ਲੇਕਿਨ ਉਹ ਕਹਿੰਦੇ ਸੀ ਇੱਥੇ ਮਸਜਿਦ ਹੁੰਦੀ ਸੀ, ਲੇਕਿਨ ਹੁਣ ਜਦੋਂ 1947 ਤੋਂ ਬਾਅਦ ਉੱਥੇ ਗੁਰਦੁਆਰਾ ਬਣਾ ਲਿਆ। ਤੇ ਮੈਨੂੰ ਇਦਾਂ ਲੱਗਦਾ ਹੁੰਦਾ ਸੀਗਾ ਵੀ ਇਹ ਧੱਕਾ ਆ, ਵੀ ਮਸਜਿਦ ਨੂੰ ਮਸਜਿਦ ਹੀ ਰਹਿਣ ਦੇਣਾ ਚਾਹੀਦਾ ਸੀਗਾ। ਲੇਕਿਨ ਅੱਜ ਜਿਹੜੀ ਤੁਸੀਂ ਵਿਆਖਿਆ ਕੀਤੀ ਹੈ, ਬਹੁਤ ਮੈਨੂੰ ਲੱਗਿਆ ਵੀ ਬਹੁਤ ਚੰਗੀ ਵਿਆਖਿਆ ਆ, ਵੀ ਜੋ ਮਸਜਿਦ ਹੀ ਰਹਿੰਦੀ ਤਾਂ ਉੱਥੇ ਕੋਈ ਨਾ ਜਾਂਦਾ, ਔਰ ਉਹ ਬਿਲਡਿੰਗ ਇੱਕ ਉਜੜ ਜਾਂਦੀ, ਔਰ ਫਿਰ ਉਹ ਖਾਲੀ ਉਜਾੜ ਦਾ ਕੋਈ ਫਾਇਦਾ ਨਹੀਂ ਸੀਗਾ। ਲੇਕਿਨ ਜਦੋਂ ਹੁਣ ਉੱਥੇ ਗੁਰਦੁਆਰਾ ਬਣ ਗਿਆ, ਤੇ ਪਹਿਲਾਂ ਵੀ ਉੱਥੇ ਸੰਗਤ ਜੁੜਦੀ ਸੀ, ਹੁਣ ਵੀ ਸੰਗਤ ਜੁੜਦੀ ਹੈ। ਉਹ ਸੰਗਤ ਚਾਹੇ ਮੁਸਲਮਾਨ ਸੀ, ਅੱਜ ਉਹ ਸਿੱਖ ਹੈ। ਜੇ ਤੁਸੀਂ ਹਿੰਦੂ, ਸਿੱਖ ਜਾਂ ਮੁਸਲਮਾਨ ਦੇ ਇਸ ਪਹਿਚਾਣ ਤੋਂ ਬਿਨਾਂ ਜਾ ਕੇ ਦੇਖੋ, ਤੇ ਉਦੋਂ ਵੀ ਉੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਸੀਗਾ, ਤੇ ਹੁਣ ਵੀ ਉੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇਸ ਤਰ੍ਹਾਂ ਹੀ ਤੁਹਾਡੇ ਵਾਲੇ ਪਾਸੇ ਜਿਵੇਂ ਤੁਸੀਂ ਦੱਸਿਆ ਹੀ ਆ, ਵੀ ਜਿਹੜੇ ਪਹਿਲਾਂ ਉੱਥੇ ਮੰਦਿਰ ਸੀਗੇ, ਗੁਰਦੁਆਰੇ ਸੀਗੇ, ਤੇ ਅੱਜ ਉੱਥੇ ਮਸਜਿਦ ਹੈ, ਤੇ ਅੱਜ ਵੀ ਉੱਥੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ। ਤੇ ਇਸ ਤਰ੍ਹਾਂ ਸ਼ਾਇਦ ਉਹਨਾਂ ਦੀ ਪਵਿੱਤਰਤਾ ਜਿਹੜੀ ਆ ਉਹ ਬਰਕਰਾਰ ਰਹਿ ਸਕੀ। ਤੇ ਮੈਂ ਇਸ ਗੱਲ ਲਈ ਤੁਹਾਡਾ ਬੜਾ ਥੈਂਕਫੁਲ ਹਾਂ ਕਿ ਤੁਸੀਂ ਇਹ ਇਨਸਾਈਟ ਸਾਨੂੰ ਦਿੱਤੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ, ਔਰ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਹੀ ਦੇਖਣਾ ਚਾਹੀਦਾ। ਔਰ ਸ਼ਾਇਦ ਸਾਡੇ ਝਗੜੇ ਜਿਹੜੇ ਇਤਿਹਾਸ ਦੇ ਵਿੱਚ ਪਏ ਹੋਏ ਘਟ ਸਕਦੇ ਆ। ਤੇ ਜੇ ਇੱਕ ਇਜਾਜ਼ਤ ਦਿਓ, ਇੱਕ ਛੋਟਾ ਜਿਹਾ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ। ਜਿਵੇਂ ਮੈਂ ਨਿੱਜੀ ਤੌਰ ਤੇ ਮੇਰੇ ਫਾਦਰ ਦਾ ਵਿਆਹ ਜਿਹੜਾ ਉਹ ਪਾਕਿਸਤਾਨ ਵਿੱਚ ਸਰਗੋਧੇ ਹੋਇਆ ਸੀਗਾ, ਤੇ ਮੇਰੀ ਬਰਾਤ ਮੇਰੇ ਫਾਦਰ ਦੀ ਉੱਥੇ ਗਈ ਸੀਗੀ, ਤੇ ਸਾਡਾ ਕਿਸੇ ਨਾ ਕਿਸੇ ਤਰ੍ਹਾਂ ਲਾਹੌਰ ਨਾਲ, ਪਾਕਿਸਤਾਨ, ਇਸ ਪੰਜਾਬ ਨਾਲ ਸਾਡਾ ਸੰਬੰਧ ਹੈ। ਅਸੀਂ ਹਮੇਸ਼ਾ ਮਾਨਸਿਕ ਤੌਰ ਤੇ ਅਸੀਂ ਯਾਦ ਕਰਦੇ ਰਹਿੰਦੇ ਹਾਂ। ਇੱਕ ਵਾਰੀ ਮੇਰੇ ਦੋਸਤ, ਸਾਡੇ ਪ੍ਰਿੰਸੀਪਲ, ਉਹ ਪਾਕਿਸਤਾਨ ਗਏ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ ਕਿ ਉੱਥੋਂ ਤੁਸੀਂ ਕੋਈ ਪਾਕਿਸਤਾਨ ਦੇ ਇਤਿਹਾਸ ਦੀ ਕਿਤਾਬ ਲੈ ਕੇ ਆਇਓ। ਤੇ ਉਹ ਉੱਥੋਂ ਇੱਕ ਕਿਤਾਬ ਲੈ ਕੇ ਆਏ, ਹਿਸਟਰੀ ਆਫ ਪਾਕਿਸਤਾਨ। ਉਹ ਸੀਗੀ ਪ੍ਰੋਫੈਸਰ ਡਾਕਟਰ ਅਹਿਮਦ ਹਸਨ ਦਾਨੀ, ਤੇ ਉਹਨਾਂ ਦੀ ਕਿਤਾਬ ਲੈ ਕੇ ਆਏ ਸੀ। ਤੇ ਮੈਂ ਉਹ ਕਿਤਾਬ ਬੜੇ ਸ਼ੌਂਕ ਨਾਲ ਪੜ੍ਹੀ, ਤੇ ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਜਦੋਂ ਮੈਂ ਦੇਖੀ, ਤੇ 252 ਪੇਜ ਦੇ ਉੱਤੇ ਲਿਖਿਆ ਹੋਇਆ, ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ। ਲਾਹੌਰ ਆਫ ਦਾ ਟਾਈਮ ਆਫ ਸ਼ਾਹਜਹਾਨ was a glamour city to which the emperor paid 6 visits during his reign. The glamour sustained in the time of Aurangzeb, whose edition of Badshahi Mosque speaks of his religious bent of mind. ਤੇ ਅੱਗੇ ਜਾ ਕੇ ਉਹ ਲਿਖਦੇ ਆ ਵੀ ਸਿੱਖ ਸਰਦਾਰਾਂ ਦੇ ਵੇਲੇ ਲਾਹੌਰ ਉਜੜ ਗਿਆ, ਔਰ ਇਹਦੀ ਗਲੋਰੀ ਜਿਹੜੀ ਆ ਉਹ ਤਬਾਹ ਹੋ ਗਈ। ਤੇ ਫਿਰ ਉਹ ਲਿਖਦੇ ਦਾ ਐਂਡ ਦੋ Ranjit Singh tried to re-establish Lahore to its glory. His buildings speak of his poor taste and workmanship. ਤਾਂ ਮੈਨੂੰ ਇਹ ਥੋੜਾ ਜਿਹਾ ਇਸ ਤਰ੍ਹਾਂ ਲੱਗਿਆ, ਭਾਵੇਂ ਹਿਸਟਰੀ ਵਿੱਚ ਲਿਖਿਆ ਹੋਇਆ ਰਿਐਲਿਟੀ ਆ, ਵੀ ਲਾਹੌਰ ਦੀ ਜਿਹੜੀ ਗਲੋਰੀ ਸੀ, ਜਿਹੜੀ ਉਹਦੇ ਗੁਆਚਣ ਦਾ ਜਿਹੜਾ ਹੈਗਾ, ਵੀ ਤੁਸੀਂ ਕਹਿ ਲਓ ਵੀ ਉਹ ਰਣਜੀਤ ਸਿੰਘ ਦੇ ਸਿਰ ਸਿਹਰਾ ਵੱਜਦਾ ਹੈ। ਜਿਹੜੀ ਕਿ ਉਹਦੀ ਜਿਹੜੀ ਇੱਕ ਪੂਅਰ ਸੈਂਸ ਆਫ ਜਿਹੜੀ ਆ, ਇੱਕ ਜਿਹੜੀ ਬਿਲਡਿੰਗ ਜਾਂ ਉਹ ਇਮਾਰਤ ਕਲਾ ਦੀ, ਉਹਦੇ ਬਾਰੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ? ਤੁਸੀਂ ਇਹਦੇ ਬਾਰੇ ਦੱਸੋ ਕੁਝ। ਇਹ ਗੱਲ ਕਿ ਅਸੀਂ ਅਮੂਮਨ ਹੁੰਦਾ ਹੈ ਕਿ ਸਿੱਖ ਐਰਾ ਨੂੰ, ਜਿਹੜਾ ਸਿੱਖ ਪੋਲੀਟੀਕਲ ਐਰਾ ਹੈ ਲਾਹੌਰ ਦੇ ਅੰਦਰ, ਉਹਨੂੰ ਜਿਹੜਾ ਬਿਫੋਰ ਰਣਜੀਤ ਸਿੰਘ ਤੇ ਈਵਨ ਰਣਜੀਤ ਸਿੰਘ ਨੂੰ ਇਕੱਠੇ ਜੋੜਾ ਜਾਂਦਾ ਹੈ। ਮੇਰੇ ਖਿਆਲ ਉਹ ਅਸਲ 'ਚ ਉਹ ਸ਼ਾਇਦ ਲਾਹੌਰ ਦੀ ਤਾਰੀਖ ਦਾ ਇੱਕ ਨਹੀਂ ਹੈ, ਅਸਲ 'ਚ ਉਹ ਸ਼ਾਇਦ ਇੰਨਾ ਅੱਛਾ ਰਿਫਲੈਕਸ਼ਨ ਨਹੀਂ ਹੈ। ਅਫਕੋਰਸ ਰਣਜੀਤ ਸਿੰਘ ਤੋਂ ਪਹਿਲੇ ਲਾਹੌਰ ਦੇ ਅੰਦਰ ਇੱਕ ਪੋਲੀਟੀਕਲ ਜਿਹੜਾ ਹੈ ਡਿਵੀਜ਼ਨ ਹੈ, ਪੋਲੀਟੀਕਲ ਮੇਹਮ ਹੈ। ਲਾਹੌਰ ਇਜ਼ ਰੂਲਡ ਬਾਈ ਸਿੱਖ ਰੂਲਰਸ, ਬਟ ਦੇयर 3 ਮਿਸਲਸ ਜਿਹੜੀ ਹਨ ਉਹ ਰੂਲ ਕਰ ਰਹੇ ਨੇ। ਲਾਹੌਰ ਡਿਵਾਈਡਡ ਹੈ, ਪੋਲੀਟੀਕਲੀ ਡਿਵਾਈਡਡ ਹੈ। ਤੇ ਉਹ ਸ਼ਾਇਦ ਇੱਕ ਟਾਈਮ ਹੈ, ਕਿਉਂਕਿ
ਉੱਥੇ ਸ਼ਾਇਦ ਪੋਲੀਟੀਕਲ ਸਟੈਬਿਲਿਟੀ ਨਹੀਂ ਹੈ ਲਾਹੌਰ 'ਚ। ਤੁਸੀਂ ਉਹ ਵੀ ਵੇਖੋਗੇ ਅਹਿਮਦ ਅਬਦਾਲੀ ਦੀ ਵੀ ਇਨਵੇਸ਼ਨ ਹੋ ਰਹੀ ਹੈ। ਇਹ ਉਹੀ ਟਾਈਮ ਹੈ ਕਿ ਅਹਿਮਦ ਅਬਦਾਲੀ ਵੀ ਆ ਰਿਹਾ ਹੈ ਤੇ ਸਿੱਖ ਪੋਲੀਟੀਕਲ ਅਜੇ ਸਿੱਖ ਪੋਲੀਟੀਕਲ ਫੋਰਸ ਐਸਟੈਬਲਿਸ਼ ਨਹੀਂ ਹੋਈ ਇਸ ਤਰ੍ਹਾਂ ਜਿਵੇਂ ਰਣਜੀਤ ਸਿੰਘ ਦੇ ਟਾਈਮ ਤੇ ਹੁੰਦੀ ਹੈ। ਤੇ ਉਸ ਟਾਈਮ ਤੇ ਅਫਕੋਰਸ ਲੂਟ ਮਾਰ ਤੇ ਹੋ ਰਹੀ ਹੈ, ਮੁਖਤਲਿਫ ਬਿਲਡਿੰਗ ਜਿਹੜੀ ਹੈ ਉਹ ਕੰਸਟਰਕਟ ਵੀ ਹੋ ਰਹੀਆਂ ਨੇ। ਜਿਹੜੀ ਮੁਸਲਿਮ ਬਿਲਡਿੰਗਸ ਹੈ ਬਹੁਤ ਸੀ ਸਟੋਰੀਆਂ ਸਾਨੂੰ ਮਿਲਦੀਆਂ ਨੇ ਕਿ ਬਹੁਤ ਸਾਰੇ ਮੁਗਲ ਸਟਰਕਚਰਸ, ਮੁਗਲ ਮਜ਼ਾਰ, ਹਵੇਲੀਆਂ ਬਣ ਗਈਆਂ ਜਾਂ ਉੱਥੇ ਕਬਜ਼ੇ ਹੋ ਗਏ। ਤੇ ਉਹ I don't think that's part of religion. That's really part of economics. ਕਿ ਅਗਰ ਸਿਆਸੀ ਹਾਲਾਤ ਹੀ ਇੰਨੇ ਖਰਾਬ ਨੇ ਜਾਂ ਪੋਲੀਟੀਕਲ ਕਲਾਸ ਇੰਨੀ ਸਟਰੋਂਗ ਨਹੀਂ ਹੈ ਤੇ ਉਹ ਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੀ ਹੈ। ਰਣਜੀਤ ਸਿੰਘ ਦੇ ਟਾਈਮ ਆਫ ਕੋਰਸ ਇੱਕ ਪੋਲੀਟੀਕਲ ਸਟੈਬਿਲਿਟੀ ਆਉਣਾ ਸ਼ੁਰੂ ਹੁੰਦੀ ਹੈ ਤੇ ਲਾਹੌਰ ਜਿਹੜਾ ਹੈ ਉਹ ਡਿਵੈਲਪ ਹੁੰਦਾ ਹੈ। ਇੱਕ ਤੇ ਅਸੀਂ ਫਰਸਟਲੀ ਰਣਜੀਤ ਸਿੰਘ ਨੂੰ ਕੰਪੇਅਰ ਕਰਨਾ ਵਿਦ ਮੁਗਲ ਕਿੰਗਸ ਥੋੜਾ ਜਿਹਾ ਅਨਫੇਅਰ ਹੈ। I mean, Mughal kings were the richest kings in the world. It was the biggest empire. Shah Jahan ਦੇ ਟਾਈਮ 'ਚ ਜਾਂ even ਔਰੰਗਜ਼ੇਬ ਦੇ ਟਾਈਮ 'ਚ ਮੁਗਲ empire ਦਾ ਤੁਸੀਂ ਅਗਰ ਸਕੋਪ ਵੇਖੋ ਤਾਂ ਬਹੁਤ ਵੱਡਾ ਸਕੋਪ ਹੈ। ਉਹ ਪੂਰਾ ਪੰਜਾਬ ਹੈ, ਸਿੰਧ ਹੈ, ਅਫਗਾਨਿਸਤਾਨ ਹੈ, ਦੱਕਨ ਹੈ, ਬੰਗਾਲ ਹੈ, ਪੂਰਾ ਹਿੰਦੁਸਤਾਨ ਹੈ। ਤੇ ਰਣਜੀਤ ਸਿੰਘ ਦੀ ਅਫਕੋਰਸ ਇੱਕ ਬਹੁਤ ਵੱਡੀ empire ਹੈ, ਬਹੁਤ ਰਿਚ empire ਹੈ, ਪਰ ਉਹ ਪੰਜਾਬ 'ਚ ਅੰਦਰ ਮਹਿਦੂਦ ਹੈ। ਉਹ ਸ਼ਾਇਦ ਥੋੜਾ ਬਹੁਤ ਸਾਨੂੰ ਇਲਾਕਾ ਮਿਲਦਾ ਹੈ ਤੇ ਉਹ ਪਾਵਰ ਤੇ ਉਹ ਵੈਲਥ ਸਿਮਿਲਰ ਨਹੀਂ ਹੈ। ਜੋ ਕੰਮ ਜਿਹੜਾ ਸ਼ਾਹਜਹਾਨ ਜਿਹੜਾ ਕੰਮ ਲਾਹੌਰ 'ਚ ਕਰ ਸਕਦਾ ਸੀ, I mean, ਤਾਜ ਮਹਿਲ ਬਣਾਉਣ ਵਾਸਤੇ I mean, you needed that kind of money. Ranjit Singh did not have that kind of money or wealth. तो एक तो it's a matter of resources. I think थोड़ा सा एक of course थोड़ा थानू bias मिलता है। I mean, of course मुगल सिख heritage ਦੇ ਅੰਦਰ ਸਿੱਖ ਟਾਈਮ ਦੇ ਅੰਦਰ ਕੋਈ ਬਹੁਤ ਸ਼ਾਨਦਾਰ ਕੰਸਟਰਕਸ਼ਨ ਵੀ ਹੋਈ ਲਾਹੌਰ ਫੋਰਟ ਦੇ ਅੰਦਰ। ਮੇਰਾ ਵਾਸਤੇ ਹੁਣ ਬਹੁਤ ਖੂਬਸੂਰਤ ਗੁਰਦੁਆਰੇ I mean, ਤੁਸੀਂ ਸਾਰੇ ਜਿਹੜੇ ਗੁਰਦੁਆਰੇ ਵੇਖ ਲਓ, ਇਹ ਜਿਹੜੇ ਸਾਰੇ ਪਾਕਿਸਤਾਨ ਦੇ ਮੋਸਟਲੀ ਜਿਹੜੇ ਗੁਰਦੁਆਰੇ ਨੇ ਈਵਨ ਈਸਟ ਪੰਜਾਬ ਦੇ ਜਿਹੜੇ ਮੋਸਟਲੀ ਗੁਰਦੁਆਰੇ ਨੇ ਉਹ ਰਣਜੀਤ ਸਿੰਘ ਦੇ ਟਾਈਮ ਤੇ ਰੈਨੋਵੇਟ ਹੋਏ। ਐਟਲੀਸਟ ਈਸਟ ਪੰਜਾਬ ਜਿਹੜੀ ਬਾਉਂਡਰੀ ਰਣਜੀਤ ਸਿੰਘ ਦੇ ਅੰਦਰ ਆਉਂਦੀ ਸੀ ਉਹ ਸਾਰੇ ਗੁਰਦੁਆਰੇ ਜਿਹੜੇ ਹੈ ਉਹ ਰਣਜੀਤ ਸਿੰਘ ਦੇ ਟਾਈਮ ਤੇ ਹੋਏ ਰੈਨੋਵੇਟ ਤੇ ਬਹੁਤ ਆਰਕੀਟੈਕਚਰਲੀ ਦੇ ਆਰ ਬਿਊਟੀਫੁਲ ਗੁਰਦੁਆਰਾਸ। It's just that I mean, ਮੇਰਾ ਖਿਆਲ ਜਿਹੜੀ ਪ੍ਰੋਫੈਸਰ ਦਾਨਿਸ਼ ਦੀ ਜਿਹੜੀ ਸਟੇਟਮੈਂਟ ਹੈ ਉਹ ਸ਼ਾਇਦ ਹਿਸਟਰੀ ਦੀ ਸਟੇਟਮੈਂਟ ਨਹੀਂ ਹੈ, ਉਹ ਬਲਕਿ ਸ਼ੋ ਕਰਦੀ ਹੈ ਕਿ ਉਹ ਹਿਸਟਰੀ ਕਿਸ ਟਾਈਮ 'ਚ ਲਿਖੀ ਜਾ ਰਹੀ ਹੈ। ਉਹ ਹਿਸਟਰੀ ਮੇਰੇ ਖਿਆਲ ਲਿਖ ਰਹੇ ਨੇ 50s 'ਚ ਤੇ 60s 'ਚ ਜਿਹਨਾਂ ਦਾ ਉਹਨਾਂ ਦਾ ਟਾਈਮ ਪੀਰੀਅਡ ਸੀ। ਤੇ ਉਹ ਟਾਈਮ ਪੀਰੀਅਡ ਹੈ ਕਿ ਇੱਕ ਐਂਟੀ ਸਿੱਖ ਬਾਇਸ ਸੀ, ਅਜੇ ਵੀ ਥੋੜਾ ਬਹੁਤ ਐਗਜ਼ਿਸਟ ਕਰਦਾ ਹੈ ਪਾਕਿਸਤਾਨ 'ਚ। ਆਫ ਕੋਰਸ ਵਿਦ ਟਾਈਮ ਥੋੜਾ ਬਹੁਤ ਚੇਂਜ ਹੋਣਾ ਸ਼ੁਰੂ ਹੋ ਗਿਆ, ਕਰਤਾਰਪੁਰ ਦੇ ਨਾਲ ਚੇਂਜ ਹੋ ਗਿਆ। ਰਣਜੀਤ ਸਿੰਘ ਰੀਸੈਂਟਲੀ ਪਾਕਿਸਤਾਨ ਨੇ ਰਣਜੀਤ ਸਿੰਘ ਨੂੰ ਰੀਸੈਂਟਲੀ ਜਿਹੜਾ ਹੈ ਉਹਦਾ ਸਟੈਚੂ ਬਣਾਇਆ ਲਾਹੌਰ ਫੋਰਟ 'ਚ, ਸਟੈਚੂ ਰੈਨੋਵੇਟ ਹੋਇਆ ਤੇ ਆਫ ਕੋਰਸ ਫਿਰ ਉਹ ਸਟੈਚੂ ਬਾਅਦ 'ਚ 2 ਵਾਰੀ ਅਟੈਕ ਵੀ ਹੋ ਚੁੱਕਿਆ ਤੇ ਉਹ ਜਿਹੜਾ ਅਟੈਕ ਵੀ ਤੁਹਾਨੂੰ ਉਹ ਰਿਪਰੈਜ਼ੈਂਟ ਕਰਦਾ ਹੈ ਕਿ ਲੋਕਾਂ ਦੀ ਜਿਹੜੀ ਐਂਟੀ ਰਣਜੀਤ ਸਿੰਘ ਜਿਹੜਾ ਇੱਕ ਬਾਇਸ ਹੈ, ਜਿਹੜਾ ਲੋਕਾਂ ਨੂੰ ਟੀਚ ਕੀਤਾ ਗਿਆ ਹੈ ਥਰੂ ਐਜੂਕੇਸ਼ਨ, ਥਰੂ ਬੁੱਕਸ ਲਾਈਕ ਥੀਸ, ਉਹ ਐਂਟੀ ਸਿੱਖ ਬਾਇਸ ਅਜੇ ਵੀ ਐਗਜ਼ਿਸਟ ਕਰਦਾ ਹੈ। ਤੇ ਮੇਰਾ ਖਿਆਲ ਹੈ ਇਹ ਬੁੱਕ ਸ਼ਾਇਦ ਹਿਸਟਰੀ ਦੀ ਅਕਾਸੀ ਨਹੀਂ ਕਰਦੀ ਬਲਕਿ ਇੱਕ ਜਿਹੜਾ ਪੋਲੀਟੀਕਲ ਕੰਟੈਕਸਟ ਹੈ ਉਸ ਟਾਈਮ ਦਾ ਜਦੋਂ ਇਹ ਕਿਤਾਬ ਲਿਖੀ ਗਈ ਉਹਦਾ ਇੱਕ ਬਿਹਤਰ ਰਿਫਲੈਕਸ਼ਨ ਹੈ। ਤੇ ਆਫ ਕੋਰਸ ਆਲਸੋ this marginalization of Mughal architecture during Ranjit Singh's time and before, ਉਹਨੂੰ ਅਸੀਂ ਸਿਰਫ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਨਹੀਂ ਸਮਝ ਸਕਦੇ ਪਰ ਇੱਕ ਇਕਨੋਮਿਕ ਤੇ ਪੋਲੀਟੀਕਲ ਜਿਹੜੀ ਇਨਸਟੇਬਿਲਿਟੀ ਹੈ ਉਹ ਵੀ ਹੈ। I mean, ਅੱਜ ਵੀ ਫॉर एग्जांपल ਬਹੁਤ ਸੇ ਮੁਗਲ ਸਟਰਕਚਰਸ ਨੇ ਪਾਕਿਸਤਾਨ 'ਚ ਜਿਹੜੇ ਕੰਪਲੀਟਲੀ ਤਬਾਹ ਹੋ ਰਹੇ ਨੇ, ਜਿਹਦੀ ਕੋਈ ਰੈਨੋਵੇਸ਼ਨ ਨਹੀਂ ਹੈ, ਜਿਨ੍ਹਾਂ ਦੇ ਉੱਤੇ ਕਬਜ਼ਾ ਹੋ ਰਿਹਾ ਹੈ। ਤੇ ਆਫ ਕੋਰਸ देयर इज नो religious bias against Mughal history, but economic ਜਾਂ ਪੋਲੀਟੀਕਲ ਇੰਸਟੇਬਿਲਿਟੀ ਜਿਹੜੀ ਹੈ ਉਹ ਐਗਜ਼ਿਸਟ ਕਰਦੀ ਹੈ ਤੇ ਉਹ ਇੱਕ ਬਹੁਤ ਬੜੀ ਰੀਜ਼ਨ ਹੈ। ਹਰੁਣ ਖਾਲਿਦ ਜੀ, ਇੱਕ ਛੋਟਾ ਜਿਹਾ ਸਵਾਲ ਜੇ ਹੋਰ ਤੁਹਾਨੂੰ ਜੀ ਸਰ, ਕਰਦਾ ਜੀ ਪਲੀਜ਼। ਉਹ ਇਹ ਕਿ ਜਦੋਂ ਦਰਬਾਰ ਸਾਹਿਬ ਅਰਦਾਸ ਹੁੰਦੀ ਹੈ, ਖਾਸ ਤੌਰ ਤੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪੁਰਬ ਹੁੰਦਾ ਤੇ ਉਦੋਂ ਉੱਥੇ ਕਿਹਾ ਜਾਂਦਾ ਵੀ ਉਹਨਾਂ ਦਾ ਜਨਮ ਸਥਾਨ ਚੂਨਾ ਮੰਡੀ ਲਾਹੌਰ। ਔਰ ਜਦੋਂ ਅਸੀਂ ਦੇਖਦੇ ਹਾਂ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ, ਉਹਨਾਂ ਨੇ ਲਿਖਿਆ ਹੈ ਚੂਨੀ ਮੰਡੀ। ਤੇ ਇਹ ਕਈ ਵਾਰੀ ਸਾਡੇ ਵਿੱਚ ਸਾਡੇ ਵਿਦਵਾਨਾਂ 'ਚ ਕੰਟਰੋਵਰਸੀ ਹੁੰਦੀ ਹੈ ਵੀ ਇਹ ਚੂਨਾ ਮੰਡੀ ਹੈ ਕਿ ਚੂਨੀ ਮੰਡੀ ਹੈ। ਤੇ ਜੇ ਚੂਨੀ ਮੰਡੀ ਆ, ਮੈਨੂੰ ਕਿਸੇ ਤੋਂ ਪਤਾ ਲੱਗਿਆ ਸੀਗਾ ਵੀ ਚੂਨੀ ਮੰਡੀ ਉਹ ਮੰਡੀ ਆ ਜਿੱਥੇ ਹੀਰਿਆਂ ਦਾ ਵਪਾਰ ਹੁੰਦਾ ਸੀਗਾ ਔਰ ਹੀਰਿਆਂ ਦੀ ਚੂਨੀ ਹੁੰਦੀ ਆ ਜਿੱਥੇ ਉਹ ਵਿਕਦੀ ਹੋਣੀ ਹੈ ਜਾਂ ਮੈਨੂੰ ਨਹੀਂ ਪਤਾ ਵੀ ਕੀ ਹੁੰਦਾ। ਲੇਕਿਨ ਚੂਨਾ ਮੰਡੀ ਉਹ ਹੁੰਦੀ ਜਿੱਥੇ ਕਲੀ ਵਿਕਦੀ ਆ ਜਿਹੜੀ ਅਸੀਂ ਘਰਾਂ ਨੂੰ ਰੰਗ ਪੇਂਟ ਕਰਦੇ ਹਾਂ। ਤੇ ਇਹ ਥੋੜਾ ਦੱਸੋ ਵੀ ਉਹ ਚੂਨਾ ਮੰਡੀ ਤੇ ਚੂਨੀ ਮੰਡੀ ਦਾ ਕੀ ਫਰਕ ਹੈ ਜਾਂ ਉਹ ਕੀ ਹੈ ਜੀ ਐਕਚੁਅਲੀ?
ਜੀ ਸਰ ਮੈਂ ਇੰਨਾ ਇਹਦੇ ਬਾਰੇ ਚ ਆਈਡੀਆ ਨਹੀਂ ਹੈ ਕਿ ਚੁਣਨਾ ਚੋਰੀ ਚ ਕੀ ਫਰਕ ਹੈ ਬਟ ਮੈਂ ਹਮੇਸ਼ਾ ਚੁਣਾ ਮੰਡੀ ਹੀ ਸੁਣਿਆ ਹੈ। ਅੱਜ ਵੀ ਉਸ ਇਲਾਕੇ ਚ ਲੋਕ ਉਹਨੂੰ ਚੁਣਾ ਮੰਡੀ ਹੀ ਕਹਿੰਦੇ ਨੇ। ਤੇ ਇਹ ਮੇਰੀ ਆਪਣੀ ਜਿਹੜੀ ਅੰਡਰਸਟੈਂਡਿੰਗ ਹੈ ਸ਼ਾਇਦ ਚੁਣਾ ਮੰਡੀ ਹੈ ਪਰ ਆਮ ਸੌਰੀ ਮੈਂ ਇੰਨਾ ਮੈਂ ਜੋ ਚੁਣਾ ਚੁਣੀ ਜਿਹੜੀ ਡਿਸਟਿੰਕਸ਼ਨ ਹੈ ਉਹ ਇੰਨਾ ਮੈਂ ਇਹਦੇ ਬਾਰੇ ਚ ਨਹੀਂ ਪਤਾ ਬਟ ਆਈ ਹੈਵ ਆਲਵੇਜ਼ ਹਰਡ ਕਿ ਉਹ ਚੁਣਾ ਮੰਡੀ ਹੈ। ਠੀਕ ਹੈ, ਬਹੁਤ ਮਿਹਰਬਾਨੀ ਜੀ। ਔਰ ਤੁਸੀਂ ਜਿਹੜੀ ਇੱਕ ਆਪਣੀ ਇਸ ਗੱਲ ਦੇ ਵਿੱਚ ਇੱਕ ਹੋਰ ਇਨਸਾਈਟ ਦਿੱਤੀ ਕਿ ਜਦੋਂ ਅਸੀਂ ਕਿਸੇ ਕਿਤਾਬ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਉਹ ਕਿਤਾਬ ਕਦੋਂ ਲਿਖੀ ਗਈ ਔਰ ਉਹਦੇ ਆਸ-ਪਾਸ ਕਿਹੜੀ ਕੋਈ ਵੱਡੀ ਰਾਜਨੀਤਿਕ ਘਟਨਾ ਵਾਪਰੀ ਆ ਕਿ ਉਸ ਘਟਨਾ ਦਾ ਉਸ ਮਾਹੌਲ ਦੇ ਉੱਤੇ ਅਸਰ ਹੈ ਔਰ ਬੰਦੇ ਦੇ ਉੱਤੇ ਵੀ ਉਹਦਾ ਅਸਰ ਹੈ ਔਰ ਅਸਰ ਦੇ ਵਿੱਚ ਉਹ ਬੰਦਾ ਲਿਖ ਰਿਹਾ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਹਾਰਨ ਖਾਲਿਦ ਜੀ ਤੁਹਾਡਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੇ ਤੁਸੀਂ ਥੈਂਕ ਯੂ ਸਰ। ਅੱਜ ਇੰਨੇ ਬਿਜ਼ੀ ਰਹਿੰਦੇ ਆ ਔਰ ਹਮੇਸ਼ਾ ਤੁਸੀਂ ਯਾਤਰਾ ਦੇ ਵਿੱਚ ਰਹਿੰਦੇ ਆ ਤੇ ਇੱਕ ਯਾਤਰੀ ਕੋਲੋਂ ਸਮਾਂ ਲੈਣਾ ਬਹੁਤ ਮੁਸ਼ਕਲ ਹੁੰਦਾ ਤੇ ਲੇਕਿਨ ਅਸੀਂ ਉਹ ਸਮਾਂ ਲੈ ਲਿਆ ਤੁਹਾਡੇ ਕੋਲੋਂ ਤੇ ਮੈਂ ਖਾਸ ਤੌਰ ਦੇ ਉੱਤੇ ਅੱਜ ਇਸ ਵਕਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਜਿਨ੍ਹਾਂ ਤੋਂ ਅਸੀਂ ਇੰਸਪੀਰੇਸ਼ਨ ਲੈਂਦੇ ਆ ਡਾਕਟਰ ID ਗੌਡ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਦੇ ਪ੍ਰੋਫੈਸਰ ਜਿਨ੍ਹਾਂ ਨੇ ਤੁਹਾਡੇ ਬਾਰੇ ਦੱਸ ਪਾਈ ਔਰ ਤੁਹਾਡੇ ਨਾਲ ਜਿਨ੍ਹਾਂ ਨੇ ਸੰਪਰਕ ਕਰਾਇਆ ਜਿਹਦੇ ਰਾਹੀਂ ਤੁਹਾਡੇ ਅਸੀਂ ਦਰਸ਼ਨ ਕਰ ਸਕੇ ਤੇ ਦੂਸਰਾ ਧੰਨਵਾਦ ਮੈਂ ਕਰ ਰਿਹਾ ਸਾਡੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਜੀ ਚੰਡੀਗੜ੍ਹ ਤੋਂ ਜਿਹੜੇ ਦੇਖ ਰਵੀਰ ਹੈ ਔਰ ਉਹ ਇਤਿਹਾਸ ਦੇ ਬੜੇ ਚੰਗੇ ਗੂੜ ਗਿਆਨ ਇਤਿਹਾਸ ਦਾ ਰੱਖਦੇ ਆ ਔਰ ਉਹਨਾਂ ਦੀ ਰੁਚੀ ਵੀ ਇਤਿਹਾਸ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਉਹਨਾਂ ਦੇ ਮੈਸੇਜ ਦੱਸ ਰਹੇ ਸੀਗੇ ਕਿ ਉਹਨਾਂ ਨੇ ਤੁਹਾਡੇ ਲੈਕਚਰ ਨੂੰ ਕਿੰਨਾ ਇੰਜੋਏ ਕੀਤਾ ਤੇ ਇੱਕ ਸਾਡੀ ਰਸਮ ਹੈ ਕਿ ਜਿਹੜੇ ਸਾਡੇ ਇਸ ਪ੍ਰੋਗਰਾਮ ਦੇਖਣ ਵਾਲੇ ਉਹਨਾਂ ਦਾ ਨਾਂ ਅਸੀਂ ਜ਼ਰੂਰ ਲੈਂਦੇ ਹੁੰਦੇ ਹਾਂ। ਲਖਵੀਰ ਸਿੱਧੂ, ਗੁਰਦਾਸ ਡਡਵਾਲ, ਸੁਨੀਲ ਕੁਮਾਰ, ਰੇਸ਼ਮ ਸਿੰਘ, ਮਨਜਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਜੇ, ਪਰਮਜੀਤ, ਕਮਲਦੀਪ ਕੌਰ, ਰਾਮ ਸਿੰਘ, ਡਾਕਟਰ ਸੁਰਿੰਦਰ ਮੋਹਨ ਸਿੰਘ ਸਿੱਧੂ ਜਾੜਲੇ ਤੋਂ, ਹਰਮੇਲ ਸਿੰਘ, ਰਜਿੰਦਰ ਸਿੰਘ, ਮਨਜੀਤ ਸਿੰਘ ਗਿੱਲ, ਵਿਕਾਸ ਜੋਸ਼ੀ, ਹਰਜਿੰਦਰ ਸਿੰਘ ਸੇਖੋਂ, ਰਾਜਕੁਮਾਰ ਹੰਸ, ਦੀਦਾਰ ਛੇਤਰਾ ਨਵੇਂ ਸ਼ਹਿਰ ਤੋਂ, ਤਰਲੋਚਨ ਸਿੰਘ ਚੰਡੀਗੜ੍ਹ ਤੋਂ, ਭੁਪਿੰਦਰ ਸਿੰਘ, ਸੁਮਨਦੀਪ ਸਿੰਘ, ਗੁਰਬਚਨ ਸਿੰਘ ਅੰਡੇਮਾਨ ਨਿਕੋਬਾਰ ਤੋਂ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਬਾੜਾ, ਪਰਮਿੰਦਰ ਸਿੰਘ ਦਿੱਲੀ ਯੂਨੀਵਰਸਿਟੀ ਤੋਂ, ਡਾਕਟਰ ਯਾਦਵਿੰਦਰ ਸਿੰਘ, ਅਵਤਾਰ ਸਿੰਘ ਪਤੰਗ ਚੰਡੀਗੜ੍ਹ ਤੋਂ ਤੇ ਜੋਗਾ ਸਿੰਘ ਚਾਹਲ ਇਹ ਸਾਡੇ ਸੱਜਣ ਪ੍ਰੋਗਰਾਮ ਦੇਖ ਰਹੇ ਸੀਗੇ ਤੇ ਲਗਾਤਾਰ ਮੈਸੇਜ ਕਰ ਰਹੇ ਸੀਗੇ ਔਰ ਤੁਹਾਨੂੰ ਥੈਂਕਸ ਵੀ ਕਰ ਰਹੇ ਸੀਗੇ ਤੇ ਕੁਝ ਛੋਟੇ ਕੁਐਸਚਨ ਵੀ ਤੁਹਾਨੂੰ ਪੁੱਛ ਰਹੇ ਸੀਗੇ ਤੇ ਬੇਸ਼ੱਕ ਉਹਨਾਂ ਸਵਾਲਾਂ ਦਾ ਸਮਾਂ ਨਹੀਂ ਹੈ ਲੇਕਿਨ ਫਿਰ ਤੁਹਾਡਾ ਅਸੀਂ ਫੋਨ ਨੰਬਰ ਉਹਨਾਂ ਨੂੰ ਪ੍ਰੋਵਾਈਡ ਕਰ ਦੇਵਾਂਗੇ ਜੇ ਕਿਸੇ ਨੂੰ ਕੋਈ ਸਵਾਲ ਹੋਇਆ ਤੁਹਾਨੂੰ ਕਿਸੇ ਵੇਲੇ WhatsApp ਤੇ ਕਾਲ ਕਰਕੇ ਪੁੱਛ ਵੀ ਸਕਣਗੇ ਤੇ ਖਾਲਿਦ ਸਾਹਿਬ ਇਹ ਸਾਰੇ ਸੱਜਣਾਂ ਵੱਲੋਂ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਤੇ ਅਖੀਰ ਦੇ ਵਿੱਚ ਸਾਡੀ ਟੀਮ ਦੇ ਜਿਹੜੇ ਸਹਿਜ ਤੇ ਸੋਹਜ ਨੂੰ ਬਰਕਰਾਰ ਰੱਖਣ ਵਾਲੇ ਸਾਡੇ ਦੋਸਤ ਹਰਪ੍ਰੀਤ ਤੇ ਪਰਮਿੰਦਰ ਉਹਨਾਂ ਦਾ ਬਹੁਤ ਧੰਨਵਾਦ ਤੇ ਇਸ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਦੇ ਮੈਂਬਰ ਹਰਮੀਤ ਕੌਰ, ਜਸਕਰਨ ਸਿੰਘ, ਕਮਲੇਸ਼, ਦਿਲਦਾਰ, ਮਹਿਤਾਬ ਤੇ ਸਾਡੀ ਇਸ ਟੀਮ ਨੂੰ ਉਤਸ਼ਾਹ ਦੇਣ ਵਾਲੇ ਤੇ ਖਾਸ ਤੌਰ ਤੇ ਇਸ ਪ੍ਰੋਗਰਾਮ ਦੌਰਾਨ ਸਾਡੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਕੁਲਵਿੰਦਰ ਕੌਰ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਹਾਰਨ ਖਾਲਿਦ ਜੀ ਅੱਜ ਬਹੁਤ ਆਨੰਦ ਆਇਆ ਤੁਹਾਡਾ ਲੈਕਚਰ ਸੁਣ ਕੇ ਅਸੀਂ ਮੁਫਤੋਂ ਮੁਫਤ ਅਸੀਂ ਲਾਹੌਰ ਦੀ ਸੈਰ ਕਰ ਲਈ ਆ ਤੇ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ ਫਿਰ ਦਰਸ਼ਨ ਕਰਾਂਗੇ। ਥੈਂਕ ਯੂ। ਪੰਜਾਬ